ਵਾਧੇ ਤੇ ਵਿਕਾਸ ਬਾਰੇ ਤਾਂ ਤੁਸੀਂ ਨੇ ਬਹੁਤ ਵਾਰ ਪੜ੍ਹਿਆ ਹੋਣਾ, ਪਰ ਅੱਜ ਇਹ ਕਲਾਸ ਲਗਾਉਣ ਤੋਂ ਬਾਅਦ ਤੁਹਾਨੂੰ ਦੁਬਾਰਾ ਕਦੇ ਵਾਧੇ ਤੇ ਵਿਕਾਸ ਬਾਰੇ ਪੜ੍ਹਨਾ ਨਹੀਂ ਪਵੇਗਾ। ਪੂਰੀ ਡਿਟੇਲ ਜਾਣ ਲਵਾਂਗੇ ਆਪਾਂ, ਸਾਰੀਆਂ ਚੀਜ਼ਾਂ ਜਿਹੜੀਆਂ ਇਸ ਦੇ ਵਿੱਚ ਕਵਰ ਹੁੰਦੀਆਂ ਨੇ ਡਿਟੇਲ ਦੇ ਵਿੱਚ ਡਿਸਕਸ ਕਰਨੀਆਂ ਨੇ। ਸਟਾਰਟ ਕਰਦੇ ਹਾਂ ਜੀ, ਗਰੋਥ ਐਂਡ ਡਿਵੈਲਪਮੈਂਟ ਯਾਨੀ ਕਿ ਵਾਧਾ ਅਤੇ ਵਿਕਾਸ। ਦੇਖੋ ਜੀ, ਇਹ ਵੈਸੇ ਤਾਂ ਆਪਸ ਵਿੱਚ ਅੰਤਰ ਸੰਬੰਧਿਤ ਨੇ, ਇਹਨਾਂ ਦਾ ਆਪਸ ਦੇ ਵਿੱਚ ਸੰਬੰਧ ਹੈ, ਪਰ ਇਹਨਾਂ ਦੇ ਵਿੱਚ ਥੋੜ੍ਹਾ ਜਿਹਾ ਨਿੱਕਾ ਜਿਹਾ ਡਿਫਰੈਂਸ ਹੈ। ਉਹ ਤੁਸੀਂ ਡਿਫਰੈਂਸ ਸਮਝ ਜਾਂਦੇ ਹੋ ਤਾਂ ਸਾਰਾ ਕਨਸੈਪਟ ਤੁਹਾਡਾ ਕਲੀਅਰ ਹੈ। ਠੀਕ ਹੈ ਜੀ, ਤਾਂ ਉਹ ਆਪਾਂ ਨਾਲ ਦੀ ਨਾਲ ਸਮਝਦੇ ਚਲੇ ਜਾਵਾਂਗੇ। ਠੀਕ ਹੈ ਜੀ, ਗਰੋਥ ਯਾਨੀ ਕਿ ਵਾਧਾ। ਇਸ ਦੇ ਲਈ ਕਈ ਵਾਰ ਉੱਥੇ ਅਲੱਗ-ਅਲੱਗ ਸ਼ਬਦ ਨੇ ਜਿਹੜੇ ਉਹ ਵਰਤੇ ਜਾ ਸਕਦੇ ਨੇ ਪੰਜਾਬੀ ਦੇ ਵਿੱਚ ਵਾਧਾ ਕਹਿੰਦੇ ਹੋਏ ਇਹ। ਠੀਕ ਹੈ, ਤਾਂ ਤੁਸੀਂ ਬਸ ਗਰੋਥ ਸ਼ਬਦ ਉਹਦੀ ਇੰਗਲਿਸ਼ ਵਰਜਨ ਨੂੰ ਜ਼ਰੂਰ ਦੇਖ ਲਿਓ। ਠੀਕ ਹੈ ਜੀ, ਤਾਂ ਗਰੋਥ ਇਹ ਕੀ ਹੈ ਜੀ, ਭਾਰ ਹੋਇਆ, ਇਸ ਤੋਂ ਬਿਨਾਂ ਕੱਦ ਹੋਇਆ, ਆਕਾਰ ਹੋਇਆ, ਉਮਰ ਹੋਇਆ, ਆਦਤਾਂ ਹੋਈਆਂ, ਇਹਨਾਂ ਸਭ ਦੇ ਵਿੱਚ ਜਿਹੜੀਆਂ ਤਬਦੀਲੀਆਂ ਹੁੰਦੀਆਂ ਨੇ ਉਸ ਨੂੰ ਅਸੀਂ ਵਾਧਾ ਆਖਦੇ ਹਾਂ। ਪਹਿਲਾਂ ਭਾਰ ਘੱਟ ਸੀ ਕਿਸੇ ਦਾ, ਫਿਰ ਉਹ ਉਮਰ ਦੇ ਹਿਸਾਬ ਨਾਲ ਉਸ ਦਾ ਭਾਰ ਵੱਧ ਗਿਆ। ਇਸ ਤੋਂ ਬਿਨਾਂ ਆਪਾਂ ਕਹਿ ਸਕਦੇ ਹਾਂ ਉਸ ਦੀਆਂ ਆਦਤਾਂ ਵਿੱਚ ਤਬਦੀਲੀਆਂ ਆ ਗਈਆਂ। ਪਹਿਲਾਂ ਉਹ ਬੱਚੇ ਵਾਲੀਆਂ ਉਸ ਦੀਆਂ ਆਦਤਾਂ ਸੀ, ਹੌਲੀ ਹੌਲੀ ਉਸ ਦੀਆਂ ਆਦਤਾਂ ਬਦਲਦੀਆਂ ਜਾ ਰਹੀਆਂ ਨੇ। ਤਾਂ ਇਸ ਤਰ੍ਹਾਂ ਇਹ ਸਭ ਤਬਦੀਲੀਆਂ ਨੂੰ ਅਸੀਂ ਕੀ ਆਖਦੇ ਹਾਂ, ਵਾਧਾ ਆਖਦੇ ਹਾਂ। ਜਿਹੜਾ ਵਾਧਾ ਇਹ ਮਾਤਰਾਤਮਕ ਹੁੰਦਾ ਜੀ, ਮਤਲਬ ਕਿ ਕੁਆਂਟੀਟੇਟਿਵ ਹੁੰਦਾ ਹੈ। ਕਹਿਣ ਦਾ ਮੀਨਿੰਗ ਇਹ ਹੈ ਕਿ ਇਸ ਨੂੰ ਅਸੀਂ ਗਿਣਾਤਮਕ ਸ਼ਬਦ ਵੀ ਕਈ ਵਾਰ ਇਸ ਦੇ ਲਈ ਵਰਤ ਲਿਆ ਜਾਂਦਾ ਹੈ। ਤਾਂ ਹੀ ਮੈਂ ਤੁਹਾਨੂੰ ਇਹ ਚੀਜ਼ ਵਾਰ-ਵਾਰ ਕਹਿ ਰਿਹਾ ਕਿ ਪਲੀਜ਼ ਇੰਗਲਿਸ਼ ਵਰਜਨ ਦੇ ਉੱਤੇ ਝਾਤ ਜ਼ਰੂਰ ਮਾਰ ਲਿਓ, ਕਿਉਂਕਿ ਕੁਆਂਟੀਟੇਟਿਵ ਤੁਹਾਨੂੰ ਉੱਥੇ ਮਿਲ ਜੂਗਾ ਲਿਖਿਆ ਹੋਇਆ। ਇੱਧਰ ਮਾਤਰਾਤਮਕ ਹੋਵੇ, ਗਿਣਾਤਮਕ ਹੋਵੇ, ਪੰਜਾਬੀ 'ਚ ਕੋਈ ਦਿੱਕਤ ਨਹੀਂ। ਠੀਕ ਹੈ ਜੀ, ਤਾਂ ਇਸ ਦਾ ਮੀਨਿੰਗ ਇਹ ਹੁੰਦਾ ਹੈ, ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਪਹਿਲਾਂ ਕੋਈ ਬੱਚਾ ਸੀ, ਉਹ 3 ਸਾਲ ਦਾ ਸੀ, ਫਿਰ ਉਹ 4 ਸਾਲ ਦਾ ਹੋ ਗਿਆ, ਉਸ ਦੀ ਉਮਰ ਨੂੰ ਅਸੀਂ ਨੇ ਗਿਣ ਲਿਆ। ਠੀਕ ਹੈ, ਇਸ ਤੋਂ ਬਿਨਾਂ ਇਹ ਮੀਜ਼ਰੇਬਲ ਯਾਨੀ ਕਿ ਮਾਪਣਯੋਗ ਹੈ, ਜਿਵੇਂ ਕਿ ਭਾਰ ਹੈ ਜਿਹੜਾ ਉਹ ਕਿੰਨਾ ਵਧਿਆ ਕਿੰਨਾ ਘਟਿਆ, ਇਹ ਚੀਜ਼ ਨੂੰ ਮਾਪਿਆ ਜਾ ਸਕਦਾ ਹੈ। ਠੀਕ ਹੈ, ਅਤੇ ਇਸ ਤੋਂ ਬਿਨਾਂ ਕੱਦ ਹੈ ਜਿਹੜਾ ਇਸ ਨੂੰ ਮਾਪਿਆ ਜਾ ਸਕਦਾ ਹੈ। ਤਾਂ ਇਹ ਸਭ ਚੀਜ਼ਾਂ ਨੇ ਜਿਹੜੀਆਂ ਇਹ ਵਾਧੇ ਦੇ ਵਿੱਚ ਆਉਂਦੀਆਂ ਨੇ, ਇਹ ਕੁਆਂਟੀਟੇਟਿਵ ਅਤੇ ਮੀਜ਼ਰੇਬਲ ਹੈ। ਇਸ ਤੋਂ ਬਿਨਾਂ ਗੱਲ ਕਰੀਏ ਅਸੀਂ ਸੰਰਚਨਾ ਤਬਦੀਲੀ, ਜਿਵੇਂ ਕਿ ਇੱਥੇ ਸਟਰਕਚਰਲ ਚੇਂਜ, ਤੁਹਾਨੂੰ ਇੰਗਲਿਸ਼ ਦੇ ਵਿੱਚ ਬਿਲਕੁਲ ਐਗਜ਼ੈਕਟ ਸ਼ਬਦ ਜਿਹੜਾ ਉਹ ਮਿਲੂਗਾ ਸਟਰਕਚਰਲ ਚੇਂਜ, ਯਾਨੀ ਕਿ ਸੰਰਚਨਾ ਵਿੱਚ ਤਬਦੀਲੀ। ਕਈ ਵਾਰ ਢਾਂਚਾ ਸ਼ਬਦ ਇਸ ਲਈ ਵਰਤ ਲਏ ਜਾਂਦੇ, ਮਤਲਬ ਅਲੱਗ-ਅਲੱਗ ਸ਼ਬਦ ਨੇ ਜਿਹੜੇ ਪੰਜਾਬੀ ਮਾਂ ਬੋਲੀ ਅਮੀਰ ਹੈ। ਠੀਕ ਹੈ, ਉਸ ਦੇ ਵਿੱਚ ਕਾਫੀ ਸ਼ਬਦ ਨੇ ਜੋ ਅਲੱਗ-ਅਲੱਗ ਥਾਵਾਂ 'ਤੇ ਵਰਤੇ ਜਾ ਸਕਦੇ ਨੇ। ਤਾਂ ਤੁਸੀਂ ਇੰਗਲਿਸ਼ ਦੇ 'ਚ ਝਾਤ ਜ਼ਰੂਰ ਮਾਰ ਲਿਓ, ਸਟਰਕਚਰਲ ਚੇਂਜ। ਠੀਕ ਹੈ ਜੀ, ਇਸ ਤੋਂ ਬਿਨਾਂ ਗੱਲ ਕਰੀਏ ਅਸੀਂ ਪ੍ਰੋਸੈਸ ਅਪ ਟੂ ਮੈਚਿਓਰਿਟੀ, ਯਾਨੀ ਕਿ ਜਿਹੜੀ ਪਰਿਪੱਕਤਾ ਹੈ। ਠੀਕ ਹੈ, ਪਰਿਪੱਕਤਾ ਕੀ ਹੈ ਉਹ ਆਪਾਂ ਅੱਗੇ ਲਾਸਟ ਵਿੱਚ ਸਮਝਾਂਗੇ। ਠੀਕ ਹੈ ਜੀ, ਤਾਂ ਪਰਿਪੱਕਤਾ ਯਾਨੀ ਕਿ ਮੈਚਿਓਰਿਟੀ ਤੱਕ ਚੱਲਦਾ ਹੈ। ਠੀਕ ਹੈ, ਜਦੋਂ ਬੱਚਾ ਭਰੂਣ ਦੇ ਵਿੱਚ ਹੈ, ਗਰਭ ਦੇ ਵਿੱਚ ਹੈ, ਤਾਂ ਉਸ ਸਮੇਂ ਤੋਂ ਲੈ ਕੇ ਇਹ ਮੈਚਿਓਰਿਟੀ ਤੱਕ ਜਿਹੜਾ ਉਹ ਚੱਲਦਾ ਹੈ। ਕਹਿਣ ਦਾ ਭਾਵ ਕੀ ਹੈ, ਜਿਹੜਾ ਕੱਦ ਹੈ, ਠੀਕ ਹੈ, ਹੁਣ ਕਿਸੇ ਦਾ ਮੰਨ ਕੇ ਚਲੋ ਬੱਚਾ ਹੈ, ਪਹਿਲਾਂ ਉਸ ਦਾ ਕੱਦ 2 ਫੁੱਟ ਸੀ, ਫਿਰ 2.5 ਹੋਇਆ, 3 ਹੋਇਆ, ਇੱਦਾਂ ਮਤਲਬ ਉਹ ਪਹਿਲਾਂ ਫਾਸਟਲੀ ਚੇਂਜ ਹੋ ਰਿਹਾ ਹੈ। ਠੀਕ ਹੈ, ਕਦੋਂ ਤੱਕ ਚੇਂਜ ਹੋ ਰਿਹਾ ਹੈ, ਅਪਰੋਕਸੀਮੇਟ ਆਪਾਂ ਕੀ ਕਹਿ ਸਕਦੇ ਹਾਂ, ਉਹ 18-19 ਸਾਲ ਦੀ ਉਮਰ ਤੱਕ ਜਿਹੜਾ ਉਸ ਦਾ ਕੱਦ ਇਨਕਰੀਜ਼ ਹੋ ਰਿਹਾ ਹੈ। ਤੁਸੀਂ ਸੋਚ ਕੇ ਦੇਖੋ ਵੀ ਪਹਿਲੇ 18 ਸਾਲਾਂ 'ਚ ਜਿੰਨਾ ਕੱਦ ਵੱਧ ਗਿਆ, ਜੇ ਇੰਨਾ ਹੀ ਕੱਦ ਅਗਲੇ 18 ਸਾਲਾਂ 'ਚ ਯਾਨੀ ਕਿ 36 ਸਾਲ ਦੀ ਉਮਰ ਤੱਕ ਵੱਧਦਾ ਹੁੰਦਾ ਤਾਂ ਕੀ ਹੁੰਦਾ ਸੀ। ਹੁਣ ਮੰਨ ਕੇ ਚੱਲੋ ਕੋਈ ਵਿਅਕਤੀ ਹੈ, ਉਸ ਦੀ ਉਮਰ ਹੈ ਦੇ 18-19 ਹੈ, ਤਾਂ ਉਸ ਦਾ ਕੱਦ ਜਿਹੜਾ 5.5 ਫੁੱਟ ਹੈ, ਫਿਰ ਤਾਂ ਉਸਨੇ 9 ਫੁੱਟ ਹੋ ਜਾਣਾ ਸੀ। ਤਾਂ ਇੱਦਾਂ ਨਹੀਂ ਹੁੰਦਾ, ਇਹ ਕੀ ਹੁੰਦਾ ਜੀ, ਮੈਚਿਓਰਿਟੀ 'ਤੇ ਜਾ ਕੇ ਰੁਕ ਜਾਂਦਾ। ਕਹਿਣ ਦਾ ਭਾਵ ਇਹ ਪਰਿਪੱਕਤਾ ਤੱਕ ਚੱਲਦਾ ਹੈ। ਠੀਕ ਹੈ ਜੀ, ਤਾਂ ਇਸੇ ਤਰੀਕੇ ਨਾਲ ਇਹ ਸਭ ਚੀਜ਼ਾਂ ਹੁੰਦੀਆਂ ਨੇ। ਨੈਕਸਟ ਹੈ ਜੀ, ਇੱਕ ਇਹ ਚੀਜ਼ਾਂ ਨੂੰ ਸਮਝੋ, ਇਹ ਇੱਕ ਤੰਗ ਕਹਿ ਲਓ, ਛੋਟਾ ਸੰਕਲਪ ਕਹਿ ਲਓ ਜਾਂ ਪਹਿਲੂ ਕਹਿ ਲਓ, ਮਤਲਬ ਇਹ ਛੋਟਾ ਹੈ ਕਿਹਦੇ ਨਾਲੋਂ, ਵਿਕਾਸ ਦੇ ਨਾਲੋਂ ਛੋਟਾ ਹੈ। ਠੀਕ ਹੈ, ਤਾਂ ਜਿਹੜਾ ਆਪਾਂ ਅੱਗੇ ਡਿਵੈਲਪਮੈਂਟ ਸਮਝਾਂਗੇ ਨਾ, ਉਹ ਇਸ ਨੂੰ ਵਿੱਚ ਕਵਰ ਕਰਿਆ ਕਰੂਗਾ। ਤਾਂ ਆਪਾਂ ਕੀ ਕਹਿ ਸਕਦੇ ਹਾਂ, ਜਿਹੜੀ ਗਰੋਥ ਹੈ ਉਹ ਇੱਕ ਨੈਰੋ ਕਨਸੈਪਟ ਹੈ, ਜਾਂ ਕਹਿ ਲਓ ਇੱਕ ਸਮੋਲ ਕਨਸੈਪਟ ਹੈ, ਜਾਂ ਕਹਿ ਲਓ ਸਮੋਲ ਅਸਪੈਕਟ ਹੈ। ਠੀਕ ਹੈ ਜੀ, ਇਹ ਚੀਜ਼ਾਂ ਨੂੰ ਇਸੇ ਤਰ੍ਹਾਂ ਧਿਆਨ ਦੇ ਵਿੱਚ ਰੱਖਿਓ। ਕਹਿਣ ਦਾ ਮੀਨਿੰਗ ਇਹੀ ਹੈ ਵੀ ਜਿਹੜੀ ਚੀਜ਼, ਠੀਕ ਹੈ, ਵਿਕਾਸ ਹੈ ਨਾ, ਜਿਹੜਾ ਵਿਕਾਸ ਉਹ ਇਹ ਸਾਰੀ ਚੀਜ਼ਾਂ ਨੂੰ ਇਹਨੂੰ ਢੱਕ ਲੈਂਦਾ, ਮਤਲਬ ਆਪਦੇ ਵਿੱਚ ਹੀ ਐਡ ਕਰ ਲੈਂਦਾ ਕਿ ਇਹਨੂੰ ਵਾਧੇ ਨੂੰ। ਠੀਕ ਹੈ ਜੀ, ਮਤਲਬ ਜਿਹੜੀ ਚੀਜ਼ ਵਾਧੇ 'ਚ ਸ਼ਾਮਲ ਹੈ ਉਹ ਵਿਕਾਸ ਦੇ ਵਿੱਚ ਆਟੋਮੈਟਿਕਲੀ ਹੀ ਸ਼ਾਮਲ ਹੈ। ਇਹਨੂੰ ਤੁਸੀਂ ਇੱਦਾਂ ਸਮਝ ਸਕਦੇ ਹੋ, ਮੈਂ ਤੁਹਾਨੂੰ ਡਾਇਗਰਾਮ ਦਿਖਾਉਂਦਾ। ਇਹ ਡਾਇਗਰਾਮ ਮੰਨ ਲਓ ਤੁਸੀਂ, ਇਹ ਡਾਇਗਰਾਮ ਹੈ, ਇਹ ਵਾਧਾ ਹੈ। ਠੀਕ ਹੈ ਜੀ, ਅਤੇ ਇਸ ਤੋਂ ਬਿਨਾਂ ਅੱਗੇ ਆ ਗਿਆ ਵਿਕਾਸ। ਵਿਕਾਸ ਜਿਹੜਾ ਮੈਂ ਹਰੇ ਕਲਰ ਦੇ ਵਿੱਚ ਕਰਦਾ। ਠੀਕ ਹੈ, ਹੁਣ ਤੁਸੀਂ ਦੱਸੋ, ਦੇਖੋ ਜਿਹੜਾ ਮਤਲਬ ਆਪਣੇ ਕੋਲ ਵਾਧਾ ਸੀ, ਠੀਕ ਹੈ, ਉਹ ਸੀ ਸਰਕਲ ਸ਼ੇਪ ਦੇ ਵਿੱਚ, ਇਹ ਸੀ ਆਪਣੇ ਕੋਲ ਵਾਧਾ। ਵਾਧਾ ਜਿਹੜਾ ਉਹ ਵਿੱਚ ਕਵਰ ਹੋ ਗਿਆ, ਕਾਹਦੇ, ਵਿਕਾਸ ਦੇ ਵਿੱਚ ਕਵਰ ਹੋ ਗਿਆ, ਕਿਉਂਕਿ ਵਿਕਾਸ ਇਹ ਸਾਰਾ ਹੈ। ਤੁਸੀਂ ਦੇਖੋ ਜਿਹੜਾ ਰੈੱਡ ਸਰਕਲ ਹੈ ਉਹ ਇਹ ਵਿੱਚ ਦੇ ਆ ਗਏ ਨੇ, ਇਹਦੇ ਮਤਲਬ ਇਹ ਸਕੁਅਰ ਸ਼ੇਪ ਦੇ ਵਿੱਚ ਆ ਗਿਆ। ਤਾਂ ਇਸ ਤਰੀਕੇ ਨਾਲ ਵਾਧਾ ਅਤੇ ਵਿਕਾਸ ਨੇ ਜਿਹੜੇ ਉਹ ਆਪਸ ਵਿੱਚ ਇੰਟਰਲੇਟਡ ਚੀਜ਼ਾਂ ਨੇ, ਪਰ ਇਹ ਕੀ ਹੋ ਗਿਆ ਜੀ, ਨੈਰੋ ਕਨਸੈਪਟ ਹੋ ਗਿਆ, ਸਮੋਲ ਐਸਪੈਕਟ ਹੋ ਗਿਆ ਵਾਧਾ। ਇਸ ਤੋਂ ਬਿਨਾਂ ਅਸੀਂ ਗੱਲ ਸਮਝਦੇ ਹਾਂ ਕਿ ਡਿਵੈਲਪਮੈਂਟ ਕੀ ਹੈ, ਯਾਨੀ ਕਿ ਵਿਕਾਸ ਕੀ ਹੈ। ਤਾਂ ਇਹ ਪ੍ਰਣਾਲੀਗਤ ਤਬਦੀਲੀ ਹੈ ਜੀ, ਯਾਨੀ ਕਿ ਸਿਸਟਮੈਟਿਕ ਚੇਂਜ ਕਹਿ ਸਕਦੇ ਹਾਂ।
ਉਹੀ ਗੱਲ ਫਿਰ ਆ ਜਾਂਦੀ ਹੈ ਸਿਸਟਮੈਟਿਕ ਚੇਂਜ। ਇੰਗਲਿਸ਼ ਦੇ ਵਿੱਚ ਤੁਹਾਨੂੰ ਸੇਮ ਟੂ ਸੇਮ ਇੱਦਾਂ ਹੀ ਸ਼ਬਦ ਮਿਲੂਗਾ, ਠੀਕ ਹੈ, ਪਰ ਇੰਗਲਿਸ਼ ਦੇ ਵਿੱਚ ਇਹਨੂੰ ਕਈ ਵਾਰ ਪ੍ਰਣਾਲੀਗਤ ਕਹਿ ਸਕਦੇ ਹਾਂ, ਢਾਂਚਾਬੱਧ ਕਹਿ ਸਕਦੇ ਹਾਂ, ਇਸ ਤਰ੍ਹਾਂ ਅਲੱਗ-ਅਲੱਗ ਸ਼ਬਦ ਇਸ ਦੇ ਲਈ ਵਰਤਣਗੇ। ਪਰ ਤੁਸੀਂ ਇੱਕ ਚੀਜ਼ ਜ਼ਰੂਰ ਕਰਿਓ, ਇੰਗਲਿਸ਼ ਵਰਜਨ 'ਤੇ ਜ਼ਰੂਰ ਧਿਆਨ ਦਿਓ। ਸਿਸਟਮੈਟਿਕ ਚੇਂਜ ਇਹ ਸ਼ਬਦ ਹੈ ਤਾਂ ਉਹਦਾ ਮਤਲਬ ਇਹ ਵਿਕਾਸ ਵਾਲੀ ਚੀਜ਼ ਹੀ ਹੈ, ਠੀਕ ਹੈ ਜੀ। ਤਾਂ ਸਿਸਟਮੈਟਿਕ ਦੀ ਗੱਲ ਕੀਤੀ ਜਾਂਦੀ ਹੈ ਤਾਂ ਉੱਥੇ ਵਿਕਾਸ ਆ ਜਾਂਦਾ ਹੈ। ਅਤੇ ਇਸ ਤੋਂ ਬਿਨਾਂ ਹਰਲੋਕ ਹੈ ਜਿਹੜਾ ਉਹ ਕੁਝ ਗੱਲ ਆਖਦਾ ਹੈ ਵਿਕਾਸ ਬਾਰੇ, ਠੀਕ ਹੈ, ਡਿਵੈਲਪਮੈਂਟ ਬਾਰੇ। ਇਹ ਵੀ ਆਪਾਂ ਸਮਝ ਲੈਣੇ ਵੀ ਕੀ ਆਖਦਾ ਹੈ, ਠੀਕ ਹੈ। ਤਾਂ ਹਰਲੋਕ ਦੇ ਅਨੁਸਾਰ ਪਰਿਪੱਕਤਾ ਅਤੇ ਤਜਰਬੇ ਦੇ ਨਤੀਜੇ ਵਜੋਂ ਕਰਮਬੱਧ ਅਨੁਮਾਨਯੋਗ ਸ਼ੈਲੀ ਵਿੱਚ, ਮਤਲਬ ਕਿ ਮੈਚਿਓਰਿਟੀ ਹੈ, ਉਸ ਤੋਂ ਬਿਨਾਂ ਤਜਰਬਾ ਯਾਨੀ ਕਿ ਐਕਸਪੀਰੀਅੰਸਸ ਨੇ, ਉਹਨਾਂ ਦੇ ਨਤੀਜੇ ਵਜੋਂ ਮਤਲਬ ਕਿ ਅਨੁਮਾਨਯੋਗ ਸ਼ੈਲੀ ਵਾਪਰਨ ਵਾਲੀਆਂ ਤਬਦੀਲੀਆਂ ਦੀ ਪ੍ਰਗਤੀਸ਼ੀਲ ਯਾਨੀ ਕਿ ਕਹਿ ਸਕਦੇ ਹਾਂ ਪ੍ਰੋਗਰੈਸਿਵ ਲੜੀ, ਮਤਲਬ ਕਿ ਇੱਕ ਆਰਡਰ ਦੇ ਵਿੱਚ ਹੈ, ਠੀਕ ਹੈ। ਤਾਂ ਇਸ ਚੀਜ਼ ਨੂੰ ਵਿਕਾਸ ਆਖਦਾ। ਉਹ ਕਹਿਣ ਦਾ ਭਾਵ ਕੀ ਹੈ, ਉਹ ਕੁੱਲ ਮਿਲਾ ਕੇ ਇਹੀ ਗੱਲ ਆਖਦਾ, ਕਹਿੰਦਾ ਪਰਿਪੱਕਤਾ ਦੇ ਨਾਲ ਅਤੇ ਤਜਰਬੇ ਦੇ ਨਾਲ ਕੀ ਹੁੰਦਾ ਹੈ ਕਿ ਆਪਣਾ ਜਿਹੜੀ ਪ੍ਰਗਤੀ ਹੁੰਦੀ ਹੈ ਇੱਕ ਸੀਰੀਜ਼ ਦੇ ਵਿੱਚ, ਇੱਕ ਲੜੀ ਦੇ ਵਿੱਚ, ਉਸ ਨੂੰ ਉਹ ਵਿਕਾਸ ਆਖਦਾ। ਕਹਿਣ ਦਾ ਮਤਲਬ ਉਹੀ ਚੀਜ਼ਾਂ ਹੋ ਗਈਆਂ ਵੀ ਇਹ ਕੀ, ਇਸ ਦਾ ਇੱਕ ਪੈਟਰਨ ਫੋਲੋ ਹੋਏਗਾ, ਇਹਦੇ ਵਿੱਚ ਪ੍ਰੋਗਰੈਸ ਹੋਏਗੀ, ਇਹ ਇਨਕਰੀਜ਼ ਹੋਏਗਾ। ਤਾਂ ਇਹ ਸਭ ਚੀਜ਼ਾਂ ਜਿਹੜਾ ਹਰਲੋਕ ਆਖ ਰਿਹਾ ਹੈ। ਇਸ ਤੋਂ ਬਿਨਾਂ ਹਰਲੋਕ ਦੇ ਅਨੁਸਾਰ ਬੱਚੇ ਦਾ ਪਹਿਲਾ ਜਿਹੜਾ ਸੰਵੇਗ ਹੈ ਉਹ ਉਤੇਜਨ ਹੈ। ਅਤੇ ਹਰਲੋਕ ਹੈ ਜਿਹੜਾ, ਇਸ ਨੂੰ ਅਸੀਂ ਅੱਗੇ ਵੀ ਡਿਸਕਸ ਕਰਾਂਗੇ ਜੀ, ਠੀਕ ਹੈ। ਇਨਫੈਂਸੀ ਯਾਨੀ ਕਿ ਸ਼ਿਸ਼ੂ ਅਵਸਥਾ ਦੇ ਵਿੱਚ ਵੀ ਇਸ ਨੂੰ ਡਿਸਕਸ ਅਸੀਂ ਕਰਾਂਗੇ। ਨਿਰਭਰਤਾ ਤੋਂ ਸਵੈ ਨਿਰਭਰਤਾ ਵੱਲ ਲੈ ਕੇ ਜਾਂਦਾ ਸਾਨੂੰ। ਵਿਕਾਸ ਦੀਆਂ ਇਹ ਡੈਫੀਨੇਸ਼ਨ ਦੇ ਵਿੱਚ ਹੀ ਨੇ ਸਭ ਚੀਜ਼ਾਂ, ਠੀਕ ਹੈ ਜੀ। ਤਾਂ ਇਹ ਕੀ ਕਰਦਾ ਜੀ, ਨਿਰਭਰਤਾ ਤੋਂ ਸਵੈ ਨਿਰਭਰਤਾ ਵੱਲ ਲੈ ਕੇ ਜਾਂਦਾ। ਕਹਿਣ ਦਾ ਭਾਵ ਡਿਪੈਂਡੈਂਸੀ ਤੋਂ ਸੈਲਫ ਰਿਲਾਇੰਸ ਵੱਲ ਲੈ ਕੇ ਜਾਂਦਾ ਹੈ। ਕਹਿਣ ਦਾ ਮੀਨਿੰਗ ਇਹ ਹੈ ਕਿ ਬੱਚਾ ਸ਼ੁਰੂ ਦੇ ਵਿੱਚ ਉਹ ਆਪਣੀ ਮਾਤਾ ਦੇ ਉੱਤੇ ਡਿਪੈਂਡ ਹੁੰਦਾ ਹੈ, ਉਸ 'ਤੇ ਖਾਣ ਪੀਣ ਦਾ ਧਿਆਨ, ਹੈ ਨਾ, ਪਾਣੀ ਦਾ ਪੀਣ ਦਾ ਧਿਆਨ। ਤਾਂ ਇਹ ਸਭ ਚੀਜ਼ਾਂ ਦਾ ਧਿਆਨ ਉਸਦਾ ਪਰਿਵਾਰ ਰੱਖ ਰਿਹਾ, ਉਸਦੇ ਮਾਤਾ ਪਿਤਾ ਰੱਖ ਰਹੇ ਨੇ। ਇਸ ਤੋਂ ਬਾਅਦ ਉਹ ਹੌਲੀ ਹੌਲੀ ਆਪ ਤੁਰਨਾ ਸਿੱਖ ਜੂਗਾ, ਆਪ ਖਾਣਾ ਸਿੱਖ ਜੂਗਾ, ਆਪਦੀ ਦੇਖਭਾਲ ਕਰਨੀ ਸਿੱਖ ਜੂਗਾ। ਕਹਿਣ ਦਾ ਭਾਵ ਉਹ ਪਹਿਲਾਂ ਡਿਪੈਂਡ ਸੀ ਕਿਸੇ 'ਤੇ, ਹੌਲੀ ਹੌਲੀ ਉਹ ਕੀ ਹੁੰਦਾ ਜਾਊਗਾ, ਇੰਡੀਪੈਂਡੈਂਟ ਹੁੰਦਾ ਚਲਾ ਜਾਵੇਗਾ, ਮਤਲਬ ਕਿ ਉਹ ਸੈਲਫ ਰਿਲਾਇੰਸ ਵੱਲ ਚਲਾ ਜਾਵੇਗਾ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਉਹ ਨਿਰਭਰਤਾ ਤੋਂ ਸਵੈ ਨਿਰਭਰਤਾ ਵੱਲ ਜਾਂਦਾ ਹੈ। ਅਤੇ ਇਹ ਜਿਹੜਾ ਵਿਕਾਸ ਹੈ ਨਾ, ਇਹ ਕੁੱਖ ਤੋਂ ਸ਼ੁਰੂ ਹੋ ਕੇ, ਠੀਕ ਹੈ, ਮਤਲਬ ਕਿ ਬੱਚੇ ਨੇ ਜਨਮ ਵੀ ਨਹੀਂ ਚਾਹੇ ਹਾਲੇ ਲਿਆ, ਉਹ ਗਰਭ ਅਵਸਥਾ ਦੇ ਵਿੱਚ ਹੈ, ਤਾਂ ਉੱਥੇ ਤੋਂ ਹੀ ਸ਼ੁਰੂ ਹੋ ਗਿਆ, ਉਸ ਦੀਆਂ ਕਿਰਿਆਵਾਂ ਉੱਥੇ ਤੋਂ ਹੀ ਚੱਲਣੀਆਂ ਸ਼ੁਰੂ ਹੋ ਗਈਆਂ। ਅਤੇ ਇਹ ਚੱਲਦਾ ਜੀ ਕਬਰ ਤੱਕ। ਕਹਿਣ ਦਾ ਮਤਲਬ ਇਹ ਹੈ ਕਿ ਇਹ ਬੰਬ ਟੂ ਟੰਬ ਚੱਲਦਾ। ਕਹਿਣ ਦਾ ਭਾਵ ਕਿ ਜਦੋਂ ਬੱਚਾ ਹਲੇ ਕੁੱਖ ਦੇ ਵਿੱਚ, ਉਹ ਤੋਂ ਸ਼ੁਰੂ ਹੋ ਕੇ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਜਾਂਦੀ ਅਤੇ ਉਹ ਕਬਰ ਦੇ ਵਿੱਚ ਨਹੀਂ ਚਲਾ ਜਾਂਦਾ, ਉਦੋਂ ਤੱਕ ਇਹ ਹੁੰਦਾ ਹੀ ਰਹਿੰਦਾ ਹੈ। ਤਾਂ ਇਸੇ ਕਰਕੇ ਅਸੀਂ ਇਹਨੂੰ ਕੀ ਕਹਾਂਗੇ ਕਿ ਇਹ ਇੱਕ ਨਿਰੰਤਰ ਪ੍ਰਕਿਰਿਆ ਹੈ। ਅਤੇ ਜਿਹੜਾ ਇਹ ਹੈ ਜੀ ਵਿਕਾਸ, ਇਹ ਸਰੀਰਕ ਤੌਰ 'ਤੇ ਵੀ ਹੋ ਸਕਦਾ। ਸਰੀਰਕ ਵਿਕਾਸ ਆਖਾਂਗੇ ਜਿਹਨੂੰ ਅਸੀਂ ਬੌਧਾਤਮਕ ਵਿਕਾਸ ਆਖਾਂਗੇ, ਸਮਾਜਿਕ ਵਿਕਾਸ ਆਖਾਂਗੇ, ਭਾਵਨਾਤਮਕ ਵਿਕਾਸ ਆਖਾਂਗੇ। ਇਹਦੀ ਫੁੱਲ ਡਿਟੇਲ ਅਸੀਂ ਅੱਗੇ ਆਖਾਂਗੇ, ਠੀਕ ਹੈ ਜੀ। ਪ੍ਰਗਤੀਸ਼ੀਲ ਹੈ ਇਹ, ਮੁਕਾਬਲਤਨ ਸਥਾਈ ਹੈ, ਠੀਕ ਹੈ। ਪ੍ਰਗਤੀਸ਼ੀਲ ਦਾ ਮੀਨਿੰਗ ਕੀ ਹੈ ਕਿ ਇਹ ਪ੍ਰਗਤੀ ਦੇ ਵਿੱਚ ਰਹਿੰਦਾ, ਅੱਗੇ 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 ਹੀ ਵੱਧਦਾ ਹੈ, ਠੀਕ ਹੈ। ਰਿਵਰਸ ਨਹੀਂ ਹੁੰਦਾ, ਬੈਕ ਨਹੀਂ ਜਾਂਦਾ, ਠੀਕ ਹੈ। ਤਾਂ ਇਹ ਪ੍ਰਗਤੀਸ਼ੀਲ ਹੈ, ਅੱਗੇ ਵੱਧਦਾ ਹੈ। ਮੁਕਾਬਲਤਨ ਕੀ ਇਹ ਸਥਾਈ ਹੈ, ਮਤਲਬ ਆਪਾਂ ਕਹਿ ਸਕਦੇ ਹਾਂ ਵੀ ਕੀ ਇਹ ਮਤਲਬ ਵੀ ਫਿਕਸ ਕਹਿ ਸਕਦੇ ਹਾਂ। ਮੁਕਾਬਲਤਨ ਮਤਲਬ ਉਹ ਦੂਸਰਿਆਂ ਦੇ ਮੁਕਾਬਲੇ ਇਹ ਚੀਜ਼ ਕੀ ਹੈ, ਫਿਕਸ ਆਪਾਂ ਕਹਿ ਸਕਦੇ ਹਾਂ। ਇਸ ਤੋਂ ਬਿਨਾਂ ਉਲਟਾ ਨਹੀਂ ਹੋ ਸਕਦਾ, ਠੀਕ ਹੈ। ਮਤਲਬ ਕਿ ਇਹ ਉਲਟਾ ਨਹੀਂ ਹੋ ਸਕਦਾ, ਕਹਿਣ ਦਾ ਭਾਵ ਇਹ ਰਿਵਰਸ ਫਾਰਮ ਨਹੀਂ ਹੋ ਸਕਦੀ, ਠੀਕ ਹੈ। ਪਰ ਸੋਧਿਆ ਜ਼ਰੂਰ ਜਾ ਸਕਦਾ, ਇਸ ਨੂੰ ਮੋਡੀਫਾਈ ਜ਼ਰੂਰ ਕੀਤਾ ਜਾ ਸਕਦਾ ਹੈ। ਇਸ ਦੀ ਇੰਗਲਿਸ਼ ਵਰਜਨ ਆਪਾਂ ਅੱਗੇ ਨਾਲ ਦੀ ਨਾਲ ਦੇਖਦੇ ਹਾਂ, ਠੀਕ ਹੈ ਜੀ। ਤਾਂ ਇਸ ਨੂੰ ਉਲਟਾ ਨਹੀਂ ਕੀਤਾ ਜਾ ਸਕਦਾ, ਉਲਟਾ ਨਹੀਂ ਕੀਤਾ ਜਾ ਸਕਦਾ, ਪਰ ਸੋਧਿਆ ਜਾ ਸਕਦਾ। ਕਹਿਣ ਦਾ ਭਾਵ ਕੀ ਹੈ, ਇਹ ਕੈਨ ਨਾਟ ਬੀ ਰਿਵਰਸ, ਰਿਵਰਸ ਨਹੀਂ ਹੁੰਦਾ ਵੀ ਜਿਵੇਂ ਨਾ ਮਤਲਬ ਕਿਸੇ ਨੇ ਵਿਕਾਸ ਕਰ ਲਿਆ ਉਸ ਤੋਂ ਪਿੱਛੇ ਨਹੀਂ ਜਾਂਦਾ। ਹਾਂ, ਥੋੜ੍ਹੇ ਬਹੁਤ ਚੇਂਜਸ ਜ਼ਰੂਰ ਆ ਸਕਦੇ ਨੇ, ਮੋਡੀਫਾਈ ਜ਼ਰੂਰ ਹੋ ਸਕਦਾ ਹੈ, ਠੀਕ ਹੈ ਜੀ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ, ਇਹ ਉੱਪਰਲੇ ਪੁਆਇੰਟ ਵੀ ਦੇਖ ਲਓ ਜੀ ਜਿਹੜੇ ਆਪਾਂ ਨੇ ਇਹ ਕੀਤੇ ਸੀ, ਪ੍ਰਗਤੀਸ਼ੀਲ, ਮੁਕਾਬਲਤਨ, ਸਥਾਈ ਯਾਨੀ ਕਿ ਰਿਲੇਟਿਵਲੀ, ਪਰਮਾਨੈਂਟ, ਠੀਕ ਹੈ। ਉਹੀ ਸਭ ਚੀਜ਼ਾਂ ਨੇ ਆਪਾਂ ਜਿਹੜੀਆਂ ਡਿਸਕਸ ਕਰ ਚੁੱਕੇ ਹਾਂ, ਠੀਕ ਹੈ। ਇਸ ਤੋਂ ਬਿਨਾਂ ਇਸ ਦੀ ਹੁਣ ਇੰਗਲਿਸ਼ ਵਰਜਨ ਹੈ ਨੀਚੇ ਬਸ। ਗਿਣਾਤਮਕ ਅਤੇ ਗੁਣਾਤਮਕ ਦੋਨੇ ਹੋ ਸਕਦੇ ਨੇ। ਤੁਹਾਨੂੰ ਕੀ ਦੱਸਿਆ ਸੀ, ਜਿਹੜਾ ਵਾਧਾ ਹੈ ਉਹ ਵਿਕਾਸ ਦੇ ਵਿੱਚ ਹੀ ਇੱਕ ਤਰ੍ਹਾਂ ਵੜ ਗਿਆ ਬਾਅਦ ਵਿੱਚ ਆ ਕੇ। ਪਹਿਲਾਂ ਤਾਂ ਉਹ ਆਪਦੀ ਚਲਾਉਂਦਾ ਸੀ ਪੂਰਾ ਵਾਧਾ, ਕਹਿੰਦਾ ਸੀ ਮੈਂ ਹੀ ਹਾਂ, ਮੈਂ ਅਲੱਗ ਚੀਜ਼ ਹਾਂ, ਮੈਂ ਅਲੱਗ ਚੀਜ਼ ਹਾਂ। ਬਾਅਦ ਦੇ ਵਿੱਚ ਵਿਕਾਸ ਸੀ ਜਿਹੜਾ ਉਹ ਵੱਡਾ ਹੁੰਦਾ ਚਲਾ ਗਿਆ, ਵਾਧਾ ਜਿਹੜਾ ਉਹ ਰੁਕ ਗਿਆ। ਇੱਦਾਂ ਯਾਦ ਕਰ ਲਿਓ, ਠੀਕ ਹੈ। ਵਿਕਾਸ ਸੀ ਜਿਹੜਾ ਵੱਡਾ ਹੁੰਦਾ ਚਲਾ ਗਿਆ, ਵਾਧਾ ਰੁਕ ਗਿਆ, ਅਤੇ ਜਿਹੜਾ ਵਾਧਾ ਸੀ ਉਹ ਆ ਕੇ ਵਿਕਾਸ ਦੇ ਨਾਲ ਹੀ ਰਲ ਗਿਆ, ਠੀਕ ਹੈ। ਇੱਦਾਂ ਇਹਨੂੰ ਯਾਦ ਕਰ ਲਿਓ। ਕਹਿਣ ਦਾ ਭਾਵ ਕੀ ਹੈ, ਇਹ ਕੁਆਂਟੀਟੇਟਿਵ ਅਤੇ ਕੁਆਲੀਟੇਟਿਵ ਦੋਨੇ ਹੋ ਸਕਦਾ ਹੈ, ਠੀਕ ਹੈ। ਜਿਵੇਂ ਆਪਾਂ ਨੂੰ ਉਹਦੇ 'ਚ ਕੀ ਪੜ੍ਹਿਆ ਸੀ ਵੀ ਇਹ ਕੁਆਂਟੀਟੇਟਿਵ ਹੈ, ਮਤਲਬ ਕਿ ਮਾਤਰਾਤਮਕ ਹੈ। ਤਾਂ ਇੱਥੇ ਕੁਆਲਿਟੀ ਦੀ ਵੀ ਗੱਲ ਕਰਨ ਲੱਗ ਗਿਆ। ਇਹ ਕਹਿਣ ਦਾ ਭਾਵ ਇਹ ਗਿਣਾਤਮਕ ਅਤੇ ਗੁਣਾਤਮਕ ਦੋਨੇ ਹੋ ਗਏ, ਠੀਕ ਹੈ ਜੀ। ਤਾਂ ਇਹ ਦੋਨਾਂ ਦੇ ਵਿੱਚ ਸ਼ਾਮਲ, ਦੋਨੇ ਚੀਜ਼ਾਂ ਇਸ ਦੇ ਵਿੱਚ ਸ਼ਾਮਲ ਨੇ, ਜਾਂ ਕਹਿ ਲਓ ਜਿਹੜਾ ਵਿਕਾਸ ਹੈ ਉਹ ਦੋਨੇ ਤਰੀਕੇ ਨਾਲ ਹੋ ਸਕਦਾ ਹੈ।
ਇਹ ਗੁਣਾਤਮਕ ਵੀ ਹੋ ਸਕਦਾ ਹੈ, ਗਿਣਾਤਮਕ ਵੀ ਹੋ ਸਕਦਾ ਹੈ। ਕਹਿਣ ਦਾ ਭਾਵ ਕੁਆਂਟੀਟੇਟਿਵ ਤੇ ਕੁਆਲੀਟੇਟਿਵ ਦੋਨੇ ਹੀ ਹੋ ਸਕਦੇ ਨੇ। ਇਸ ਤੋਂ ਬਿਨਾਂ ਆਪਾਂ ਡਿਸਕਸ ਕਰਦੇ ਹਾਂ, ਜਿਵੇਂ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਕਿ ਜਿਹੜਾ ਵਾਧਾ ਸੀ, ਠੀਕ ਹੈ, ਉਹ ਕੀ ਸੀ, ਇੱਕ ਤੰਗ ਸੰਕਲਪ ਸੀ, ਯਾਨੀ ਕਿ ਆਪਾਂ ਕਹਿ ਸਕਦੇ ਹਾਂ ਨੈਰੋ ਕਨਸੈਪਟ ਸੀ। ਬਟ ਇਹ ਕੀ ਹੋ ਗਿਆ ਜੀ, ਇਹ ਇੱਕ ਬਰੋਡ ਕਨਸੈਪਟ ਹੋ ਗਿਆ। ਕਹਿਣ ਦਾ ਭਾਵ ਇਹ ਇੱਕ ਵਿਆਪਕ ਸੰਕਲਪ ਹੈ, ਮਤਲਬ ਕਿ ਗਰੋਥ ਹੋਈ, ਇਸ ਤੋਂ ਬਿਨਾਂ ਮੈਚਿਓਰਿਟੀ ਹੋਈ, ਲਰਨਿੰਗ ਹੋਈਆਂ, ਇਹ ਸਭ ਚੀਜ਼ਾਂ ਨੂੰ ਆਪਦੇ ਵਿੱਚ ਹੀ ਸਮਾ ਲੈਂਦਾ ਹੈ, ਠੀਕ ਹੈ। ਸਿਖਲਾਈ ਹੋਈ, ਪਰਿਪੱਕਤਾ ਹੋਈ, ਵਾਧਾ, ਇੱਥੇ ਵਾਧਾ ਆਉਣਾ ਸੀ, ਵਾਧਾ, ਠੀਕ ਹੈ। ਤਾਂ ਇਹ ਸਭ ਚੀਜ਼ਾਂ ਨੂੰ ਕੀ ਕਰ ਲੈਂਦੇ ਜੀ, ਆਪਣੀ ਵਿੱਚ ਹੀ ਸਮਾ ਲੈਂਦਾ ਹੈ। ਤਾਂ ਇਸ ਕਰਕੇ ਇਹ ਕੀ ਇੱਕ ਬਰੋਡ ਕਨਸੈਪਟ ਹੈ, ਯਾਨੀ ਕਿ ਵੱਡਾ ਸੰਕਲਪ ਹੈ ਇਹ ਇੱਕ। ਮਤਲਬ ਇਹ ਕਿ ਇਹਨੂੰ ਹੋਰ ਸਮਝੋ, ਮੈਂ ਥੋੜ੍ਹਾ ਜਿਹਾ ਡਿਟੇਲ ਦੇ ਵਿੱਚ ਲੈ ਕੇ ਜਾਂਦਾ ਇਹ ਚੀਜ਼ ਨੂੰ, ਕਿਉਂਕਿ ਇਹ ਬੇਸਿਕ ਹੈ, ਠੀਕ ਹੈ। ਅੱਗੇ ਵਾਲੀਆਂ ਚੀਜ਼ਾਂ ਫਿਰ ਸਮਝ ਆਉਣਗੀਆਂ। ਅਤੇ ਤੁਸੀਂ ਇੱਥੇ ਇਹ ਚੀਜ਼ ਦੇਖੋ, ਇਹ ਸੀ ਜਿਹੜਾ ਇਹ ਵਾਧਾ ਸੀ, ਠੀਕ ਹੈ। ਇਸ ਤੋਂ ਬਿਨਾਂ ਆਪਾਂ ਕਹਿ ਸਕਦੇ ਹਾਂ ਵੀ ਇਹ ਸੀ ਜਿਹੜੀ ਮੈਚਿਓਰਿਟੀ ਸੀ, ਠੀਕ ਹੈ। ਅਲੱਗ ਕਲਰ ਦੇ ਵਿੱਚ ਕਰਦੇ ਹਾਂ ਮੈਚਿਓਰਿਟੀ ਨੂੰ, ਇਹ ਸੀ ਜੀ ਮੈਚਿਓਰਿਟੀ, ਮਤਲਬ ਅਲੱਗ-ਅਲੱਗ ਇਹਨਾਂ ਨੂੰ ਯਾਦ ਰੱਖੀ ਚਲੋ। ਇਹ ਵਾਧਾ ਸੀ ਹਰੇ ਕਲਰ ਦੇ ਵਿੱਚ, ਫਿਰ ਇਹ ਮੈਚਿਓਰਿਟੀ ਸੀ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ, ਬਾਕੀ ਚੀਜ਼ਾਂ ਜਿਵੇਂ ਲਰਨਿੰਗ ਆ ਗਈ, ਠੀਕ ਹੈ। ਲਰਨਿੰਗ ਨੂੰ ਇੱਥੇ ਲੈ ਲਓ ਇੱਦਾਂ, ਇਹ ਲਰਨਿੰਗ ਆ ਗਈ। ਇਹ ਤਿੰਨ ਚੀਜ਼ਾਂ ਨੇ ਜੀ ਵਾਧਾ, ਠੀਕ ਹੈ। ਇਸ ਤੋਂ ਬਾਅਦ ਪਰਿਪੱਕਤਾ, ਮੈਚਿਓਰਿਟੀ ਕਹਿ ਲਓ, ਲਰਨਿੰਗ ਕਹਿ ਲਓ, ਅਤੇ ਉਸ ਤੋਂ ਬਾਅਦ ਇਹਨਾਂ ਸਾਰਿਆਂ ਦਾ ਵਾਪ ਆ ਗਿਆ, ਠੀਕ ਹੈ, ਜਿਸ ਨੂੰ ਅਸੀਂ ਨੇ ਕੀ ਕਹਿਤਾ ਕਿ ਇਹ ਹੈ ਜੀ ਡਿਵੈਲਪਮੈਂਟ। ਤਾਂ ਡਿਵੈਲਪਮੈਂਟ ਨੇ ਇਹ ਸਾਰੀਆਂ ਚੀਜ਼ਾਂ ਨੂੰ ਵਿੱਚ ਕਵਰ ਕਰ ਲਿਆ, ਠੀਕ ਹੈ। ਤਾਂ ਹੁਣ ਸਮਝ ਗਏ ਨਾ ਵੀ ਇਹ ਕੀ ਇੱਕ ਵੱਡਾ ਕਨਸੈਪਟ। ਹੁਣ ਤੁਸੀਂ ਇਹ ਡਾਇਗਰਾਮ ਨੂੰ ਦੇਖ ਕੇ ਦੱਸੋ ਵੀ ਜਿਹੜਾ ਆਪਣੇ ਕੋਲ ਉਹ ਸੀ, ਜਿਹੜਾ ਆਪਣੇ ਕੋਲ ਵਾਧਾ ਸੀ, ਇਹ ਡੱਕ ਕਨਸੈਪਟ ਸੀ, ਮਤਲਬ ਇਹ ਛੋਟਾ ਕਨਸੈਪਟ ਸੀ, ਇਹ ਵੀ ਛੋਟਾ ਕਨਸੈਪਟ ਹੈ, ਇਹ ਵੀ ਛੋਟਾ ਕਨਸੈਪਟ, ਇਹ ਇੱਕ ਵੱਡਾ ਕਨਸੈਪਟ, ਇਹਨੇ ਸਾਰੀਆਂ ਚੀਜ਼ਾਂ ਨੂੰ ਹੀ ਢੱਕ ਲਿਆ, ਠੀਕ ਹੈ। ਤਾਂ ਇੱਦਾਂ ਇਹ ਚੀਜ਼ਾਂ ਨੇ ਜਿਹੜੀਆਂ ਕਵਰ ਹੋ ਗਈਆਂ। ਇਸ ਤੋਂ ਬਾਅਦ ਅਸੀਂ ਸਮਝਦੇ ਹਾਂ ਜੀ ਇਸ ਦੇ ਕੁਝ ਪ੍ਰਿੰਸੀਪਲ ਨੇ, ਯਾਨੀ ਕਿ ਵਿਕਾਸ ਦੇ ਕਹਿ ਲਓ, ਪ੍ਰਗਤੀ ਦੇ ਕਹਿ ਲਓ, ਠੀਕ ਹੈ। ਇਸ ਦੇ ਕੁਝ ਪ੍ਰਿੰਸੀਪਲਸ ਨੇ, ਇਹਨਾਂ ਪ੍ਰਿੰਸੀਪਲਾਂ ਦੇ ਵਿੱਚੋਂ ਵੀ ਕਈ ਵਾਰ ਪ੍ਰਸ਼ਨ ਜਿਹੜਾ ਉਹ ਬਣਦਾ ਹੈ। ਤਾਂ ਇੰਪੋਰਟੈਂਟ ਚੀਜ਼ਾਂ ਨੇ, ਨਾਲ ਦੀ ਨਾਲ ਨੋਟ ਜ਼ਰੂਰ ਕਰਿਓ ਜਿਹੜਿਆਂ ਕੋਲ ਇਹ ਚੀਜ਼ ਦੇ ਨੋਟਸ ਨਹੀਂ ਬਣੇ ਹੋਏ, ਠੀਕ ਹੈ ਜੀ। ਕੰਟੀਨਿਊਟੀ ਯਾਨੀ ਕਿ ਲਗਾਤਾਰਤਾ, ਠੀਕ ਹੈ। ਬੰਬ ਟੂ ਟੁੰਬ ਦੀ ਗੱਲ ਕੀਤੀ ਗਈ ਹੈ, ਜਿਵੇਂ ਆਪਾਂ ਕਰ ਚੁੱਕੇ ਹਾਂ, ਮਤਲਬ ਕਿ ਇਹ ਲਗਾਤਾਰ ਚੱਲਦਾ ਹੀ ਰਹੇਗਾ, ਕਿਤੇ ਨਹੀਂ ਰੁਕਦਾ, ਪੂਰੀ ਜ਼ਿੰਦਗੀ ਦਾ ਪ੍ਰੋਸੈਸ ਹੈ ਇਹ, ਲਾਈਫ ਲੌਂਗ ਪ੍ਰੋਸੈਸ ਹੈ, ਇੱਦਾਂ ਵੀ ਕਿਹਾ ਜਾ ਸਕਦਾ ਹੈ, ਠੀਕ ਹੈ। ਤਾਂ ਲਾਈਫ ਲੌਂਗ ਪ੍ਰੋਸੈਸ ਹੈ, ਇਹ ਚੀਜ਼ ਆਪਾਂ ਡਿਸਕਸ ਕਰ ਲਈ ਹੈ। ਇਸ ਤੋਂ ਬਿਨਾਂ ਆਪਾਂ ਕੁਝ ਇਹਦੇ ਬਾਰੇ ਹੋਰ ਚੀਜ਼ਾਂ ਡਿਸਕਸ ਕਰਾਂਗੇ, ਜਿਵੇਂ ਕਿ ਗੱਲ ਕੀਤੀ ਜਾਂਦੀ ਹੈ ਯੂਨੀਫਾਰਮ ਪੈਟਰਨ ਦੀ। ਤਾਂ ਯੂਨੀਫਾਰਮ ਪੈਟਰਨ ਦੇ ਵਿੱਚ ਦਾ ਮੀਨਿੰਗ ਹੁੰਦਾ ਜੀ ਏਕ ਰੂਪਤਾ, ਮਤਲਬ ਕਿ ਇਸ ਦਾ ਜਿਹੜਾ ਪੈਟਰਨ ਹੈ ਉਹ ਤਾਂ ਇੱਕੋ ਜਿਹਾ ਹੋ ਸਕਦਾ ਹੈ, ਮਤਲਬ ਕਿ ਕਹਿ ਸਕਦੇ ਹਾਂ ਕਿ ਇਸ ਦੇ ਵਿੱਚ ਜਿਵੇਂ ਹਰਲੋਕ ਗੱਲ ਕਰਦਾ, ਉਹ ਕਹਿੰਦਾ ਵੀ ਇਹ ਪ੍ਰੋਗਰੈਸਿਵ ਵੀ ਹੋਊਗਾ, ਆਰਡਰਲੀ ਹੋਊਗਾ, ਇਸ ਤੋਂ ਬਿਨਾਂ ਪ੍ਰੈਡਿਕਟੇਬਲ ਹੋਊਗਾ, ਇਹ ਚੀਜ਼ ਦੀ ਗੱਲ ਕਰਦਾ ਹੈ। ਇਸ ਤੋਂ ਬਿਨਾਂ ਇਹਨੂੰ ਥੋੜ੍ਹਾ ਜਿਹਾ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਦਾ ਵੀ ਯੂਨੀਫਾਰਮ ਪੈਟਰਨ ਦਾ ਮੀਨਿੰਗ ਕੀ ਹੈ। ਮਤਲਬ ਕਿ ਸਾਰਿਆਂ ਦੇ ਵਿੱਚ ਪੈਟਰਨ ਇੱਕੋ ਜਿਹਾ ਚੱਲੇਗਾ। ਯੂਨੀਫਾਰਮ ਦਾ ਮਤਲਬ ਇੱਕ ਰੂਪਤਾ, ਪੈਟਰਨ ਮਤਲਬ ਆਪਾਂ ਕੁਛ ਕਹਿ ਸਕਦੇ ਹਾਂ ਵੀ ਇੱਕ ਢਾਂਚਾ, ਹੈ ਨਾ, ਸਟਰਕਚਰ, ਸੰਰਚਨਾ, ਜਾਂ ਕਹਿ ਲਓ ਪੂਰਾ ਇੱਕ ਰੂਪ ਰੇਖਾ, ਠੀਕ ਹੈ। ਤਾਂ ਇਹ ਦਾ ਮਤਲਬ ਇਹੀ ਹੈ, ਜਿਵੇਂ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਕਰੀਪਿੰਗ, ਠੀਕ ਹੈ ਜੀ। ਕਰੀਪਿੰਗ ਤੋਂ ਬਾਅਦ ਹਰੇਕ ਬੱਚਾ ਜਿਹੜਾ ਉਹ ਕੀ ਕਰੇਗਾ ਜੀ, ਕ੍ਰੋਲਿੰਗ ਕਰੇਗਾ, ਕਰਾਲਿੰਗ ਕਹਿ ਲਓ, ਕਰਾਲਿੰਗ, ਠੀਕ ਹੈ। ਇਸ ਤੋਂ ਬਿਨਾਂ ਕਰਾਲਿੰਗ ਤੋਂ ਬਾਅਦ ਹਰੇਕ ਜਿਹੜਾ ਬੱਚਾ ਹੈ ਉਹ ਵਾਕਿੰਗ ਕਰੇਗਾ, ਮਤਲਬ ਚੱਲਣਾ ਸਿੱਖੇਗਾ। ਕਹਿਣ ਦਾ ਭਾਵ ਕੀ ਹੈ, ਇਹਨੂੰ ਮੈਂ ਥੋੜ੍ਹਾ ਜਿਹਾ ਇੱਦਾਂ ਦੱਸਦਾ। ਕਰੀਪਿੰਗ ਦਾ ਮੀਨਿੰਗ ਕੀ ਹੈ ਵੀ ਹਰੇਕ ਬੱਚਾ, ਚਾਹੇ ਉਹ ਦੁਨੀਆ ਦੇ ਵਿੱਚ ਕੋਈ ਵੀ ਬੱਚਾ ਹੈ, ਪੂਰੀ ਦੁਨੀਆ ਦੇ ਸਾਰੇ ਬੱਚੇ ਕੀ ਕਰਨਗੇ, ਸਭ ਤੋਂ ਪਹਿਲਾਂ ਉਹ ਪੇਟ ਦੇ ਭਾਰ ਰੁੜਨਾ ਸਿੱਖਣਗੇ, ਠੀਕ ਹੈ। ਫਿਰ ਪਹਿਲਾਂ ਤਾਂ ਦੇਖੋ ਪੇਟ ਦੇ ਭਾਰ ਮਤਲਬ ਐਵੇਂ ਵੈਸੇ ਜਿਵੇਂ ਮੰਜੇ 'ਤੇ ਸੀ ਉਹ ਐਵੇਂ ਬੈਠੇ ਮਤਲਬ ਐਵੇਂ ਪਾਇਆ ਹੋਇਆ ਸੀ ਬੱਚਾ, ਉਹ ਉਲਟਣਾ ਸਿੱਖ ਗਿਆ, ਐਵੇਂ ਪਲਟਣਾ ਸਿੱਖ ਗਿਆ ਆਪਦੇ ਆਪ ਨੂੰ। ਤਾਂ ਉਹ ਪਹਿਲਾਂ ਪੇਟ ਦੇ ਵੱਲ ਹੋਣਾ ਸਿੱਖ ਗਿਆ, ਫਿਰ ਉਹ ਗੋਡਿਆਂ ਦੇ ਵੱਲ ਥੋੜ੍ਹਾ ਜਿਹਾ ਐਵੇਂ ਰੁੜ ਕੇ ਅੱਗੇ ਰਿਸਕਣਾ ਸਿੱਖ ਜਾਂਦਾ ਹੈ। ਇਸ ਤੋਂ ਬਾਅਦ ਉਹ ਵਾਕਿੰਗ ਯਾਨੀ ਕਿ ਆਪਣੇ ਪੈਰਾਂ ਦੇ ਉੱਤੇ ਉਸਦਾ ਵਜਨ ਆਉਣ ਲੱਗ ਗਿਆ ਅਤੇ ਉਸਨੇ ਮਤਲਬ ਤੁਰਨਾ ਸਿੱਖ ਲਿਆ। ਤਾਂ ਇਹ ਪੈਟਰਨ ਤੁਹਾਨੂੰ ਕੀ ਲੱਗਦਾ ਵੀ ਸਾਰਿਆਂ 'ਚ ਇੱਕੋ ਜਿਹਾ ਹੋਊਗਾ ਨਾ। ਤਾਂ ਇਹੀ ਗੱਲ ਕੀਤੀ ਗਈ ਹੈ ਯੂਨੀਫਾਰਮ ਪੈਟਰਨ ਦੀ, ਮਤਲਬ ਕਿ ਸਾਰਿਆਂ 'ਚ ਪੈਟਰਨ ਇੱਕੋ ਜਿਹਾ ਹੋਊਗਾ। ਕੋਈ ਦੁਨੀਆ ਦਾ ਬੱਚਾ ਨਹੀਂ ਹੋਣਾ ਵੀ ਜਿਹੜਾ ਪਹਿਲਾਂ ਤੁਰਨਾ ਸਿੱਖ ਗਿਆ ਹੋਵੇ, ਉਸ ਤੋਂ ਬਾਅਦ 2 ਸਾਲਾਂ ਬਾਅਦ ਕਹਿ ਦੇ ਨਾ ਮੈਂ ਤਾਂ ਤੁਰ ਕੇ ਥੱਕ ਗਿਆ, ਮੈਂ ਤਾਂ ਹੁਣ ਰੁੜਿਆ ਕਰੂੰਗਾ, ਇੱਦਾਂ ਥੋੜ੍ਹੀ ਹੋਊਗਾ। ਤਾਂ ਯੂਨੀਫਾਰਮ ਪੈਟਰਨ ਦਾ ਇਹ ਮੀਨਿੰਗ ਹੈ, ਇਹ ਚੀਜ਼ ਡਿਵੈਲਪਮੈਂਟ ਦਾ ਇੱਕ ਕਰੈਕਟਰਿਸਟਿਕ ਹੈ, ਸਿਧਾਂਤ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਜੀ ਇੰਡੀਵਿਜੂਅਲ ਡਿਫਰੈਂਸਿਸ, ਮਤਲਬ ਕਿ ਕੁਝ ਭਿੰਨਤਾਵਾਂ ਸਾਰਿਆਂ ਦੇ ਵਿੱਚ ਹੁੰਦੀਆਂ ਨੇ। ਹੋ ਸਕਦਾ ਵੀ ਕੋਈ ਬੱਚਾ ਘੱਟ ਸਮਾਂ ਰੁੜੇ, ਛੇਤੀ ਤੁਰਨਾ ਸਿੱਖ ਜੇ, ਹੋ ਸਕਦਾ ਕੋਈ ਜ਼ਿਆਦਾ ਸਮਾਂ ਰੁੜਦਾ ਰਹੇ, ਮਤਲਬ ਹੈ ਨਾ ਵੀ ਰੁੜਨਾ ਜ਼ਿਆਦਾ ਟਾਈਮ ਕਰਦਾ ਰਹੇ, ਰੁੜਨ ਵਾਲੀ ਪ੍ਰਕਿਰਿਆ। ਇਸ ਤੋਂ ਬਿਨਾਂ ਵੀ ਉਹ ਜਿਹੜਾ ਮਤਲਬ ਕੀ ਕਹਿ ਸਕਦੇ ਆਪਾਂ ਵੀ ਚੱਲਣਾ ਬਾਅਦ ਦੇ ਵਿੱਚ ਸਿੱਖੇ। ਅਤੇ ਇਸ ਤੋਂ ਬਿਨਾਂ ਇੱਥੇ ਇੱਕ ਗੱਲ ਹੋਰ ਆ ਜਾਂਦੀ, ਉਹ ਚੀਜ਼ ਮੈਂ ਡਿਸਕਸ ਕਰਦਾ। ਜਿਹੜਾ ਹਰਲੋਕ ਹੈ ਨਾ, ਉਹ ਕੀ ਆਖਦਾ
ਕਹਿੰਦਾ ਵੀ ਬੱਚੇ ਦੇ ਵਿੱਚ ਪ੍ਰੋਡਿਕਸ਼ਨ ਜਿਹੜੀ ਕੀਤੀ ਜਾ ਸਕਦੀ ਹੈ, ਇਹ ਪੁਆਇੰਟ ਆਪਾਂ ਡਿਸਕਸ ਕਰੀ ਲੈਂਦੇ ਹਾਂ। ਠੀਕ ਹੈ, ਜਿਹੜੀ ਸ਼ਿਸ਼ੂ ਵਾਲ ਅਵਸਥਾ ਹੈ, ਠੀਕ ਹੈ, ਇਸ ਦੇ ਬਾਰੇ ਆਖਦਾ ਹੈ ਹਰਲੋਕ ਸੰਭਾਵਿਕ ਹੈ ਇਹ, ਮਤਲਬ ਕਿ ਪ੍ਰੈਡਿਕਟੇਬਲ ਹੈ। ਕਹਿਣ ਦਾ ਮੀਨਿੰਗ ਇਹ ਹੈ ਵੀ ਇੰਡੀਵਿਜੂਅਲ ਡਿਫਰੈਂਸ ਦੇ ਬੇਸ 'ਤੇ, ਮਤਲਬ ਇਹ ਦੋਨੇ ਪੁਆਇੰਟਾਂ ਡਿਸਕਸ ਕਰ ਰਹੀਆਂ ਮੈਂ, ਇੰਡੀਵਿਜੂਅਲ ਡਿਫਰੈਂਸ ਨੂੰ ਵੀ ਅਤੇ ਪ੍ਰੈਡਿਕਟੇਬਲ ਨੂੰ ਵੀ। ਇਹਦਾ ਮੀਨਿੰਗ ਇਹ ਹੈ, ਉਹ ਕੀ ਆਖਦਾ, ਕਹਿੰਦਾ ਆਪਾਂ ਪ੍ਰੈਡਿਕਟ ਕਰ ਸਕਦੇ ਹਾਂ ਉਹਦੇ ਇੰਡੀਵਿਜੂਅਲ ਡਿਫਰੈਂਸਿਸ ਨੂੰ ਦੇਖ ਕੇ। ਜਿਵੇਂ ਕਿ ਉਹ ਗੱਲ ਕਰਦੇ, ਕਹਿੰਦਾ 13 ਮਹੀਨਿਆਂ ਦਾ ਜੇ ਕੋਈ ਬੱਚਾ, ਠੀਕ ਹੈ, ਉਹ ਤੁਰਨਾ ਸਿੱਖ ਜੇ ਤਾਂ ਮੈਂ ਕਹੂੰਗਾ ਵੀ ਉਹ ਕੀ ਇੱਕ ਗਿਫਟਡ ਚਾਈਲਡ ਹੈ, ਮਤਲਬ ਕਿ ਉਹ ਪ੍ਰਤਿਭਾਸ਼ਾਲੀ ਬਣੂਗਾ। ਠੀਕ ਹੈ, ਇਸ ਤੋਂ ਬਿਨਾਂ ਕਹਿੰਦਾ ਜੇਕਰ ਹੋ ਸਕਦਾ ਵੀ ਉਹ 22-23 ਮਹੀਨਿਆਂ ਤੱਕ ਤੁਰਨਾ ਵੀ ਨਹੀਂ ਸਿੱਖਿਆ ਤਾਂ ਉੱਥੇ ਕਹਿੰਦਾ ਮੈਂ ਕੀ ਕਹੂੰਗਾ ਵੀ ਇਹ ਕੀ ਹੋਏਗਾ, ਪਛੜਿਆ ਹੋਇਆ ਬੱਚਾ ਹੋਏਗਾ। ਤਾਂ ਉਹ ਇਸ ਤਰ੍ਹਾਂ ਪ੍ਰੈਡਿਕਟ ਕਰ ਰਿਹਾ ਹੈ। ਠੀਕ ਹੈ, ਕੁਝ ਸੰਭਾਵਨਾਵਾਂ ਨੇ ਜਿਹੜੀਆਂ ਉਹ ਲਗਾ ਰਿਹਾ ਹੈ। ਠੀਕ ਹੈ ਜੀ, ਅਤੇ ਇੰਡੀਵਿਜੂਅਲ ਡਿਫਰੈਂਸ ਦੇ ਬੇਸ 'ਤੇ ਹੀ ਇਹ ਸੰਭਾਵਨਾਵਾਂ ਲਗਾਈਆਂ ਜਾ ਸਕਦੀਆਂ ਨੇ, ਮਤਲਬ ਕਿ ਥੋੜ੍ਹੀਆਂ ਵਿਅਕਤੀਗਤ ਭਿੰਨਤਾਵਾਂ ਸਾਰਿਆਂ ਦੇ ਵਿੱਚ ਹੀ ਹੁੰਦੀਆਂ ਨੇ। ਇਸ ਤੋਂ ਬਿਨਾਂ ਪ੍ਰੈਡਿਕਟੇਬਲ ਦੇ ਵਿੱਚ ਇਹ ਚੀਜ਼ ਵੀ ਆ ਜਾਂਦੀ ਵੀ ਇਹ ਪ੍ਰੈਡਿਕਟ ਕੀਤਾ ਜਾ ਸਕਦਾ ਹੈ ਕੋਈ ਬੱਚਾ ਪਹਿਲਾਂ ਸ਼ਿਸ਼ੂ ਅਵਸਥਾ 'ਚ ਹੈ, ਫਿਰ ਉਹ ਬਾਲ ਅਵਸਥਾ 'ਚ ਜਾਊਗਾ, ਪੂਰਵ ਬਾਲ ਉੱਤਰ ਬਾਲ ਅਵਸਥਾ, ਇਸ ਤੋਂ ਬਾਅਦ ਉਹ ਕਿਸ਼ੋਰ ਅਵਸਥਾ 'ਚ ਜਾਊਗਾ, ਬਾਲਗ ਹੋਊਗਾ, ਬੁੱਢਾ ਹੋਊਗਾ। ਮਤਲਬ ਇਸ ਤਰ੍ਹਾਂ ਇਨਸਾਨ ਦੀ ਮਤਲਬ ਪੂਰੇ ਵਿਕਾਸ ਨੂੰ ਪ੍ਰੈਡਿਕਟ ਕੀਤਾ ਜਾ ਸਕਦਾ ਹੈ। ਠੀਕ ਹੈ ਜੀ, ਇਸ ਤੋਂ ਬਿਨਾਂ ਆ ਜਾਂਦਾ ਜੀ ਜਨਰਲ ਟੂ ਸਪੈਸੀਫਿਕ। ਇਹ ਇੱਕ ਖਾਸ ਚੀਜ਼ ਬਣ ਜਾਂਦੀ ਹੈ। ਜਨਰਲ ਦਾ ਮੀਨਿੰਗ ਹੁੰਦਾ ਵੀ ਪਹਿਲਾਂ ਉਹ ਆਮ ਤੌਰ 'ਤੇ ਆਪਣੇ ਪੂਰੇ ਸਰੀਰ ਨੂੰ, ਠੀਕ ਹੈ, ਇਹਨੂੰ ਜਨਰਲ ਦਾ ਮੀਨਿੰਗ ਇਹ ਸਮਝੋ ਵੀ ਉਹ ਜਨਰਲੀ ਆਪਣੇ ਪੂਰੇ ਸਰੀਰ ਨੂੰ ਹਿਲਾਉਣਾ ਸਿੱਖ ਰਿਹਾ ਬੱਚਾ ਪਹਿਲਾਂ। ਠੀਕ ਹੈ, ਪਹਿਲਾਂ ਉਹ ਆਪਣੀ ਪੂਰੀ ਧੜ ਨੂੰ ਕੀ ਕਰਨਾ, ਸੰਭਾਲਣਾ ਸਿੱਖੂਗਾ। ਉਸ ਤੋਂ ਬਾਅਦ ਉਹ ਆਪਣੀਆਂ ਬਾਹਾਂ ਨੂੰ ਸੰਭਾਲਣਾ ਸਿੱਖ ਲੂਗਾ। ਬਾਹਾਂ ਤੋਂ ਬਾਅਦ ਉਹ ਬਾਹਾਂ ਦੇ ਜੋੜਾਂ ਨੂੰ ਮੋੜਨਾ ਸਿੱਖ ਜੂਗਾ। ਬਾਹਾਂ ਦੇ ਜੋੜ ਨੂੰ ਮੋੜਨਾ ਸਿੱਖ ਕੇ ਉਸ ਤੋਂ ਬਾਅਦ ਉਹ ਆਪਣੇ ਹੱਥ ਦਾ ਜਿਹੜਾ ਗੁੱਟ ਹੈ ਉਹਨੂੰ ਮੋੜਨਾ ਸਿੱਖ ਜੂਗਾ। ਉਸ ਤੋਂ ਬਾਅਦ ਹੱਥ ਦੀਆਂ ਜਿਹੜੀਆਂ ਉਂਗਲਾਂ ਨੇ ਉਹ ਸਾਰੀਆਂ ਉਂਗਲਾਂ ਨੂੰ ਇਕੱਠੀ ਮੋੜਿਆ ਕਰੂਗਾ। ਫਿਰ ਉਸ ਤੋਂ ਬਾਅਦ ਉਹ ਕੱਲੀ ਉਂਗਲ ਨੂੰ ਮੋੜਨਾ ਸਿੱਖ ਜੂਗਾ, ਕੱਲੀ ਉਂਗਲ ਨੂੰ ਮੋੜਨਾ ਸਿੱਖ ਜੂਗਾ। ਉਸ ਤੋਂ ਬਾਅਦ ਉਹ ਉਂਗਲਾਂ ਦੇ ਜੋੜਾਂ ਨੂੰ ਵੀ ਮੋੜਨਾ ਸਿੱਖ ਜੂਗਾ। ਤੁਸੀਂ ਦੇਖੋ ਵੀ ਇਹ ਕੀ ਸੀ, ਆਮ ਚੀਜ਼ ਸੀ, ਮਤਲਬ ਕਿ ਉਸਨੇ ਪਹਿਲਾਂ ਆਪਣੇ ਪੂਰੇ ਸਰੀਰ ਦੇ ਉੱਤੇ ਕੀ ਕੀਤਾ, ਅਲੱਗ-ਅਲੱਗ ਕਿਰਿਆਵਾਂ ਕੀਤੀਆਂ। ਪਹਿਲਾਂ ਉਸਨੇ ਆਪਣੇ ਪੂਰੇ ਸਰੀਰ ਨੂੰ ਸੰਭਾਲਣਾ ਸਿੱਖਿਆ, ਫਿਰ ਹੌਲੀ-ਹੌਲੀ ਉਹ ਬਾਂਹ 'ਤੇ ਆਇਆ, ਪੂਰੀ ਬਾਂਹ ਹਿਲਾਉਣੀ ਸਿੱਖ ਗਿਆ। ਫਿਰ ਉਹ ਬਾਂਹ ਦਾ ਹੌਲੀ-ਹੌਲੀ ਜੋੜ ਮੋੜਨਾ ਸਿੱਖ ਗਿਆ। ਬਾਂਹ ਤੋਂ ਬਾਅਦ ਫਿਰ ਹੱਥ 'ਤੇ ਆਇਆ, ਹੱਥ ਤੋਂ ਬਾਅਦ ਕੱਲੀਆਂ ਉਂਗਲਾਂ 'ਤੇ ਆਇਆ। ਇਸ ਤਰ੍ਹਾਂ ਤੁਸੀਂ ਸੋਚੋ ਵੀ ਇਹ ਕੀ ਸੀ, ਇੱਕ ਆਮ ਚੀਜ਼ ਸੀ, ਜਨਰਲ ਸੀ। ਜਿਵੇਂ ਜਨਰਲ ਤੋਂ ਉਹ ਕੀ ਕਰ ਰਿਹਾ, ਸਪੈਸੀਫਿਕ ਵੱਲ ਆ ਰਿਹਾ। ਕਹਿਣ ਦਾ ਮੀਨਿੰਗ ਕੀ ਹੈ ਵੀ ਉਸ ਦੀਆਂ ਜਿਹੜੀਆਂ ਛੋਟੀਆਂ ਕਿਰਿਆਵਾਂ ਨੇ ਉਹ ਵੀ ਉਸ ਦੇ ਵਸ ਵਿੱਚ ਹੁੰਦੀਆਂ ਜਾ ਰਹੀਆਂ ਨੇ। ਪਹਿਲਾਂ ਤਾਂ ਉਹਦਾ ਪੂਰਾ ਸਰੀਰ ਹੀ ਵਸ 'ਚ ਨਹੀਂ ਸੀ ਬੱਚੇ ਦਾ, ਉਸਨੇ ਸਰੀਰ ਸੰਭਾਲਣਾ ਸਿੱਖ ਲਿਆ। ਫਿਰ ਮਤਲਬ ਸਰੀਰ ਇੱਕ ਵੱਡੀ ਚੀਜ਼ ਸੀ, ਫਿਰ ਉਹ ਬਾਹਾਂ 'ਤੇ ਆ ਗਿਆ, ਫਿਰ ਹੱਥਾਂ 'ਤੇ ਆ ਗਿਆ, ਫਿਰ ਉਂਗਲਾਂ 'ਤੇ ਆ ਗਿਆ। ਮਤਲਬ ਛੋਟੀ ਚੀਜ਼ ਵੱਲ ਆ ਰਿਹਾ, ਬਰੀਕੀ ਦੇ ਵਿੱਚ ਆ ਰਿਹਾ ਉਹ ਵੱਡੀ ਚੀਜ਼ ਤੋਂ। ਤਾਂ ਇਹਨੂੰ ਅਸੀਂ ਜਨਰਲ ਟੂ ਸਪੈਸੀਫਿਕ ਆਖਾਂਗੇ। ਇਸ ਤੋਂ ਬਿਨਾਂ ਗੱਲ ਆਉਂਦੀ ਹੈ ਜੀ ਇੰਟੀਗ੍ਰੇਸ਼ਨ, ਯਾਨੀ ਕਿ ਏਕੀਕਰਨ ਦੀ। ਇਹਦਾ ਮੀਨਿੰਗ ਹੁੰਦਾ ਕਿ ਆਪਣੇ ਸਰੀਰ ਦੀਆਂ ਜਿਹੜੀਆਂ ਸਾਰੇ ਇਹ ਅੰਗ ਨੇ ਹਨ ਆਪਣੇ ਸਰੀਰ ਦੇ, ਉਹ ਆਪਸ ਵਿੱਚ ਕੀ ਨੇ ਜੀ, ਸੰਬੰਧਿਤ ਹੋ ਕੇ ਕੰਮ ਕਰਦੇ ਨੇ। ਸਾਰੀ ਪਾਰਟਸ ਆਫ ਬੋਡੀ ਨੇ ਜਿਹੜੇ ਉਹ ਆਪਾਂ ਯੂਜ਼ ਕਰਦੇ ਹਾਂ। ਠੀਕ ਹੈ ਜੀ, ਤਾਂ ਇਹ ਚੀਜ਼ ਵੀ ਵੱਧਦਾ ਵਿਕਾਸ ਦੇ ਵਿੱਚ ਕਵਰ ਹੁੰਦੀ ਹੈ। ਤਾਂ ਏਕੀਕ੍ਰਿਤ ਜਿਹੜੀ ਇਹ ਚੀਜ਼ ਏਕੀਕਰਨ ਦਾ ਸਿਧਾਂਤ ਇਸਦਾ ਹੈਗੇ ਹੈ। ਇਹਦੇ ਵਿੱਚ ਇਹ ਹੁੰਦਾ ਹੈ ਵੀ ਕਈ ਵਾਰ ਜਿਵੇਂ ਆਪਣੀਆਂ ਦਿਮਾਗ ਹੈ ਨਾ, ਵੀ ਜਿਹੜਾ ਆਪਾਂ ਕੋਈ ਮਤਲਬ ਕੋਈ ਆਪਾਂ ਕੁਛ ਲਿਖ ਰਹੇ ਹਾਂ, ਕੋਈ ਅੱਖਰ ਪਾ ਰਹੇ ਹਾਂ, ਉਹਦੇ ਵਿੱਚ ਆਪਣਾ ਦਿਮਾਗ ਵੀ ਸ਼ਾਮਲ ਹੈ। ਦਿਮਾਗ ਵੀ ਆਪਾਂ ਨੂੰ ਸੰਕੇਤ ਦੇ ਰਹੇ ਵੀ ਇਹਦਾ ਇਹ ਅਰਥ ਨਿਕਲੂਗਾ, ਇਹਨੂੰ ਇੱਦਾਂ ਮੋੜ ਦੇ, ਇੱਧਰ ਮੋੜ ਦੇ। ਆਪਣੇ ਹੱਥ ਉਹਨੂੰ ਮੋੜਨ ਵਿੱਚ ਸਹਾਇਤਾ ਕਰ ਰਹੇ ਨੇ। ਠੀਕ ਹੈ, ਤਾਂ ਸਭ ਚੀਜ਼ਾਂ ਨੇ ਜਿਹੜੀਆਂ ਉਹ ਇਸ ਦੇ ਵਿੱਚ ਕਵਰ ਹੁੰਦੀਆਂ ਨੇ। ਇਸ ਤੋਂ ਬਿਨਾਂ ਇੰਟਰਲੇਟਡ, ਮਤਲਬ ਕਿ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਆਪਣਾ ਜਿਹੜਾ ਮਤਲਬ ਆਪਾਂ ਡਿਵੈਲਪਮੈਂਟ ਦੇ ਅੱਗੇ ਟਾਈਪਸ ਪੜ੍ਹਾਂਗੇ, ਉਹਦੇ ਵਿੱਚ ਕੀ ਹੋਊਗਾ, ਇੱਕ ਹੋਊਗਾ ਫਿਜ਼ੀਕਲੀ, ਠੀਕ ਹੈ, ਅਤੇ ਇਸ ਤੋਂ ਬਿਨਾਂ ਕੋਗਨੀਟਿਵ ਹੋਊਗਾ, ਕੋਗਨੀਟਿਵ ਡਿਵੈਲਪਮੈਂਟ। ਇਸ ਤੋਂ ਬਿਨਾਂ ਸੋਸ਼ਲ ਹੋਊਗਾ ਅਤੇ ਇਮੋਸ਼ਨਲ ਹੋਏਗਾ। ਤਾਂ ਇਹ ਜਿਹੜੀਆਂ ਚੀਜ਼ਾਂ ਹੋਣਗੀਆਂ ਨਾ, PCSE, ਇਹ ਸਭ ਚੀਜ਼ਾਂ ਆਪਸ ਵਿੱਚ ਅੰਤਰ ਸੰਬੰਧਿਤ ਨੇ। ਤਾਂ ਫਿਜ਼ੀਕਲ ਮਤਲਬ ਆਪਣੇ ਸਰੀਰ ਦਾ ਸੰਬੰਧ ਦਿਮਾਗ ਨਾਲ ਵੀ ਹੈ, ਕੋਗਨੀਟਿਵ ਤੌਰ 'ਤੇ ਹੈ ਨਾ। ਇਸ ਤੋਂ ਬਿਨਾਂ ਸਮਾਜ ਨਾਲ ਵੀ ਹੈ, ਸੁਸਾਇਟੀ ਦੇ ਨਾਲ। ਇਸ ਤੋਂ ਬਿਨਾਂ ਆਪਣੇ ਇਮੋਸ਼ਨਲ ਦੇ ਨਾਲ ਵੀ ਹੈ। ਤਾਂ ਇਹ ਚੀਜ਼ਾਂ ਸਾਰੀਆਂ ਕੀ ਨੇ, ਆਪਸ ਵਿੱਚ ਅੰਤਰ ਸੰਬੰਧਿਤ ਨੇ, ਇੰਟਰਲੇਟਡ ਨੇ। ਇਸ ਤੋਂ ਬਿਨਾਂ ਗੱਲ ਕਰਦੇ ਹਾਂ ਅਸੀਂ ਪ੍ਰੈਡਿਕਟੇਬਲ, ਯਾਨੀ ਕਿ ਸੰਭਾਵਕ, ਆਪਾਂ ਡਿਸਕਸ ਕਰ ਚੁੱਕੇ ਹਾਂ ਇਹਦਾ। ਠੀਕ ਹੈ, ਇਸ ਤੋਂ ਬਿਨਾਂ ਡਾਇਰੈਕਸ਼ਨਸ ਇੰਪੋਰਟੈਂਟ ਚੀਜ਼ ਹੈ ਜੀ, ਇੱਥੇ ਤੋਂ ਸਵਾਲ ਬਣਦਾ ਹੈ। ਠੀਕ ਹੈ, ਸਫੈਲੋਕੈਡਲ। ਤਾਂ ਸਫੈਲੋਕੈਡਲ ਦਾ ਕੀ ਮੀਨਿੰਗ ਹੁੰਦਾ ਹੈ, ਇਹਨੂੰ ਤੁਸੀਂ ਇੱਦਾਂ ਸਮਝੋ। ਪਹਿਲਾਂ ਤਾਂ ਇਹਦੇ ਨਾਮ ਦੇ ਬਾਰੇ ਬਹੁਤ ਕਨਫਿਊਜ਼ਨ ਰਹਿੰਦੀ ਹੈ। ਪੰਜਾਬੀ ਦੇ ਵਿੱਚ ਸੇਮ ਟੂ ਸੇਮ ਨਾਮ ਲਿਖੇ ਹੋਏ ਮਿਲਣਗੇ ਜੀ ਤੁਹਾਨੂੰ। ਵੈਸੇ ਇਹਨੂੰ ਅਗਰਬੱਤੀ ਆਪਾਂ ਇੱਦਾਂ ਦਾ ਕੁਛ ਕਹਿ ਸਕਦੇ ਹਾਂ, ਪਰ ਉਹ ਚੀਜ਼ ਚੱਕਰ 'ਚ ਨਾ ਪਿਓ ਪਲੀਜ਼। ਇੱਦਾਂ ਤੁਹਾਨੂੰ ਕੁਛ ਲੱਗਿਆ ਤਾਂ ਇੰਗਲਿਸ਼ ਵਰਜਨ 'ਤੇ ਝਾਤੀ ਮਾਰ ਲਿਓ। ਇੰਗਲਿਸ਼ ਦੇ ਵਿੱਚ ਨਹੀਂ ਨਾਮ ਚੇਂਜ ਹੁੰਦਾ, ਇਸੇ ਤਰ੍ਹਾਂ ਲਿਖਿਆ ਹੋਏਗਾ। ਠੀਕ ਹੈ ਜੀ, ਸਫੈਲੋਕੈਡਲ ਇਹਦਾ ਮੀਨਿੰਗ ਹੁੰਦਾ ਹੈ, ਇੱਦਾਂ ਸਮਝੋ ਜਿਵੇਂ ਇਹ ਮਨੁੱਖ ਦਾ ਇੱਕ ਸਰੀਰ ਹੈ। ਠੀਕ ਹੈ ਜੀ, ਇਹ ਮਨੁੱਖ ਦਾ ਸਰੀਰ ਹੈ। ਇਹ ਸਰੀਰ ਦਾ ਕੀ ਹੈ, ਸਿਸਟਮ ਸਮਝਦੇ ਆਪਾਂ ਪੂਰਾ। ਬੱਚੇ ਦਾ ਜਿਹੜਾ ਵਿਕਾਸ ਹੈ ਉਹ ਉਸਦੇ ਸਿਰ ਤੋਂ, ਯਾਨੀ ਕਿ ਇਹ ਹੈੱਡ ਤੋਂ, ਠੀਕ ਹੈ, ਹੈੱਡ ਤੋਂ ਸ਼ੁਰੂ ਹੋ ਕੇ ਪਹਿਲਾਂ ਉਸਨੇ ਆਪਣੇ ਹੈੱਡ ਨੂੰ ਸੰਭਾਲਣਾ ਸਿੱਖਿਆ, ਗਰਦਨ ਨੂੰ ਸੰਭਾਲਣਾ ਸਿੱਖਿਆ।
ਹੌਲੀ ਹੌਲੀ ਉਹ ਧੜ ਨੂੰ ਸੰਭਾਲਣਾ ਸਿੱਖਦਾ ਹੈ। ਧੜ ਤੋਂ ਬਾਅਦ ਉਹ ਹੌਲੀ ਹੌਲੀ ਪੈਰਾਂ ਨੂੰ ਆਪਣੇ ਹੈ ਨਾ ਲੱਤਾਂ ਨੂੰ ਸੰਭਾਲਣਾ ਸਿੱਖਦਾ ਹੈ। ਲੱਤਾਂ ਦੇ ਪੈਰਾਂ ਨੂੰ ਮਤਲਬ ਲੱਤਾਂ ਫਿਰ ਗੋਡਿਆਂ 'ਤੇ ਆਉਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਹੇਠਾਂ ਪੈਰਾਂ 'ਤੇ ਆ ਜਾਂਦਾ ਹੈ, ਤਾਂ ਪੈਰ ਦੇ ਅੰਗੂਠੇ ਤੱਕ ਆਉਂਦਾ ਉਹ। ਤਾਂ ਸਟਾਰਟ ਕਿੱਥੇ ਤੋਂ ਹੋਇਆ ਜੀ? ਹੈੱਡ ਤੋਂ, ਯਾਨੀ ਕਿ ਸਿਰ ਤੋਂ ਸ਼ੁਰੂ ਹੋ ਕੇ ਉਹ ਪੈਰ ਦੇ ਅੰਗੂਠੇ ਤੱਕ ਚੱਲਦਾ ਹੈ, ਜਿਹਨੂੰ ਅਸੀਂ ਆਖਦੇ ਹਾਂ ਟੋ, ਠੀਕ ਹੈ। ਤਾਂ ਇਹਨੂੰ ਇੱਦਾਂ ਕਿਹਾ ਜਾਂਦਾ ਹੈ ਹੈੱਡ ਟੂ ਟੋ, ਠੀਕ ਹੈ। ਇਹ ਚੀਜ਼ ਆਉਂਦੀ ਹੈ। ਇੱਕ ਤਾਂ ਇਹ ਪੁੱਛਿਆ ਜਾਂਦਾ ਸਫੈਲੋਕਾਈਡਲ ਕਿਸ ਨਾਲ ਸੰਬੰਧਿਤ ਹੈ? ਸਿਰ ਤੋਂ ਪੈਰ ਦੇ ਅੰਗੂਠੇ ਤੱਕ, ਸਿਰ ਤੋਂ ਪੈਰ ਤੱਕ ਕਹਿ ਲਓ, ਜਾਂ ਸਿਰ ਤੋਂ ਪੈਰ ਦੇ ਅੰਗੂਠੇ ਤੱਕ ਕਹਿ ਲਓ, ਠੀਕ ਹੈ। ਇਹ ਚੀਜ਼ ਹੋ ਗਈ। ਅਤੇ ਇਸ ਤੋਂ ਬਿਨਾਂ ਇੱਕ ਚੀਜ਼ ਬਾਕੀ ਵੀ ਉਹ ਡਿਸਕਸ ਕਰਨਾ ਬਣਦਾ ਹੈ, ਪਰ ਉਸ ਤੋਂ ਪਹਿਲਾਂ ਇਹਦੀ ਇੱਕ ਟਰਿਕ ਦੱਸ ਦਿੰਦੇ ਹਾਂ ਤੁਹਾਨੂੰ। ਇਹ ਦੇਖੋ, ਜਦੋਂ ਤੁਸੀਂ ਪੰਜਾਬੀ ਦੇ ਵਿੱਚ ਲਿਖੋਗੇ ਇੱਦਾਂ ਲਿਖਿਆ ਹੋਊਗਾ ਨਾ, ਇਹ ਸੱਸੇ ਨਾਲ ਸਫੈਲੋਕਾਈਡਲ, ਮਤਲਬ ਇਹਨੂੰ ਲਿਖ ਕੇ ਦੇਖੋ ਤੁਸੀਂ, ਠੀਕ ਹੈ। ਤਾਂ ਸੱਸੇ ਤੋਂ ਇਹ ਚੀਜ਼ ਕੀ ਬਣ ਗਈ? ਸਿਰ। ਸੱਸੇ ਨੂੰ ਸਿਹਾਰੀ ਸਿਰ, ਇੱਦਾਂ ਯਾਦ ਰੱਖ ਲਓ ਵੀ ਸਿਰ ਤੋਂ ਪੈਰ। ਸਫੈਲੋਕਾਈਡਲ ਦੀ ਸਪੈਲਿੰਗ ਕਿਵੇਂ ਸ਼ੁਰੂ ਹੋਣਗੇ? ਸੱਸੇ ਤੋਂ। ਤਾਂ ਇਹ ਵਿਕਾਸ ਕਿੱਥੇ ਤੋਂ ਸ਼ੁਰੂ ਹੁੰਦਾ ਹੈ? ਸਿਰ ਤੋਂ ਸ਼ੁਰੂ ਹੋ ਕੇ, ਠੀਕ ਹੈ, ਤਾਂ ਕਿੱਥੇ ਤੱਕ ਚੱਲਦਾ? ਇਹ ਪੈਰਾਂ ਦੇ ਅੰਗੂਠੇ ਤੱਕ ਚੱਲਦਾ ਹੈ, ਯਾਨੀ ਕਿ ਹੈੱਡ ਟੂ ਟੋ ਚੱਲਦਾ ਹੈ, ਠੀਕ ਹੈ ਜੀ। ਇੰਪੋਰਟੈਂਟ ਚੀਜ਼ ਹੈ, ਸਟਾਰ ਲਗਾ ਲਓ ਇਹਦੇ 'ਤੇ, ਬਾਕੀ ਦੇਖਦੇ ਹਾਂ ਵੀ ਇਹ ਸਟਾਰ ਕਿੰਨੇ ਕੁ ਕੰਮ ਦਿੰਦੇ ਨੇ ਪੇਪਰਾਂ 'ਚ ਆਪਾਂ ਨੂੰ। ਇਸ ਤੋਂ ਬਾਅਦ ਹੈ ਜੀ ਪ੍ਰੋਕਸੀਮੋ ਡਿਸਟਲ। ਤਾਂ ਪ੍ਰੋਕਸੀਮੋ ਡਿਸਟਲ ਇਹਨੂੰ ਕੁਛ ਮੱਧਵਰਤੀ ਇੱਦਾਂ ਦਾ ਕੁਛ ਕਹਿ ਦਿੱਤਾ ਜਾਂਦਾ ਪੰਜਾਬੀ 'ਚ, ਪਰ ਉਹ ਟੈਨਸ਼ਨ 'ਚ ਨਾ ਪਾਓ ਪਲੀਜ਼, ਇੰਗਲਿਸ਼ ਵਰਜਨ 'ਤੇ ਜ਼ਰੂਰ ਝਾਤੀ ਮਾਰ ਲਿਓ, ਠੀਕ ਹੈ ਜੀ। ਤਾਂ ਪ੍ਰੋਕਸੀਮੋ ਡਿਸਟਲ, ਤਾਂ ਪ੍ਰੋਕਸੀਮੋ ਡਿਸਟਲ ਦਾ ਮੀਨਿੰਗ ਇਹ ਹੈ, ਇਹ ਮਨੁੱਖ ਨੂੰ ਆਪਾਂ ਦੁਬਾਰਾ ਛਾਪਦੇ ਹਾਂ, ਜਿਹੜਾ ਆਪਾਂ ਨੇ ਪਹਿਲਾਂ ਛਾਪਿਆ ਸੀ। ਹੁਣ ਆਪਾਂ ਇਹਦਾ ਸਿਰ ਜਿਹੜਾ ਉਹ ਸੋਹਣਾ ਜਿਹਾ ਲਵਾਂਗੇ, ਪਹਿਲਾਂ ਤਾਂ ਉਹੀ ਲੈ ਲਿਆ ਸੀ, ਠੀਕ ਹੈ। ਇਹ ਹੋ ਗਿਆ। ਇਸ ਤੋਂ ਬਿਨਾਂ ਇਹ ਇਸ ਦੀ ਧੜ ਹੋ ਗਈ, ਠੀਕ ਹੈ। ਸੋਹਣਾ ਜਿਹਾ ਮਨੁੱਖ ਛਾਪਾਂਗੇ ਇਹਦੀ ਆਪਾਂ। ਇਹ ਇਸ ਤਾਂ ਪੂਰੀ ਮਤਲਬ ਗਰਦਨ ਹੋ ਗਈ ਜੀ, ਠੀਕ ਹੈ। ਅਤੇ ਇਹ ਇਸ ਦੇ ਹੱਥ ਵਗੈਰਾ ਹੋ ਗਏ, ਇਹ ਹੱਥ ਹੋ ਗਏ, ਅਤੇ ਇਹ ਲੱਤਾਂ ਹੋ ਗਈਆਂ। ਤਾਂ ਇਹ ਚੀਜ਼ ਨੂੰ ਆਪਾਂ ਹੁਣ ਸਮਝਦੇ ਹਾਂ, ਠੀਕ ਹੈ। ਪ੍ਰੋਕਸੀਮੋ ਡਿਸਟਲ, ਮੱਧਵਰਤੀ ਵਗੈਰਾ ਇੱਦਾਂ ਦਾ ਕੁਛ ਕਹਿ ਦਿੱਤਾ ਜਾਂਦਾ ਹੈ। ਇਹਦੇ ਵਿੱਚ ਕੀ ਹੁੰਦਾ ਵੀ ਆਪਣਾ ਜਿਹੜਾ ਮਤਲਬ ਕਿ ਮਨੁੱਖ ਦਾ ਵਿਕਾਸ ਹੈ ਨਾ, ਉਹ ਉਸ ਦੇ ਮੱਧ ਤੋਂ, ਮਤਲਬ ਜਿਵੇਂ ਆਪਾਂ ਧੁੰਨੀ ਤੋਂ ਕਹਿ ਸਕਦੇ ਹਾਂ ਨਾ, ਵੀ ਉੱਥੇ ਤੋਂ ਸ਼ੁਰੂ ਹੁੰਦਾ ਹੈ, ਮਤਲਬ ਉਸ ਦੀ ਧੜ ਦੇ ਵਿੱਚੋਂ ਸ਼ੁਰੂ ਹੋਇਆ। ਇੱਥੇ ਤੋਂ ਜਿੱਥੇ ਮੈਂ ਪੁਆਇੰਟ ਲਗਾਏ, ਇੱਥੇ ਤੋਂ ਉਸ ਦਾ ਡਿਵੈਲਪਮੈਂਟ, ਯਾਨੀ ਕਿ ਉਸ ਦਾ ਵਿਕਾਸ ਹੈ ਜਿਹੜਾ, ਉਹ ਸ਼ੁਰੂ ਹੋ ਕੇ ਕਿੱਥੇ ਤੱਕ ਗਿਆ? ਇੱਦਾਂ ਸਿਰ ਨੂੰ ਗਿਆ ਉੱਪਰ, ਠੀਕ ਹੈ। ਇਸ ਤੋਂ ਬਿਨਾਂ ਇੱਧਰ ਫੈਲਿਆ, ਹੱਥਾਂ 'ਚ ਗਿਆ, ਠੀਕ ਹੈ। ਇਸ ਤੋਂ ਬਿਨਾਂ ਨੀਚੇ ਵੱਲ ਗਿਆ। ਤਾਂ ਕਹਿਣ ਦਾ ਭਾਵ ਕੀ ਆ? ਉਹ ਵਿਚਕਾਰ ਤੋਂ ਸ਼ੁਰੂ ਹੋ ਕੇ ਸਾਈਡਾਂ 'ਤੇ ਚੱਲ ਰਿਹਾ। ਇਹਨੂੰ ਅਸੀਂ ਕੀ ਆਖਦੇ ਹਾਂ? ਸੈਂਟਰ ਟੂ ਪੈਰੀਫਰੀ ਆਖ ਸਕਦੇ ਹਾਂ, ਯਾਨੀ ਕਿ ਕਹਿ ਸਕਦੇ ਹਾਂ ਕੇਂਦਰ ਤੋਂ ਬਾਹਰ ਵੱਲ ਕਹਿ ਸਕਦੇ ਹਾਂ। ਇਸ ਤਰ੍ਹਾਂ ਦੇ ਅਲੱਗ-ਅਲੱਗ ਸ਼ਬਦ ਨੇ ਜਿਹੜੇ ਤੁਹਾਨੂੰ ਇਸ ਦੇ ਲਈ ਵਰਤੇ ਹੋਏ ਮਿਲਣਗੇ। ਵਿਚਕਾਰ ਤੋਂ ਆਸੇ ਪਾਸੇ ਕਹਿ ਸਕਦੇ ਹਾਂ, ਨੀਅਰ ਟੂ ਫਾਰ ਕਹਿ ਸਕਦੇ ਹਾਂ, ਇਸ ਤੋਂ ਬਿਨਾਂ ਸੈਂਟਰ ਟੂ ਪੈਰੀਫਰੀ ਕਹਿ ਸਕਦੇ ਹਾਂ, ਕੇਂਦਰ ਤੋਂ ਬਾਹਰ ਵੱਲ ਕਹਿ ਸਕਦੇ ਹਾਂ। ਤਾਂ ਇੱਦਾਂ ਅਲੱਗ-ਅਲੱਗ ਸ਼ਬਦ ਤੁਹਾਨੂੰ ਮਿਲਣਗੇ, ਪਲੀਜ਼ ਉਹਨਾਂ ਨੂੰ ਹੈਂਡਲ ਕਰ ਲਿਓ, ਕਿਉਂਕਿ ਇਹ ਮਨੁੱਖ ਛਾਪਿਆ ਆਪਾਂ ਨੇ, ਇਹਦੀ ਵਿਚਾਰੇ ਦੀ ਇੱਜ਼ਤ ਰੱਖਦੇ, ਜਿਹੜਾ ਇਹ ਮਨੁੱਖ ਆਪਾਂ ਨੇ ਛਾਪਿਆ ਵੀਡੀਓ 'ਚ, ਠੀਕ ਹੈ। ਤਾਂ ਇਹ ਕੀ ਆਖ ਰਿਹਾ? ਕਹਿੰਦਾ ਐਂ ਬਾਹਰ ਵੱਲ ਨੂੰ ਜਾਊਗਾ, ਠੀਕ ਹੈ ਜੀ। ਤਾਂ ਉਹ ਕੀ ਸੀ? ਉੱਪਰ ਤੋਂ ਹੇਠਾਂ ਵੱਲ ਆ ਰਿਹਾ ਸੀ। ਅਤੇ ਕਈ ਵਾਰ ਇਸ ਦੇ ਲਈ ਇੱਕ ਹੋਰ ਸ਼ਬਦ ਵਰਤ ਲਿਆ ਜਾਂਦਾ ਹੈ, ਤੁਸੀਂ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ। ਜਿਹੜਾ ਸਫੈਲੋਕਾਈਡਲ ਪੜ੍ਹਿਆ ਸੀ ਨਾ ਆਪਾਂ ਨੇ, ਇਹ ਦੇਖੋ ਐਂ ਹੀ ਹੈ, ਮਤਲਬ ਲੰਮਾ ਚੱਲ ਰਿਹਾ ਹੈ। ਤਾਂ ਇਸ ਕਰਕੇ ਇਹਨੂੰ ਕਈ ਵਾਰ ਲੌਂਗੀਟਿਊਡਨਲ ਵੀ ਕਹਿ ਦਿੱਤਾ ਜਾਂਦਾ ਹੈ, ਠੀਕ ਹੈ, ਲੰਬਾਤਮਕ ਕਹਿ ਸਕਦੇ ਹਾਂ, ਠੀਕ ਹੈ। ਇਹ ਲੰਬਾ ਐਵੇਂ, ਜਦ ਕਿ ਇਹ ਸੀ ਐਵੇਂ ਫੈਲਿਆ ਹੋਇਆ ਸੀ, ਠੀਕ ਹੈ ਜੀ। ਕਿਹੜਾ ਇਹ ਪ੍ਰੋਕਸੀਮੋ ਡਿਸਟਲ, ਤਾਂ ਇਸ ਕਰਕੇ ਇਸ ਨੂੰ ਅਸੀਂ ਨੀਅਰ ਟੂ ਫਾਰ ਕਹਿ ਸਕਦੇ ਹਾਂ। ਤਾਂ ਇਹ ਚੀਜ਼ਾਂ ਕਈ ਵਾਰ ਸ਼ਬਦ ਨੇ ਅਲੱਗ-ਅਲੱਗ ਵਰਤ ਲਏ ਜਾਂਦੇ ਨੇ, ਇਹ ਚੀਜ਼ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਸ ਤੋਂ ਬਿਨਾਂ ਗੱਲ ਕਰੀਏ ਅਸੀਂ ਡਿਵੈਲਪਮੈਂਟ ਕੀ ਹੈ ਜੀ, ਯਾਨੀ ਕਿ ਵਿਕਾਸ ਜਿਹੜਾ ਉਹ ਕੀ ਹੈ? ਪ੍ਰੋਡਕਟ ਆਫ ਮੈਚੂਰੇਸ਼ਨ ਐਂਡ ਲਰਨਿੰਗ। ਇਹ ਤਾਂ ਮੈਨੂੰ ਲੱਗਦਾ ਡਿਸਕਸ ਕਰਨ ਦੀ ਹੁਣ ਲੋੜ ਰਹਿਣੀ ਨਹੀਂ, ਆਪਾਂ ਡਾਇਗਰਾਮ ਬਣਾ ਕੇ ਵੀ ਸਮਝ ਚੁੱਕੇ ਹਾਂ ਵੀ ਮੈਚਿਓਰੇਸ਼ਨ, ਠੀਕ ਹੈ, ਮੈਚਿਓਰਿਟੀ ਕਹਿ ਲਓ, ਮੈਚਿਓਰਿਟੀ ਅਤੇ ਲਰਨਿੰਗ ਦੋਨਾਂ ਦੀ ਪ੍ਰੋਡਕਟ ਇਹ ਕੀ? ਵਿਕਾਸ, ਠੀਕ ਹੈ ਜੀ। ਦੋਨਾਂ ਦਾ ਮਤਲਬ ਇੱਕ ਵੀ ਦੋਨਾਂ ਦੇ ਗੁਣ ਨੇ ਜਿਹੜੇ, ਪ੍ਰੋਡਕਟ ਦਾ ਮਤਲਬ ਵੈਸੇ ਗੁਣਾ ਹੁੰਦਾ ਹੈ, ਜਾਂ ਕਹਿ ਲਓ ਗੁਣਫਲ ਹੁੰਦਾ ਹੈ, ਤਾਂ ਕਹਿ ਦਿਓ ਵੀ ਦੋਨਾਂ ਦੇ ਗੁਣ ਇਕੱਠੇ ਹੋ ਕੇ ਵਿਕਾਸ 'ਚ ਆ ਗਏ, ਠੀਕ ਹੈ। ਇਸ ਤੋਂ ਬਾਅਦ ਹੈ ਜੀ ਰੇਟ ਆਫ ਡਿਵੈਲਪਮੈਂਟ ਇਜ਼ ਨਾਟ ਯੂਨੀਫਾਰਮ। ਕਹਿਣ ਦਾ ਭਾਵ ਕੀ ਹੈ ਕਿ ਵਿਕਾਸ ਦੀ ਦਰ ਹੌਲੀ ਜਾਂ ਤੇਜ਼ ਹੋ ਸਕਦੀ ਹੈ। ਇਹ ਤਾਂ ਦੇਖੋ ਹੁਣ ਪਤਾ ਹੀ ਹੈ ਜੀ, ਕੋਈ ਬੱਚਾ ਜਲਦੀ ਸਿੱਖਦਾ ਹੈ, ਕੋਈ ਥੋੜ੍ਹਾ ਜਿਹਾ ਸਿੱਖਣ ਦੇ ਵਿੱਚ ਟਾਈਮ ਲਗਾਉਂਦਾ ਹੈ ਨਾ, ਤਾਂ ਇਹ ਸਾਰਿਆਂ ਦੇ ਵਿੱਚ ਅਲੱਗ-ਅਲੱਗ ਹੁੰਦਾ। ਸਿੱਖਣ ਦੀ ਇੱਕ ਐਗਜ਼ਾਮਪਲ ਲੈ ਸਕਦੇ ਆਪਾਂ। ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ, ਜਿਵੇਂ ਤੁਹਾਨੂੰ ਉਸੇ ਦੇ ਵਾਲੀ ਗੱਲ ਦੱਸੀ ਹੈ ਵੀ ਕੈਚਿੰਗ ਪਾਵਰ ਵੀ ਕਿਸੇ ਦੀ ਜ਼ਿਆਦਾ ਹੁੰਦੀ ਹੈ, ਕੋਈ ਸਵਾਲ ਨੂੰ ਛੇਤੀ ਸਿੱਖ ਗਿਆ, ਕਿਸੇ ਦੇ ਕੋਈ ਚੀਜ਼ ਛੇਤੀ ਯਾਦ ਹੋ ਗਈ, ਤਾਂ ਕਿਸੇ ਦਾ ਵਿਕਾਸ ਛੇਤੀ ਹੋ ਗਿਆ, ਠੀਕ ਹੈ। ਕਿ ਕੋਈ ਸੋਸ਼ਲੀ ਜ਼ਿਆਦਾ ਹੁੰਦਾ ਹੈ, ਕੋਈ ਇਮੋਸ਼ਨਲੀ ਸਟਰੋਂਗ ਹੁੰਦਾ ਹੈ। ਤਾਂ ਇਸ ਤਰ੍ਹਾਂ ਅਲੱਗ-ਅਲੱਗ ਪੈਟਰਨ ਹੁੰਦੇ ਨੇ। ਮਤਲਬ ਕਿ ਇਹ ਚੀਜ਼ ਯਾਦ ਰੱਖੋ ਤੁਸੀਂ ਵੀ, ਇਸ ਦਾ ਰੇਟ ਆਫ ਡਿਵੈਲਪਮੈਂਟ ਇਜ਼ ਨਾਟ ਯੂਨੀਫਾਰਮ। ਪੈਟਰਨ ਆਪਾਂ ਨੇ ਪੜ੍ਹਿਆ ਸੀ, ਪੈਟਰਨ ਇੱਕੋ ਜਿਹਾ ਹੋਊਗਾ। ਇਹ ਵਰਡਾਂ ਨੂੰ ਧਿਆਨ ਨਾਲ ਸਮਝਿਓ ਜੀ। ਤਾਂ ਪੈਟਰਨ ਆਪਾਂ ਨੇ ਕੀ ਸਮਝਿਆ ਸੀ ਵੀ ਇੱਕੋ ਜਿਹਾ ਹੋਊਗਾ, ਪਰ ਇਸ ਦਾ ਰੇਟ ਇੱਕੋ ਜਿਹਾ ਨਹੀਂ ਹੈਗਾ। ਮਤਲਬ ਕਿ ਇਹ ਜਿੱਦਾਂ ਆਪਾਂ ਨੇ ਸਮਝ ਲਿਆ ਸੀ, ਪੈਟਰਨ ਦੇ ਵਿੱਚ ਆਪਾਂ ਨੇ ਕੀ ਸਮਝਿਆ ਸੀ ਕਿ ਇਸ ਦਾ ਕੀ ਸਿਸਟਮ ਹੋਊਗਾ, ਇੱਕ ਪੈਟਰਨ ਦਾ। ਇੱਕ ਮਿੰਟ, ਤੁਸੀਂ ਕਿਤੇ ਇਹਨਾਂ ਪੁਆਇੰਟਾਂ ਦੇ ਵਿੱਚ ਉਲਝ ਨਾ ਜਾਇਓ ਵੀ ਆਪਾਂ ਇੱਕ ਤਾਂ ਗੱਲ ਕੀਤੀ ਸੀ ਯੂਨੀਫਾਰਮ ਪੈਟਰਨ ਦੀ,
ठीक है जी। तो इस तो बिना ਆਪਾਂ ਨੇ ਗੱਲ ਕੀਤੀ है ਇੱਥੇ नॉट यूनीफॉर्म ਦੀ। देखो ਇਹਨੂੰ ਆਪਾਂ ਥੋੜਾ ਜਿਹਾ ਸਮਝਦੇ ਹਾਂ, ठीक है जी। ਇਹਨੂੰ ਇਕੱਠਾ ਕਰਕੇ ਸਮਝੋਗੇ ਤੁਸੀਂ ਫਿਰ ਗੱਲ ਇੱਦਾਂ ਹੀ ਬਣੂਗੀ। ਜਿਵੇਂ ਕਿ ਇੱਥੇ ਦੇਖੋ ਜੀ, ਇੱਥੇ यूनीफॉर्म ਪੈਟਰਨ ਦੀ ਗੱਲ ਕੀਤੀ ਗਈ ਹੈ। ਇੱਥੇ ਜਿਹੜਾ ਰੇਟ ਹੈ ਉਸ ਨੂੰ नॉट यूनीफॉर्म ਦੀ ਗੱਲ ਕੀਤੀ ਗਈ ਹੈ। ਕਹਿਣ ਦਾ ਭਾਵ ਕਿ ਪੈਟਰਨ ਸੇਮ ਹੈ। ਬੱਚਾ ਪਹਿਲਾਂ ਕੀ ਕਰੂਗਾ, ਜਿਵੇਂ ਆਪਾਂ ਨੇ ਇੱਥੇ ਗੱਲ ਕੀਤੀ ਸੀ, ਪਹਿਲਾਂ ਉਹ ਕੀ ਸ਼ੁਰੂ ਕਰੂਗਾ ਜੀ, मतलब आप कह सकते हैं पेट के वाल रुड़ना शुरू करूँगा। ठीक है, पेट के वाल रुड़ना शुरू कराया, फिर उसने गोड्या के वजन देना शुरू कराया, रुड़ना सीखिया गोड्या के, फिर वो तुरना सीखिया। ये तो है जी पैटर्न, मतलब कि सारिਆਂ ਦੇ ਵਿੱਚ इदां ही होगा। ठीक है, आप पैटर्न समझ चुके हैं। बट इत्थे गल की गई है रेट है जिहड़ा वो नॉट यूनीफॉर्म दी, रेट इज़ नॉट यूनीफॉर्म। कहंदा भाव वो पेट के वाल किन्ना चिर अगे रिसकिया, ਇਹਦਾ कोई फिक्स टाइम नहीं, कोई घट टाइम कोई वध टाइम। इस तरह गोड्यां दे भार कोई किन्ना चिर रुड़िया, उसका कोई हो सकता बच्चा भी थोड़े जे हफ्ते ही रुड़िया होवे, उस तो बाद एकदम वो चलना सीख गया होवे। तो इत्थे रेट है जिहड़ा वो अलग अलग है, रेट का मीनिंग ये हो गया। ठीक है, इसकी दर है जी अलग अलग है। इस तरह तुरना सीखण तक पहुँचण की जी दर है वो की होगी, अलग अलग होगी। भी कोई घट समा लगाया, किसी ने वध समा लगाया, तो रेट जिहड़ा अलग अलग है। मतलब कि जिहड़ा विकास है वो किसी च तेज़ी नाल हो गया, किसी च हौली हौली हो रहा है। तो यह की सी दर, तो विकास की दर है जी अलग अलग हो सकती है। ठीक है, पर इसका पैटर्न जिहड़ा हो की होगा यूनीफॉर्म होगा। बट रेट इज़ नॉट यूनीफॉर्म, तो इस चीज़ को ध्यान विच रखियो। इट इज़ नॉट ए लीनियर, तो मतलब कि यह एक रेखा दे विच नहीं ऐ चलदा, मतलब कि भी इत्थे तो हुण यह बच्चा है भी इसका विकास होना शुरू हो गया, भी इदां ही चली जाऊगा विकास, इदां नहीं ना हुंदा। ਇਹ ਤਾਂ ਅਸੀਂ ਨੇ ਖਿੱਚਦੀ ਸਿੱਧੀ ਲਾਈਨ, ਪਰ ਆਪਾਂ ਕੀ ਕਹਿ ਰਹੇ ਵੀ ਸਿੱਧੀ ਲਾਈਨ 'ਚ ਹੁੰਦਾ ਨਹੀਂ। ਇਟ ਮੀਨਜ਼ ਇੱਥੇ ਤੋਂ ਵਿਕਾਸ ਸ਼ੁਰੂ ਹੋ ਗਿਆ, ਹੋ ਸਕਦਾ ਇੱਕਦਮ ਹੋ ਜੇ, ਹੋ ਸਕਦਾ ਘਟ ਜੇ, ਹੋ ਸਕਦਾ ਇੰਨਾ ਹੋ ਜੇ ਫੇਰ ਘਟ ਜੇ। ਇੱਦਾਂ ਮਤਲਬ ਇਹ ਗ੍ਰਾਫ ਹੈ ਚੱਲੂਗਾ, ਐਂ ਗ੍ਰਾਫ ਚੱਲਦਾ। ਠੀਕ ਹੈ, ਜਾਂ ਫਿਰ ਇਸ ਤੋਂ ਬਿਨਾਂ ਆਪਾਂ ਕੀ ਕਹਿ ਸਕਦੇ ਹਾਂ, ਵੱਧ ਘੱਟ ਦਾ ਮਤਲਬ ਇਹ ਵੀ ਕਹਿ ਸਕਦੇ ਆਪਾਂ, मतलब ਸਪਾਈਰਲ ਜਾਂ ਕੁੰਡਲੀ ਨੂੰ ਇੱਦਾਂ ਵੀ ਕਹਿ ਸਕਦੇ ਵੀ ਇੱਦਾਂ ਕਦੇ ਵੱਧ ਗਿਆ ਕਦੇ ਘਟ ਗਿਆ, ਕਦੇ ਵੱਧ ਗਿਆ ਕਦੇ ਘਟ ਗਿਆ, ਇੱਦਾਂ ਸਮਝ ਗਏ। मतलब कि ਅੱਗੜ ਪਿਛੜ ਕੁਛ ਵੀ ਹੋ ਸਕਦਾ ਹੈ, मतलब कि ਉਹ ਇੱਕ ਸਿੱਧੀ ਰੇਖਾ ਦੇ ਵਿੱਚ ਨਹੀਂ ਹੁੰਦਾ। ਜਿਵੇਂ ਕਿ ਇੱਥੇ ਗੱਲ ਕੀਤੀ ਗਈ ਹੈ ਡਿਵੈਲਪਮੈਂਟ ਇਜ਼ ਮੋਰ ਕ੍ਰਿਟੀਕਲ ਇਨ अर्ਲੀ ਚਾਈਲਡਹੁੱਡ, मतलब कि अर्ਲੀ ਚਾਈਲਡਹੁੱਡ ਦੇ ਵਿੱਚ ਜ਼ਿਆਦਾ ਕ੍ਰਿਟੀਕਲ ਹੀ ਹੁੰਦਾ ਇਹ। ਠੀਕ ਹੈ, ਤਾਂ ਪੂਰਵ ਅਵਸਥਾ ਦੇ ਵਿੱਚ ਜ਼ਿਆਦਾ ਹੁੰਦਾ। ਠੀਕ ਹੈ, मतलब कि ਇਹ ਚੀਜ਼ਾਂ ਨੇ ਜਿਹੜੀਆਂ ਆਪਾਂ ਸਭ ਡਿਸਕਸ ਕਰ ਚੁੱਕੇ ਹਾਂ। ਹੁਣ ਅਸੀਂ ਡਿਸਕਸ ਕਰਦੇ ਹਾਂ ਜੀ ਵਿਕਾਸ ਦੇ ਪੱਖ। ਕਈ ਵਾਰ ਇਸ ਦੀਆਂ ਕਿਸਮਾਂ ਕਹਿ ਦਿੱਤਾ ਜਾਂਦਾ ਹੈ ਜਾਂ ਪੱਖ ਕਹਿ ਦਿੱਤਾ ਜਾਂਦਾ ਹੈ, ਜਾਂ ਟਾਈਪਸ ਡੋਮੇਨਸ ਆਫ ਡਿਵੈਲਪਮੈਂਟ, ਇੱਦਾਂ ਅਲੱਗ ਅਲੱਗ ਸ਼ਬਦ ਕਈ ਵਾਰ ਵਰਤ ਲਏ ਜਾਂਦੇ ਨੇ। ਪਰ ਤੁਸੀਂ ਇੱਕ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ, ਨੰਬਰ 1 ਹੁੰਦਾ ਜੀ ਫਿਜ਼ੀਕਲ ਡਿਵੈਲਪਮੈਂਟ। ਠੀਕ ਹੈ, मतलब ਡਿਵੈਲਪਮੈਂਟ ਦੀਆਂ ਟਾਈਪਸ ਕਹਿ ਲਓ। ਠੀਕ ਹੈ, ਟਾਈਪਸ ਨੇ ਜਿਹੜੀਆਂ ਨੰਬਰ 1 ਦਾ ਤੁਸੀਂ ਯਾਦ ਕਰੋ ਸੀ ਦਾ ਮੀਨਿੰਗ ਹੈ ਕੋਗਨੀਟਿਵ। ठीक है, मतलब कि फिजिकल तौर पर हो सकता है, कोगनीटिव तौर पर हो सकता है, इस तो बिना सोशली हो सकता है, इस तो बिना इमोशनली हो सकता है। PCSE ये चीज़ नूं इदां ही याद रखियो। इसका डिटेल आप अगे समझण जा रहे हैं। सब तो पहला फिजिकल डिवैलपमेंट फस्ट टाइप नूं आपां समझदे हां जी, तो सरीरक विकास। ये स्लाइड नूं समझ लो, बस ये तुहाडा सारा जिहड़ियां चीज़ां ने क्लीयर हो जाणगियां। ठीक है जी, तो फिजिकली डिवैलपमेंट दे विच की कुछ आ गया, इस दे विच गति कौशल आउंदे ने। मतलब कि जो क्रियावां आपां मतलब अपनियां गति करते हैं, है ना, भी आपां कोई तुरदे हाँ, इस तो बिना तुरना, जिवें बच्चे ने आपां पहलां रुड़ना सीखिया, तुरना सीखिया, दौड़ना सीखिया। ठीक है, तो ये चीज़ां हो गई। इस तो बिना बरीकी च सीखिया, उसने कौशल्स का विकास किया, अपनियां कौशल्स का। जिवें उसने पहलां हो सकता भी हौली हौली पहलां पढ़ना सीखिया, लिखना सीखिया, तेज़ लिखना सीखिया, साफ लिखना सीखिया। तो ये चीज़ां जिहड़ियां उहदे विच की अपनी गति शामिल है, अपना शरीर है जिहड़ा वो शामिल है, मतलब अपना हत्थ पैर। ठीक है, अपना फिजिकली रूप च आपां शामिल उस दे विच। तो इन्हां नूं आपां मोटर स्किल्स ने जिहड़ियां ओह इस दे विच अपनियां शामिल हुंदियां ने, मतलब कि गति कौशल ने जिहड़े इस दे विच शामिल हुंदे ने। जिहड़े गति कौशल ने ये अगे 2 तरह के हुंदे ने जी। नंबर 1 आपां कह सकते हैं ग्रॉस मोटर स्किल, मतलब कि स्थूल गति नाल संबंधित अपने अंग ने, मतलब स्थूल दे विच ओह आ गए, ग्रॉस मोटर दे विच ओह आ गए अपने वड्डे अंग, जिवें अपनियां लत्तां हो सकदियां ने, अपनी पूरी धड़ हो सकती है। ठीक है, अपने पूरे मतलब बांह हो सकती है पूरी। तो यह अपने जिहड़े वड्डे अंग ने वह ग्रोस मोटर दे आ गए, मतलब कि स्थूल गति दे आ गए। इस तो बिना इसकी दूसरी टाइप है जी फाइन मोटर स्किल। ठीक है, फाइन मोटर्स कह लो। ठीक है, फाइन मोटर्स दे की कुछ आ गया सूक्ष्म गति। सूक्ष्म का मतलब छोटी चीज़, जिवें अपने हत्थां, मतलब अपने उंगलां ने जिहड़ियां, उंगलां दा अगे अगला हिस्सा अपने पोटे ने जिहड़े उंगलां, है ना, ये चीज़ शामिल हो गई। इस तो बिना अपनियां अखां ने जिहड़ियां ये की ने छोटे अंग ने अखां, है ना। इस तो बिना अपनी जीभ शामिल हो गई। तो यही चीज़ां आ गई जिहड़ियां ये सूक्ष्म दे आ गई, यानी कि फाइन मोटर स्किल दे आ गई।
ਤੇ ਇਸ ਤੋਂ ਬਿਨਾਂ ਇਸ ਦੇ ਵਿੱਚ ਕਿਹੜੇ ਕੰਮ ਸ਼ਾਮਲ ਨੇ, ਇੱਥੇ ਤੋਂ ਸਵਾਲ ਕਈ ਵਾਰ ਬਣ ਜਾਂਦਾ ਹੈ। ਤਾਂ ਗਰੋਸ ਮੋਟਰ ਸਕਿੱਲ ਦੇ ਵਿੱਚ ਸ਼ਾਮਲ ਹੈ ਜੀ ਜੰਪਿੰਗ। ਜਦੋਂ ਆਪਾਂ ਜੰਪ ਕਰ ਰਹੇ ਹਾਂ ਉਹਦੇ ਵਿੱਚ ਆਪਣੇ ਲੱਤਾਂ, ਆਪਣਾ ਪੂਰਾ ਸਰੀਰ, ਆਪਣੀ ਪੂਰੀ ਧੜ ਸ਼ਾਮਲ ਹੈ। ਤਾਂ ਵੱਡੇ ਅੰਗ ਸ਼ਾਮਲ ਨੇ, ਉਹ ਹੁੰਦੀ ਹੈ ਜੀ ਗਰੋਸ ਮੋਟਰ। ਇਸ ਤੋਂ ਬਿਨਾਂ ਪਲੇਇੰਗ, ਖੇਡਣ ਦੇ ਸਮੇਂ ਆਪਾਂ ਕਈ ਵਾਰ ਦੌੜਦੇ ਹਾਂ, ਹੈ ਨਾ, ਉਛਲਦੇ ਹਾਂ, ਕੁੱਦਦੇ ਹਾਂ, ਇਹ ਸਭ ਚੀਜ਼ਾਂ ਦੇ ਵਿੱਚ ਆਪਣੇ ਵੱਡੇ ਅੰਗ ਸਹਾਇਕ ਨੇ, ਤਾਂ ਇਸ ਨੂੰ ਅਸੀਂ ਗਰੋਸ ਮੋਟਰ ਆਖਾਂਗੇ। ਇਸ ਤੋਂ ਬਿਨਾਂ ਫਾਈਨ ਮੋਟਰ ਯਾਨੀ ਕਿ ਸੂਖਮ ਗਤੀ ਦੇ ਵਿੱਚ ਕੀ ਕੁਛ ਆ ਗਿਆ ਜੀ, ਰਾਈਟਿੰਗ। ਜਦੋਂ ਆਪਾਂ ਲਿਖ ਰਹੇ ਹਾਂ, ਜਿਵੇਂ ਹੁਣ ਮੈਂ ਤੁਹਾਡੇ ਸਾਹਮਣੇ ਦੇਖੋ ਕੁਛ ਲਿਖ ਰਿਹਾ ਇੱਥੇ, ਠੀਕ ਹੈ, ਤਾਂ ਇਸ ਸਮੇਂ ਮੇਰਾ ਕਿਹੜਾ ਅੰਗ ਹੈ ਜਿਹੜਾ ਉਹ ਕੰਮ ਕਰ ਰਿਹਾ, ਮਤਲਬ ਗਤੀ ਦੇ ਵਿੱਚ ਕਿਹੜਾ ਹੈ, ਮੇਰੀਆਂ ਉਂਗਲਾਂ ਨੇ ਜਿਹੜੀਆਂ ਉਹ ਸੂਖਮ ਚੀਜ਼ ਹੈ, ਛੋਟੀ ਚੀਜ਼ ਹੈ, ਠੀਕ ਹੈ। ਇਹਦੇ 'ਚ ਇੰਦਰੀਆਂ, ਆਪਣੀਆਂ ਛੋਟੀਆਂ ਇੰਦਰੀਆਂ ਸ਼ਾਮਲ ਹੁੰਦੀਆਂ ਨੇ। ਇਸ ਤੋਂ ਬਿਨਾਂ ਆਪਣੀ ਜੀਭ ਸ਼ਾਮਲ ਹੈ ਇਸ ਦੇ ਵਿੱਚ, ਬੋਲਣ ਦੇ ਵਿੱਚ, ਲਿਖਣ ਦੇ ਵਿੱਚ ਆਪਣਾ ਦਿਮਾਗ ਵੀ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਸ਼ਾਮਲ ਸੀ, ਪਰ ਆਪਾਂ ਫਿਜ਼ੀਕਲੀ ਗੱਲ ਕਰ ਰਹੇ ਹਾਂ ਤਾਂ ਆਪਾਂ ਉਂਗਲਾਂ ਦੀ ਗੱਲ ਕਰਾਂਗੇ, ਠੀਕ ਹੈ। ਇਸ ਦੇ ਵਿੱਚ ਉਂਗਲਾਂ ਦੀ ਗੱਲ ਆਪਾਂ ਕਰਾਂਗੇ, ਠੀਕ ਹੈ ਜੀ। ਤਾਂ ਇਸ ਤੋਂ ਬਿਨਾਂ ਡਰਾਇੰਗ ਕਰ ਰਹੇ ਹਾਂ, ਉਹਦੇ ਵਿੱਚ ਵੀ ਆਪਣੀਆਂ ਉਂਗਲਾਂ ਸ਼ਾਮਲ ਨੇ, ਠੀਕ ਹੈ। ਜਿਵੇਂ ਇੱਕ ਪ੍ਰਸ਼ਨ ਆਇਆ ਸੀ ਕਿ ਮੋਤੀ ਪਰੋਣਾ, ਠੀਕ ਹੈ, ਇੱਕ ਮਾਲਾ ਹੈ ਉਸ ਦੇ ਵਿੱਚ ਮੋਤੀ ਪਰੋਣਾ, ਤਾਂ ਉਹ ਕੀ ਕੀਤਾ ਜਾ ਰਿਹਾ, ਸੂਈ ਦੇ ਵਿੱਚ ਮੋਤੀ ਲੰਘਾਏ ਜਾ ਰਹੇ ਨੇ, ਸੂਈ ਹੈ ਉਸ ਦੇ ਵਿੱਚ ਐਵੇਂ ਮੋਤੀ ਲੰਘਾਏ ਜਾ ਰਹੇ ਨੇ। ਤਾਂ ਉਸ ਦੇ ਵਿੱਚ ਆਪਣੀਆਂ ਕੀ ਨੇ ਜੀ, ਫਾਈਨ ਮੋਟਰਸ ਸ਼ਾਮਲ ਨੇ, ਯਾਨੀ ਕਿ ਸੂਖਮ ਕਿਰਿਆਵਾਂ ਹੋ ਗਈ, ਉਹ ਸੂਖਮ ਗਤੀਆਂ ਉਸ ਦੇ ਵਿੱਚ ਆਪਣੀਆਂ ਸ਼ਾਮਲ ਨੇ, ਸੂਖਮ ਕੌਸ਼ਲਸ ਸ਼ਾਮਲ ਨੇ ਜੀ, ਠੀਕ ਹੈ। ਇਸ ਤੋਂ ਬਿਨਾਂ ਸਟਿਚਿੰਗ ਆ ਗਈ, ਸਿਲਾਈ ਕਢਾਈ, ਠੀਕ ਹੈ, ਚਿੱਤਰਕਲਾ, ਲਿਖਣਾ, ਠੀਕ ਹੈ, ਜਿਵੇਂ ਕਸੀਦਾ ਕੱਢਦੇ ਹੁੰਦੇ ਨੇ, ਉਹ ਚੀਜ਼ਾਂ ਸਭ ਨੇ ਜਿਹੜੀਆਂ, ਮਤਲਬ ਤਰਪਾਈ ਵਗੈਰਾ ਕਰਨਾ, ਉਹ ਸਭ ਚੀਜ਼ਾਂ ਜਿਹੜੀਆਂ ਆਪਣੀਆਂ ਫਾਈਨ ਮੋਟਰ ਦੇ ਵਿੱਚ ਆਉਣਗੀਆਂ। ਇਸ ਦੇ ਵਿੱਚ ਆਪਣੇ ਛੋਟੇ ਅੰਗ ਸਹਾਈ ਹੁੰਦੇ ਨੇ, ਬਸ ਇੱਦਾਂ ਯਾਦ ਰੱਖੋ, ਛੋਟੇ ਅੰਗ ਇਹਦੇ ਵਿੱਚ, ਵੱਡੇ ਅੰਗ ਇਹਦੇ ਵਿੱਚ, ਠੀਕ ਹੈ। ਤਾਂ ਇਸ ਤਰੀਕੇ ਨਾਲ ਆਪਾਂ ਨੇ ਪਹਿਲੀ ਕਿਸਮ ਸੀ ਜਿਹੜੀ ਇਹਦੀ ਫਿਜ਼ੀਕਲ ਡਿਵੈਲਪਮੈਂਟ, ਇਸ ਨੂੰ ਆਪਾਂ ਨੇ ਡਿਸਕਸ ਕਰ ਲਿਆ ਜੀ। ਇਸ ਤੋਂ ਬਾਅਦ ਡਿਸਕਸ ਕਰਦੇ ਹਾਂ ਆਪਾਂ ਇਸ ਦੀ ਦੂਸਰੀ ਕਿਸਮ ਬੌਧਾਤਮਕ ਵਿਕਾਸ, ਜਿਹਨੂੰ ਆਪਾਂ ਨੇ ਸੀ ਦੇ ਨਾਲ ਯਾਦ ਕੀਤਾ ਸੀ, ਕੋਗਨੇਟਿਵ ਡਿਵੈਲਪਮੈਂਟ। ਕੋਗਨੇਟਿਵ ਦਾ ਮੀਨਿੰਗ ਹੁੰਦਾ ਹੈ ਬੁੱਧੀ ਦੇ ਤੌਰ 'ਤੇ, ਇਸ ਦੇ ਵਿੱਚ ਦਿਮਾਗ ਸ਼ਾਮਲ ਹੁੰਦਾ ਹੈ, ਬੁੱਧੀ, ਗਿਆਨ, ਇਸ ਚੀਜ਼ ਦੀ ਗੱਲ ਕੀਤੀ ਜਾਂਦੀ ਹੈ, ਨੌਲੇਜ ਦੀ ਗੱਲ ਕੀਤੀ ਜਾਂਦੀ ਹੈ। ਤਾਂ ਇਸ ਦੇ ਵਿੱਚ ਕੀ ਕੁਛ ਹੁੰਦਾ ਜੀ, ਇਹਨੂੰ ਸਮਝੋ। ਇਸ ਦੇ ਵਿੱਚ ਆਪਣਾ ਬ੍ਰੇਨ, ਠੀਕ ਹੈ, ਮਤਲਬ ਕਿ ਜਿਹੜਾ ਕੋਗਨੇਟਿਵ ਡਿਵੈਲਪਮੈਂਟ, ਇਹਦੇ ਵਿੱਚ ਕਿਹੜੀਆਂ ਜਿਹੜੇ ਆਪਣੇ ਅੰਗ ਨੇ ਉਹ ਸਹਾਈ ਹੋ ਗਏ, ਜਿਵੇਂ ਬ੍ਰੇਨ ਸਹਾਈ ਹੋ ਗਿਆ, ਠੀਕ ਹੈ ਜੀ। ਇਸ ਤੋਂ ਬਿਨਾਂ ਇੰਟੈਲੀਜੈਂਸ, ਆਪਣੀ ਬੁੱਧੀ ਇਸ ਦੇ ਵਿੱਚ ਆ ਗਈ। ਕ੍ਰੀਏਟੀਵਿਟੀ ਯਾਨੀ ਕਿ ਰਚਨਾਤਮਕਤਾ ਇਹਦੇ ਵਿੱਚ ਆ ਗਈ। ਇਸ ਤੋਂ ਬਿਨਾਂ ਲੈਂਗੁਏਜ ਯਾਨੀ ਕਿ ਭਾਸ਼ਾ ਆ ਗਈ, ਠੀਕ ਹੈ ਜੀ। ਮੈਮਰੀ ਆ ਗਈ, ਯਾਦਾਸ਼ਤ ਕਹਿ ਸਕਦੇ ਆਪਾਂ। ਰੀਜ਼ਨਿੰਗ, ਆਪਾਂ ਕੋਈ ਚੀਜ਼ 'ਤੇ ਤਰਕ ਕਰ ਰਹੇ ਹਾਂ, ਕਿਸੇ ਚੀਜ਼ ਬਾਰੇ ਆਪਾਂ ਸੋਚ ਰਹੇ ਹਾਂ। ਇਮੇਜੀਨੇਸ਼ਨ ਹੋ ਗਈ, ਠੀਕ ਹੈ ਜੀ। ਪਰਸੈਪਸ਼ਨ ਹੋ ਗਈ, ਆਪਣਾ ਕੋਈ ਤਰਕ, ਧਾਰਨਾ ਬਣੀ ਹੋਈ ਆਪਣੇ ਮਨ ਦੇ ਵਿੱਚ, ਇਹ ਗੱਲ ਐਵੇਂ ਹੁੰਦੀ ਹੈ, ਮਤਲਬ ਆਪਣੇ ਮਨ 'ਚ ਧਾਰਨਾ ਹੈ ਨਾ, ਜਾਂ ਆਪਣੇ ਮਨ 'ਚ ਕੋਈ ਧਾਰਨਾ ਹੋ ਸਕਦੀ ਵੀ ਇਹ ਚੀਜ਼ ਚੰਗੀ ਹੈ, ਇਹ ਚੀਜ਼ ਮਾੜੀ ਹੈ, ਤਾਂ ਉਹ ਪਰਸੈਪਸ਼ਨਸ ਨੇ ਜਿਹੜੀਆਂ ਉਹ ਕੋਗਨੇਟਿਵ ਡਿਵੈਲਪਮੈਂਟ ਦਾ ਹੀ ਇੱਕ ਹਿੱਸਾ ਨੇ, ਠੀਕ ਹੈ ਜੀ। ਜਿਹਦਾ ਵਿਕਾਸ ਮਤਲਬ ਚੰਗਾ ਹੋਏਗਾ, ਉਹਦੀਆਂ ਪਰਸੈਪਸ਼ਨਸ ਨੇ ਜਿਹੜੀਆਂ ਉਹ ਚੰਗੀਆਂ ਹੋਣਗੀਆਂ, ਉਹ ਚੰਗਾ ਸੋਚੂਗਾ। ਪੋਜ਼ੀਟਿਵ ਥਿੰਕਿੰਗ, ਨੈਗੇਟਿਵ ਥਿੰਕਿੰਗ, ਉਹ ਚੀਜ਼ਾਂ ਇਸ ਬੇਸ 'ਤੇ ਹੁੰਦੀਆਂ ਨੇ ਵੀ ਜਿਹੜੇ ਦਾ ਕੋਗਨੇਟਿਵ ਡਿਵੈਲਪਮੈਂਟ ਹੈ ਜਿਹੜਾ ਬੱਚੇ ਦਾ, ਉਹ ਚੰਗਾ ਹੋਊਗਾ, ਉਹ ਚੰਗਾ ਸੋਚੂਗਾ, ਪੋਜ਼ੀਟਿਵ ਸੋਚੂਗਾ, ਅਦਰਵਾਈਜ਼ ਉਹ ਕੋਈ ਨੈਗੇਟਿਵ ਸੋਚੂਗਾ। ਤਾਂ ਇਸ ਤਰ੍ਹਾਂ ਇਮੈਜੀਨੇਸ਼ਨ, ਕਲਪਨਾ ਆ ਗਈ। ਡਿਸੀਜਨ, ਫੈਸਲਾ ਲੈਣਾ, ਹੈ ਨਾ। ਅਤੇ ਇਸ ਤੋਂ ਬਿਨਾਂ ਪ੍ਰੋਬਲਮ ਸੋਲਵਿੰਗ ਐਬਿਲਿਟੀ, ਯਾਨੀ ਕਿ ਸਮੱਸਿਆ ਹੱਲ ਕਰਨ ਦੀ ਯੋਗਤਾ। ਤਾਂ ਇਹ ਸਭ ਚੀਜ਼ਾਂ ਜਿਹੜੀਆਂ ਇਹ ਕੋਗਨੇਟਿਵ ਡਿਵੈਲਪਮੈਂਟ ਦੇ ਵਿੱਚ, ਯਾਨੀ ਕਿ ਗਿਆਨਾਤਮਕ ਵਿਕਾਸ ਦੇ ਵਿੱਚ ਸ਼ਾਮਲ ਨੇ ਜੀ। ਦੂਸਰੀ ਕਿਸਮ ਆਪਾਂ ਡਿਸਕਸ ਕਰ ਲਈ ਹੈ। ਇਸ ਤੋਂ ਬਾਅਦ ਇਸ ਦੀ ਤੀਸਰੀ ਕਿਸਮ ਹੈ ਜੀ, ਜੋ ਕਿ ਆਪਾਂ ਸਿੰਪਲ ਜੀ ਡਿਸਕਸ ਕਰ ਲਾਂਗੇ, ਸਮਾਜਿਕ ਵਿਕਾਸ, ਜਿਹਨੂੰ ਆਪਾਂ ਨੇ ਐਸ ਦੇ ਨਾਲ ਯਾਦ ਕੀਤਾ ਸੀ, ਸੋਸ਼ਲ ਡਿਵੈਲਪਮੈਂਟ। ਤਾਂ ਸੋਸ਼ਲ ਯਾਨੀ ਕਿ ਇਹਦੇ ਵਿੱਚ ਸੁਸਾਇਟੀ ਆ ਗਈ ਜੀ। ਸੁਸਾਇਟੀ ਦੇ ਵਿੱਚ ਬੱਚਾ ਕੀ ਸਿੱਖਦਾ, ਰੂਲ ਆਫ ਸੁਸਾਇਟੀ ਸਿੱਖਦਾ, ਮਤਲਬ ਕਿ ਵੀ ਕੀ ਕੰਮ ਕਰਨਾ ਹੈ, ਕੀ ਨਹੀਂ ਕਰਨਾ, ਠੀਕ ਹੈ। ਅਤੇ ਇਸ ਤੋਂ ਬਿਨਾਂ ਜੇਕਰ ਆਪਾਂ ਕਹਿੰਦੇ ਵੀ ਲਿੰਗ ਦੇ ਬੇਸ 'ਤੇ, ਹੈ ਨਾ, ਵੀ ਅਸਮਾਨਤਾਵਾਂ ਪਾਈਆਂ ਜਾਂਦੀਆਂ ਨੇ ਸਮਾਜ ਦੇ ਵਿੱਚ, ਉਹ ਕਿਤੇ ਨਾ ਕਿਤੇ ਇਹ ਸੋਸ਼ਲ ਡਿਵੈਲਪਮੈਂਟ ਦਾ ਹੀ ਇੱਕ ਹਿੱਸਾ ਹੁੰਦੀਆਂ ਨੇ, ਸਮਾਜਿਕ ਵਿਕਾਸ ਦਾ ਹੀ ਇੱਕ ਹਿੱਸਾ ਹੁੰਦੀਆਂ ਨੇ। ਕੁੜੀਆਂ ਨੂੰ ਕਿਹਾ ਜਾਂਦਾ ਤੁਸੀਂ ਕੁੜੀਆਂ ਵਾਲੇ ਕੰਮ ਕਰੋਗੇ, ਘਰ ਦੇ ਕੰਮ ਕਰੋਗੇ। ਲੜਕਿਆਂ ਨੂੰ ਕਿਹਾ ਜਾਂਦਾ ਤੁਸੀਂ ਬਾਹਰ ਦੇ ਕੰਮ ਕਰੋਗੇ। ਮਤਲਬ ਇੱਥੇ ਤੋਂ ਹੀ ਉਹ ਚੀਜ਼ ਸ਼ੁਰੂ ਹੁੰਦੀ ਹੈ ਜਿਹੜੀ ਆਪਾਂ ਗੱਲ ਕਰਦੇ ਹਾਂ ਜੈਂਡਰ ਵਾਈਜ਼ ਸਮਾਜ ਦੇ ਵਿੱਚ ਹੁੰਦਾ ਹੈ। ਇਸ ਤੋਂ ਬਿਨਾਂ ਜੈਂਡਰ ਸਟੀਰੀਓਟਾਈਪ ਚੀਜ਼ਾਂ ਆ ਗਈਆਂ, ਠੀਕ ਹੈ। ਰੂੜੀਵਾਦਤਾ ਆ ਗਈ, ਲਿੰਗਕ ਰੂੜੀਵਾਦਤਾ। ਤਾਂ ਇਹ ਚੀਜ਼ਾਂ ਸੋਸ਼ਲ ਡਿਵੈਲਪਮੈਂਟ ਹੁੰਦਾ ਜਦੋਂ ਉਦੋਂ ਹੀ ਬੱਚੇ ਦੇ ਮਨ ਵਿੱਚ ਸ਼ਾਮਲ ਹੋ ਜਾਂਦੀਆਂ ਨੇ। ਇਸ ਤੋਂ ਬਿਨਾਂ ਇਹਦੇ 'ਚ ਕਦਰਾਂ ਕੀਮਤਾਂ ਆ ਗਈਆਂ ਵੀ ਕਿਸੇ ਦਾ ਸਤਿਕਾਰ ਕਰਨਾ, ਰਿਸਪੈਕਟ, ਠੀਕ ਹੈ। ਰਿਸਪੈਕਟ ਕਰਨੀ ਬੱਚਾ ਸਮਾਜ ਦੇ ਵਿੱਚੋਂ ਸਿੱਖ ਸਕਦਾ, ਕਿਉਂਕਿ ਉਹ ਦੇਖਦਾ ਵੀ ਮੇਰੇ ਵੱਡੇ ਇੱਦਾਂ ਕਰ ਰਹੇ ਨੇ, ਵੀ ਇਹਨੂੰ ਸਿਆਣੇ ਬੰਦਿਆਂ ਨੂੰ ਇੱਦਾਂ ਬੋਲ ਰਹੇ ਨੇ, ਠੀਕ ਹੈ, ਵੀ ਇਹ ਨਿਆਣੇ ਨਾਲ ਇੱਦਾਂ ਪਿਆਰ ਕਰ ਰਹੇ ਨੇ। ਤਾਂ ਇਸ ਤਰ੍ਹਾਂ ਕਦਰਾਂ ਕੀਮਤਾਂ ਜਿਹੜੀਆਂ ਉਹ ਬੱਚਾ ਸੁਸਾਇਟੀ ਦੇ ਵਿੱਚੋਂ ਸਿੱਖਦਾ, ਜਿਹਨੂੰ ਅਸੀਂ ਸਮਾਜਿਕ ਵਿਕਾਸ ਆਖਾਂਗੇ, ਸੋਸ਼ਲ ਡਿਵੈਲਪਮੈਂਟ ਆਖਾਂਗੇ। ਇਸ ਤੋਂ ਬਾਅਦ ਇਸ ਦੀ ਚੌਥੀ ਕਿਸਮ ਹੈ ਜੀ, ਜਿਹਨੂੰ ਆਪਾਂ ਨੇ ਏ ਦੇ ਨਾਲ ਯਾਦ ਕੀਤਾ ਸੀ, ਇਮੋਸ਼ਨਲ ਡਿਵੈਲਪਮੈਂਟ, ਯਾਨੀ ਕਿ ਭਾਵਨਾਤਮਕ ਵਿਕਾਸ। ਇਸ ਦੇ ਵਿੱਚ ਕੀ ਆ ਗਿਆ, ਅੰਡਰਸਟੈਂਡਿੰਗ ਆਫ ਫੀਲਿੰਗਸ, ਕਿਸੇ ਦੀਆਂ ਭਾਵਨਾਵਾਂ ਨੂੰ ਸਮਝਣਾ, ਆਪਣੀਆਂ ਭਾਵਨਾਵਾਂ ਨੂੰ ਸਮਝਣਾ। ਕੋਈ ਕੀ ਹੁੰਦਾ ਹੈ, ਕਈ ਵਾਰ ਉਸ ਤੋਂ ਦੇਖਿਆ ਨਹੀਂ ਜਾਂਦਾ ਵੀ ਕਿਸੇ ਤਰਸ ਆ ਜਾਂਦਾ, ਉਹਨੂੰ ਤਰਸ ਆਉਣਾ, ਹੈ ਨਾ, ਉਹ ਚੀਜ਼ਾਂ ਆਪਣੀਆਂ ਫੀਲਿੰਗਸ ਨੇ, ਆਪਣੀਆਂ ਭਾਵਨਾਵਾਂ ਨੇ, ਉਹ ਆਪਣਾ ਕੀ ਇਮੋਸ਼ਨਲ ਡਿਵੈਲਪਮੈਂਟ ਹੈ। ਬਹੁਤ ਕੀ ਹੁੰਦੇ ਨੇ
ਵੀ ਉਹਨਾਂ ਨੇ ਬਚਪਨ ਦੇ ਵਿੱਚ ਹੀ ਕੁਝ ਇਸ ਤਰ੍ਹਾਂ ਦੇ ਮਤਲਬ ਕਹਿ ਲਓ ਵੀ ਘਟਨਾਵਾਂ ਦੇਖੀਆਂ ਹੁੰਦੀਆਂ ਨੇ ਵੀ ਉਹ ਕੀ ਹੋ ਜਾਂਦੇ ਨੇ, ਕਠੋਰ ਹੋ ਜਾਂਦੇ ਨੇ, ਭਾਵੁਕ ਤੌਰ 'ਤੇ ਉਹ ਮਜ਼ਬੂਤ ਹੁੰਦੇ ਨੇ। ਤਾਂ ਉਹ ਉਹਨਾਂ ਦਾ ਕੀ ਹੋ ਗਿਆ, ਇਮੋਸ਼ਨਲ ਡਿਵੈਲਪਮੈਂਟ ਹੋ ਗਿਆ, ਯਾਨੀ ਕਿ ਭਾਵਨਾਤਮਕ ਵਿਕਾਸ ਹੋ ਗਿਆ। ਇਸ ਤਰ੍ਹਾਂ ਆਪਾਂ ਨੇ ਇਹ 4 ਕਿਸਮਾਂ ਪੜ੍ਹੀਆਂ ਨੇ ਜੀ। ਇਹਨੂੰ ਥੋੜ੍ਹਾ ਜਿਹਾ ਆਪਾਂ ਇੱਕ ਵਾਰ ਦੁਬਾਰੇ ਦੇਖ ਲਓ, ਠੀਕ ਹੈ। ਤਾਂ ਆਪਾਂ ਨੇ ਇਹ 4 ਕਿਸਮਾਂ ਨੂੰ ਕਿਵੇਂ ਯਾਦ ਕੀਤਾ ਸੀ, ਉਹੀ ਚੀਜ਼ ਦੁਬਾਰੇ ਲਿਖੋ। ਇਹਨਾਂ ਨੂੰ ਆਪਾਂ ਨੇ ਯਾਦ ਕੀਤਾ ਸੀ, P ਮੀਨਜ਼ ਫਿਜ਼ੀਕਲੀ, ਇਸ ਤੋਂ ਬਾਅਦ C ਮੀਨਜ਼ ਕੋਗਨੀਟਿਵ, S ਮੀਨਜ਼ ਸੋਸ਼ਲ, E ਮੀਨਜ਼ ਇਮੋਸ਼ਨਲ। ਇਹ 4 ਟਾਈਪਸ ਸੀ ਵਿਕਾਸ ਦੀਆਂ। ਇਸ ਤੋਂ ਬਾਅਦ ਡਿਸਕਸ ਕਰਦੇ ਹਾਂ ਅਸੀਂ ਜੀ ਸਟੇਜਸ, ਜੋ ਕਿ ਇੱਕ ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ, ਯਾਨੀ ਕਿ ਵਿਕਾਸ ਦੇ ਪੜਾਅ ਕਿਹੜੇ ਕਿਹੜੇ ਨੇ। ਵੈਸੇ ਤਾਂ ਦੇਖੋ ਜੀ, ਵਿਕਾਸ ਦੀ ਆਪਾਂ ਗੱਲ ਕੀਤੀ ਹੈ, ਉਹ ਕਿੱਥੇ ਤੋਂ ਸ਼ੁਰੂ ਹੋ ਜਾਂਦਾ ਹੈ, ਗਰਭ ਤੋਂ ਸ਼ੁਰੂ ਹੋ ਕੇ ਉਹ ਚੱਲਦਾ ਜੀ, ਆਪਾਂ ਕਹਿ ਸਕਦੇ ਹਾਂ ਕਿ ਮੌਤ ਤੱਕ ਚੱਲਦਾ ਹੈ। ਪਰ ਤੁਸੀਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਦੇਖੋ, ਕਿਉਂਕਿ ਤੁਸੀਂ ਪੜ੍ਹ ਰਹੇ ਹੋ ਜੀ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ, ਤਾਂ ਤੁਸੀਂ ਚਾਈਲਡ ਡਿਵੈਲਪਮੈਂਟ ਪੜ੍ਹ ਰਹੇ ਹੋ, ਸਿਰਫ ਤੁਸੀਂ ਬੱਚੇ ਦੇ ਵਿਕਾਸ ਤੱਕ ਮਤਲਬ ਹੈ। ਇਸ ਤੋਂ ਬਾਅਦ ਜਿਹੜਾ ਬੱਚਾ ਹੈ ਉਹ ਮਤਲਬ ਸਕੂਲ ਦੇ ਵਿੱਚ ਕਦੋਂ ਹੁੰਦਾ, 17, 18, 19 ਸਾਲ ਦੀ ਉਮਰ ਤੱਕ ਉਹ ਸਕੂਲ 'ਚ ਹੁੰਦਾ ਹੈ। ਇਸ ਤੋਂ ਬਾਅਦ ਉਹ ਅੱਗੇ ਚੱਲ ਜਾਂਦਾ, ਅਗਲੀ ਉਚੇਰੀ ਪੜ੍ਹਾਈ ਦੇ ਚਲਾ ਜਾਂਦਾ ਹੈ। ਤਾਂ ਆਪਾਂ ਨੇ ਗੱਲ ਕਰ ਰਹੇ ਹਾਂ ਚਾਈਲਡ ਡਿਵੈਲਪਮੈਂਟ ਦੀ, ਮਤਲਬ ਕਿ ਚਾਈਲਡ ਦੀ ਫਾਰਮ 'ਚ ਉਹ ਕਦੋਂ ਹੁੰਦਾ ਹੈ, ਬੱਚੇ ਦੇ ਰੂਪ ਵਿੱਚ ਉਹ 17, 18 ਸਾਲ ਤੱਕ ਹੁੰਦਾ। ਇਸ ਤੋਂ ਬਾਅਦ ਉਹ ਮੈਚਿਓਰ ਹੋ ਜਾਂਦਾ। ਉਸ ਤੋਂ ਅੱਗੇ ਵਿਕਾਸ ਕਿਵੇਂ ਹੁੰਦਾ ਉਹ ਤੱਕ ਤਾਂ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ। ਤਾਂ ਆਪਾਂ ਜਿਹੜੀਆਂ ਸਟੇਜਸ ਡਿਸਕਸ ਕਰਾਂਗੇ ਉਹ ਆਪਾਂ ਕਰਾਂਗੇ ਜੀ ਅਡੋਲਸੈਂਸ ਤੱਕ, 18, 19 ਸਾਲ ਦੀ ਉਮਰ ਤੱਕ ਡਿਸਕਸ ਕਰਾਂਗੇ। ਬਾਕੀ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕੋਈ ਖਾਸ ਇੰਪੋਰਟੈਂਟ ਨਹੀਂ ਹੈਗੀਆਂ, ਬਟ ਜਿਹੜਾ ਇਹ ਵਿਕਾਸ ਹੈ ਇਹ ਚੱਲਦਾ ਮੌਤ ਤੱਕ ਹੈ, ਠੀਕ ਹੈ ਜੀ। ਇਹ ਚੀਜ਼ ਤਾਂ ਧਿਆਨ ਦੇ ਵਿੱਚ ਰੱਖਿਓ। ਤਾਂ ਅਸੀਂ ਇਸ ਦੀਆਂ ਟਾਈਪਸ ਨੂੰ ਸਮਝਦੇ ਹਾਂ। ਦੇਖੋ ਜੀ, ਜਿਹੜੀਆਂ ਇਹ ਸਟੇਜਸ ਨੇ ਨਾ ਡਿਵੈਲਪਮੈਂਟ ਦੀਆਂ, ਹਰ ਇੱਕ ਮਤਲਬ ਬਹੁਤੇ ਮਨੋਵਿਗਿਆਨੀ ਨੇ ਸਾਰਿਆਂ ਨੇ ਅਲੱਗ-ਅਲੱਗ ਦਿੱਤੀਆਂ ਨੇ। ਕਿਸੇ ਨੇ ਕਿੰਨਾ ਟਾਈਮ ਮੰਨਿਆ ਇਸ ਦਾ, ਕਿਸੇ ਨੇ ਕਿੰਨਾ ਮੰਨਿਆ, ਪਰ ਮੈਂ ਤੁਹਾਨੂੰ ਇੱਕ ਐਵਰੇਜ ਜੀ ਕੱਢ ਕੇ ਦੱਸਾਂਗਾ, ਮਤਲਬ ਕਿ ਜੋ ਸਰਵ ਪ੍ਰਮਾਣਿਕ ਹੈ ਉਹ ਦੱਸਾਂਗਾ ਵੀ ਜਿਹਨੂੰ ਐਵਰੇਜ ਸਾਰੇ ਹੀ ਜਿਸ ਦੇ ਨਾਲ ਲਗਭਗ ਸਹਿਮਤ ਨੇ। ਵੈਸੇ ਕੋਈ ਕਮੀ ਨਹੀਂ, ਜਿੰਨੇ ਮਨੋਵਿਗਿਆਨੀ ਜਿੰਨੇ ਮੂੰਹ ਉਨੀਆਂ ਗੱਲਾਂ ਨੇ, ਠੀਕ ਹੈ, ਇਹਨਾਂ ਦੀਆਂ ਸਟੇਜਸ ਬਾਰੇ, ਠੀਕ ਹੈ। ਤਾਂ ਆਪਾਂ ਤਾਂ ਸਮਝਾਂਗੇ ਜੀ ਪਹਿਲਾਂ ਸਿੰਪਲੀ, ਨੋਰਮਲੀ, ਆਮ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕਿੱਦਾਂ ਦੇ ਸਵਾਲ ਪੁੱਛਿਆ ਜਾਂਦਾ ਹੈ, ਉਹ ਚੀਜ਼ਾਂ ਨੂੰ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਪਹਿਲੀ ਜੋ ਸਟੇਜ ਮੰਨੀ ਜਾਂਦੀ ਹੈ ਜੀ, ਇਹ ਮੰਨੀ ਜਾਂਦੀ ਹੈ ਕਨਸੈਪਸ਼ਨਲ ਪੀਰੀਅਡ, ਯਾਨੀ ਕਿ ਜਿਹਨੂੰ ਅਸੀਂ ਪਰੀਨੇਟਲ ਜਾਂ ਗਰਭ ਅਵਸਥਾ ਵੀ ਆਖ ਦਿੰਦੇ ਹਾਂ, ਠੀਕ ਹੈ। ਇਸ ਦੇ ਵਿੱਚ ਕੀ ਹੁੰਦਾ, ਇਸ ਦੀ ਏਜ ਮੰਨੀ ਜਾਂਦੀ ਹੈ 9 ਮਹੀਨੇ, ਠੀਕ ਹੈ। 9 ਮਹੀਨੇ ਜਨਮ ਤੋਂ ਪਹਿਲਾਂ, ਠੀਕ ਹੈ ਜੀ। 9 ਮਹੀਨੇ ਜਨਮ ਤੋਂ ਪਹਿਲਾਂ ਮਤਲਬ ਕਿ ਬੱਚਾ ਜਿਹੜਾ ਉਹ ਹਲੇ ਭਰੂਣ ਦੇ ਰੂਪ ਵਿੱਚ ਹੈ, ਠੀਕ ਹੈ, ਉਹ ਹਲੇ ਗਰਭ ਦੇ ਵਿੱਚ ਹੈ, ਉਸਨੇ ਜਨਮ ਨਹੀਂ ਹਲੇ ਲਿਆ, ਤਾਂ ਉਸ ਤੋਂ ਸਮੇਂ ਤੋਂ ਹੀ ਵਿਕਾਸ ਸ਼ੁਰੂ ਹੋ ਜਾਂਦਾ ਹੈ। ਤਾਂ ਇਸ ਕਰਕੇ ਵਿਕਾਸ ਦੀ ਇੱਕ ਪੜਾਅ ਇਸ ਨੂੰ ਵੀ ਮੰਨਿਆ ਗਿਆ ਕਨਸੈਪਸ਼ਨਲ ਪੀਰੀਅਡ, ਪ੍ਰੀਨੇਟਲ ਜਾਂ ਗਰਭ ਅਵਸਥਾ ਇਸ ਨੂੰ ਅਸੀਂ ਕਹਿ ਦਿੰਦੇ ਹਾਂ, ਠੀਕ ਹੈ। ਤਾਂ ਇਹ ਜਨਮ ਤੋਂ 9 ਕੁ ਮਹੀਨੇ, ਲਗਭਗ 9 ਕੁ ਮਹੀਨੇ ਪਹਿਲਾਂ ਦੀ ਇੱਕ ਅਵਸਥਾ ਹੈ, ਠੀਕ ਹੈ ਜੀ। ਤਾਂ ਇਹਦੇ ਬਾਰੇ ਇਹੀ ਚੀਜ਼ ਇੰਪੋਰਟੈਂਟ ਸੀ। ਦੇਖੋ ਜੀ, ਇਹ ਜਿਹੜੀ ਸਟੇਜ ਹੁੰਦੀ ਹੈ ਨਾ, ਪਹਿਲੀ ਸਟੇਜ, ਇਹ ਡਿਸਕਸ ਕਰਨ ਦਾ ਇਹੀ ਮੀਨਿੰਗ ਹੈ ਵੀ ਆਪਾਂ ਨੇ ਇਹ ਚੀਜ਼ 'ਤੇ ਬੜਾ ਜ਼ੋਰ ਦਿੱਤਾ ਹੈ ਵੀ ਜਿਹੜਾ ਵਿਕਾਸ ਹੈ ਉਹ ਬੁੰਬ ਟੂ ਟੁੰਬ ਚੱਲਦਾ, ਮੀਨਸ ਕਿ ਇਹ ਕੁੱਖ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਇਹਦਾ ਮਤਲਬ ਜਦੋਂ ਬੱਚਾ ਕੁੱਖ ਦੇ ਵਿੱਚ ਹਲੇ ਮਤਲਬ ਭਰੂਣ ਦੇ ਰੂਪ ਵਿੱਚ ਹੈ, ਤਾਂ ਉਸ ਸਮੇਂ ਤੋਂ ਹੀ ਉਸ ਦਾ ਵਿਕਾਸ ਸ਼ੁਰੂ ਹੋ ਗਿਆ। ਇਸ ਕਰਕੇ ਆਪਾਂ ਇਹਨੂੰ ਪਹਿਲੀ ਸਟੇਜ ਮੰਨਦੇ ਹਾਂ, ਠੀਕ ਹੈ। ਬਟ ਨੋਰਮਲੀ ਆਪਾਂ ਜਨਮ ਤੋਂ ਜਦੋਂ ਕਹਿੰਦੇ ਹਾਂ ਵੀ ਜਨਮ ਤੋਂ ਕਿਹੜੀਆਂ ਸਟੇਜਾਂ ਬਣਦੀਆਂ ਨੇ, ਤਾਂ ਇਹਨੂੰ ਚਲੋ ਪਹਿਲੀ ਮੰਨ ਲਓ। ਇਹ ਉਸ ਤੋਂ ਬਾਅਦ ਆ ਜਾਂਦੀ ਇਨਫੈਂਸੀ, ਜਿਹਨੂੰ ਅਸੀਂ ਸ਼ਿਸ਼ੂ ਅਵਸਥਾ ਮੰਨਦੇ ਹਾਂ। ਤਾਂ ਇਹਦੇ ਮਤਲਬ ਟਾਈਮ ਪੀਰੀਅਡ ਬਾਰੇ ਉਹੀ ਗੱਲ ਹੋ ਗਈ, ਬਹੁਤ ਜ਼ਿਆਦਾ ਵਾਦ ਵਿਵਾਦ ਨਹੀਂ, ਪਰ ਆਪਾਂ ਇੱਕ ਨੋਰਮਲੀ ਜੀ ਗੱਲ ਕਰਾਂਗੇ। ਤਾਂ ਇਸ ਦੀ ਨੋਰਮਲੀ ਗੱਲ ਇਹ ਹੈ ਕਿ ਇਸ ਨੂੰ 0 ਤੋਂ 2 ਸਾਲ, ਮਤਲਬ ਕਿ 0 ਦਾ ਮੀਨਿੰਗ ਹੋਗਾ ਵੀ ਉਹਨੇ ਜਨਮ ਲੈ ਲਿਆ, ਠੀਕ ਹੈ। ਜਦੋਂ ਜਨਮ ਲਿਆ ਨਹੀਂ ਸੀ, ਉਹ ਇੱਕ ਗਰਭ ਅਵਸਥਾ 'ਚ ਸੀ, ਹੁਣ ਉਸਨੇ ਜਨਮ ਲੈ ਲਿਆ, ਠੀਕ ਹੈ, ਪਹਿਲੇ ਦਿਨ ਤੋਂ ਸ਼ੁਰੂ ਹੋ ਗਿਆ ਜਨਮ ਦੇ। ਤਾਂ 2 ਸਾਲ ਤੱਕ ਦੀ ਜਿਹੜੀ ਏਜ ਹੈ, ਇਸ ਨੂੰ ਅਸੀਂ ਸ਼ਿਸ਼ੂ ਅਵਸਥਾ ਯਾਨੀ ਕਿ ਇਨਫੈਂਸੀ ਸਟੇਜ ਆਪਾਂ ਮੰਨਦੇ ਹਾਂ। ਪਰ ਇਸ ਦੇ ਬਾਰੇ ਵਾਦ ਵਿਵਾਦ ਵੱਡੇ ਜ਼ਿਆਦਾ ਨਹੀਂ। ਉਹ ਵਾਦ ਵਿਵਾਦ ਸਮਝਣ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਜੀ, ਇਹਨੂੰ ਸਮਝਦੇ ਹਾਂ ਕਿ ਇਸ ਦੇ ਵਿੱਚ ਕੀ ਕੁਛ ਹੁੰਦਾ ਹੈ, ਠੀਕ ਹੈ ਜੀ। ਇੱਕ ਤਾਂ ਇਹਦੇ ਵਿੱਚ ਕੀ ਆ ਗਿਆ ਵੀ ਜਿਹੜਾ ਬੱਚਾ ਹੁਣ ਨਵਜਾਤ ਹੁੰਦਾ, ਮਤਲਬ ਕਿ ਹਲੇ ਉਹਨੇ ਨਵਾਂ ਹੀ ਜਨਮ ਲਿਆ, ਇਹ ਚੀਜ਼ ਨੂੰ ਯਾਦ ਰੱਖਿਓ। ਇਸ ਤੋਂ ਬਿਨਾਂ ਕੁਝ ਹੋਰ ਗੱਲਾਂ ਨੇ ਜਿਨ੍ਹਾਂ ਨੂੰ ਤੁਸੀਂ ਸੁਣਿਓ ਜ਼ਰੂਰ, ਠੀਕ ਹੈ ਜੀ। ਗਰੋਥ ਅਤੇ ਡਿਵੈਲਪਮੈਂਟ ਸ਼ੁਰੂ ਹੋ ਜਾਂਦੇ ਨੇ ਫਿਜ਼ੀਕਲੀ, ਠੀਕ ਹੈ। ਅਤੇ ਇਸ ਤੋਂ ਬਿਨਾਂ ਰੈਪਿਡਲੀ ਹੁੰਦਾ, ਤੇਜ਼ੀ ਨਾਲ ਹੁੰਦਾ, ਮਤਲਬ ਕਿ ਪਹਿਲੇ 2 ਸਾਲਾਂ 'ਚ ਬੱਚਾ ਜਿੰਨਾ ਵੱਧ ਗਿਆ, ਠੀਕ ਹੈ, ਹੋ ਸਕਦਾ ਵੀ ਅਗਲੇ 2 ਸਾਲਾਂ 'ਚ ਉਸਦੀ ਦਾ ਮਤਲਬ ਕਹਿ ਸਕਦੇ ਆਪਾਂ ਜਿਹੜੀ ਹਾਈਟ ਹੈ ਉਹ ਉਨੀ ਨਾ ਇਨਕਰੀਜ਼ ਹੋਵੇ, ਕਿਉਂਕਿ ਛੋਟਾ ਹੁੰਦਾ ਬੱਚਾ ਜਮੀ ਭਰੂਣ ਸੀ, ਜਮੀ ਛੋਟਾ ਜਿਹਾ ਸੀ, 2 ਸਾਲਾਂ ਦੇ ਵਿੱਚ ਉਹ ਕਾਫੀ ਗਰੋਥ ਕਰ ਗਿਆ, ਠੀਕ ਹੈ। ਇਸ ਤਰ੍ਹਾਂ ਰੈਪਿਡਲੀ ਹੁੰਦਾ, ਤੇਜ਼ੀ ਨਾਲ ਹੁੰਦਾ। ਇਸ ਤੋਂ ਬਿਨਾਂ ਇਹ 1-2 ਵਰਡ ਸਟੇਜ ਹੈ, ਮਤਲਬ ਕਿ 1-2 ਸ਼ਬਦ ਉਹ ਬੱਚਾ ਜਿਹੜਾ 0 ਤੋਂ 2 ਸਾਲ ਦੀ ਉਮਰ ਵਿੱਚ ਹੀ ਸਿੱਖ ਜਾਂਦਾ ਹੈ। ਅਤੇ ਇਹ ਤਾਂ ਹੋਈਆਂ ਨੋਰਮਲ ਗੱਲਾਂ। ਇਸ ਤੋਂ ਬਿਨਾਂ ਇੱਕ ਗੱਲ ਹੋਰ ਹੈ, ਜੋ 6 ਮਹੀਨੇ, ਠੀਕ ਹੈ, ਲਗਭਗ 6 ਮਹੀਨਿਆਂ ਦਾ ਬੱਚਾ ਜਿਹੜਾ ਉਹ ਕੀ ਹੁੰਦਾ, ਆਪਣੇ ਦੰਦ ਕੱਢਣੇ ਜਿਹੜੇ ਸ਼ੁਰੂ ਕਰ ਦਿੰਦਾ, ਠੀਕ ਹੈ। ਤਾਂ ਉਹ ਇਸ ਅਵਸਥਾ ਦੇ ਵਿੱਚ ਹੀ ਆਪਣੇ ਦੰਦ ਨੇ ਜਿਹੜੇ ਉਹ ਮਤਲਬ ਕੱਢਦਾ,
ਜਿਨ੍ਹਾਂ ਨੂੰ ਆਪਾਂ ਦੁੱਧ ਵਾਲੇ ਦੰਦ ਆਖਦੇ ਹਾਂ। ਠੀਕ ਹੈ, ਉਸ ਤੋਂ ਬਾਅਦ ਇਹ ਦੰਦ ਨੇ ਜਿਹੜੇ ਉਹ अर्ਲੀ ਚਾਈਲਡਹੁੱਡ ਦੇ 'ਚ ਜਾ ਕੇ ਟੁੱਟ ਜਾਣਗੇ। ਉਸ ਤੋਂ ਬਾਅਦ ਪੱਕੇ ਦੰਦ ਆਉਣਗੇ ਉਸ 'ਤੇ, ਉਹ ਪੱਕੇ ਦੰਦ ਨੇ ਜਿਹੜੇ ਉਹ ਮਤਲਬ ਲਾਈਫ ਟਾਈਮ ਰਹਿਣਗੇ। ਠੀਕ ਹੈ, ਤਾਂ ਇਹ ਉਹ ਤਾਂ ਅਲੱਗ ਗੱਲ ਹੈ ਵੀ ਉਹ ਅਨਫੋਰਚੂਨੇਟਲੀ ਟੁੱਟ ਜਾਣ। ਠੀਕ ਹੈ, ਮਤਲਬ ਕਿ ਦੁੱਧ ਵਾਲੇ ਦੰਦ ਨੇ ਜਿਹੜੇ ਉਹ ਆਏ ਸ਼ਿਸ਼ੂ ਅਵਸਥਾ 'ਚ ਸੀ, ਬਾਲ ਅਵਸਥਾ ਦੇ 'ਚ ਉਹ ਟੁੱਟ ਕੇ ਨਵੇਂ ਆ ਗਏ, ਜੋ ਇਹਨਾਂ ਨੂੰ ਆਪਾਂ ਪਰਮਾਨੈਂਟ ਟੀਥ ਕਹਾਂਗੇ। ਠੀਕ ਹੈ ਜੀ, ਇਹ ਤਾਂ ਆਪਾਂ ਨੇ ਸਮਝ ਲਿਆ। ਪਰ ਇਸ ਤੋਂ ਬਿਨਾਂ ਜਿਹੜੇ ਵਾਦ ਵਿਵਾਦ ਨੇ ਉਹਨਾਂ ਦੇ ਵਿੱਚੋਂ ਕਈ ਵਾਰ ਪ੍ਰਸ਼ਨ ਬਣ ਜਾਂਦਾ ਹੈ, ਉਹ ਚੀਜ਼ਾਂ ਨੂੰ ਆਪਾਂ ਡਿਸਕਸ ਜ਼ਰੂਰ ਕਰਾਂਗੇ ਜੀ। ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਰਿਕਸਨ ਆ ਜਾਂਦਾ ਹੈ। ਰਿਕਸਨ ਕੀ ਆਖਦਾ ਹੈ, ਕਹਿੰਦਾ ਇਹ ਜਿਹੜੀ ਮਤਲਬ ਸਟੇਜ ਹੈ ਨਾ, ਮਤਲਬ ਉਹ ਕਹਿੰਦਾ ਵੀ ਜਨਮ ਤੋਂ 1.5-2 ਸਾਲ ਤੱਕ ਦੀ ਜਿਹੜੀ ਉਮਰ ਹੈ, ਇਹਦੇ ਵਿੱਚ ਕਹਿੰਦਾ ਬੱਚੇ ਦੇ ਵਿੱਚ ਵਿਸ਼ਵਾਸ ਬਨਾਮ ਅਵਿਸ਼ਵਾਸ ਵਾਲਾ ਕਨਸੈਪਟ ਢੁਕਦਾ ਹੈ। ਮੀਨਸ ਕਿ ਟਰਸਟ ਵਰਸਜ ਮਿਸਟਰਸਟ, ਵੀ ਬੱਚੇ ਦੇ ਨਾਲ ਜਿਹੜੇ ਨੇ ਵਧੀਆ ਵਿਵਹਾਰ ਕਰਤਾ ਉਹਦੇ ਪ੍ਰਤੀ ਬੱਚੇ ਦਾ ਵਿਸ਼ਵਾਸ ਬਣ ਜੂਗਾ, ਜਿਹੜੇ ਨੇ ਮਾੜਾ ਕਰਤਾ ਉਹਦੇ ਪ੍ਰਤੀ ਉਹ ਵਿਸ਼ਵਾਸ ਹੋ ਜੂਗਾ। ਤਾਂ ਇਸ ਤਰੀਕੇ ਨਾਲ ਇਹ ਗੱਲ ਕਰਦਾ ਹੈ ਰਿਕਸਨ। ਇਸ ਤੋਂ ਬਿਨਾਂ ਇੱਕ ਨਾਮ ਆ ਜਾਂਦਾ ਜੀ ਹਰਲੌਕ ਦਾ। ਤਾਂ ਹਰਲੌਕ ਕੀ ਆਖਦਾ, ਇਸ ਦਾ ਨਾਮ ਇੰਪੋਰਟੈਂਟ ਕਿਉਂ ਬਣ ਜਾਂਦਾ ਹੈ, ਇਹ ਇੱਕ ਤਾਂ ਇਹਨਾਂ ਦਾ ਉਸਤਾਦ ਨੇ ਜਮੀ ਕਮਾਲ ਕਰਤੀ। ਇਹ ਕਹਿੰਦਾ ਜਿਹੜੇ ਇਹ ਵਿਕਾਸ ਦੇ ਪੜਾਅ ਨੇ ਨਾ, ਕਹਿੰਦਾ ਇਹ 9 ਹੁੰਦੇ ਨੇ। ਜਿਵੇਂ ਆਪਾਂ ਨੇ ਇਹ ਚੀਜ਼ ਡਿਸਕਸ ਕੀਤੀ ਨਾ ਵੀ ਇਹ ਆਪਾਂ ਪੜ੍ਹ ਰਹੇ ਹਾਂ ਕਨਸੈਪਸ਼ਨਲ ਪੀਰੀਅਡ, ਇਨਫੈਂਸੀ ਪੀਰੀਅਡ, ਉਹ ਤਾਂ 9 ਪੜਾਅ ਆਖਦਾ ਇਸ 'ਤੇ। ਠੀਕ ਹੈ ਜੀ, ਤਾਂ ਹਰਲੋਕ ਦਾ ਨਾਮ ਇੰਪੋਰਟੈਂਟ ਕਿਉਂ ਬਣ ਗਿਆ, ਕਿਉਂਕਿ ਇਹ 9 ਪੜਾਅ ਬਣਦਾ ਹੈ। ਇਸ ਤੋਂ ਬਿਨਾਂ ਇਹ ਕੀ ਆਖਦਾ, ਕਹਿੰਦਾ ਜਿਹੜੇ ਇਹ ਇਨਫੈਂਸੀ ਹੈ ਨਾ, ਇਨਫੈਂਸੀ ਸਟੇਜ ਹੈ, ਮਤਲਬ ਕਿ ਸ਼ਿਸ਼ੂ ਅਵਸਥਾ ਹੈ, ਇਹ ਕਹਿੰਦਾ 14 ਕੁ ਦਿਨਾਂ ਦੀ ਹੁੰਦੀ ਹੈ। ਕਹਿੰਦਾ ਜਿਸ ਦਿਨ ਜਨਮ ਲੈ ਲਿਆ ਉਸ 'ਤੇ 14 ਕੁ ਦਿਨ ਤੱਕ ਕਹਿੰਦਾ ਇਹ ਸਟੇਜ ਚੱਲੂਗੀ। ਠੀਕ ਹੈ, ਅਤੇ ਇਸ ਤੋਂ ਬਿਨਾਂ ਹਰਲੋਕ ਹੈ ਜਿਹੜਾ ਉਹ ਇਹ ਆਖਦਾ, ਕਹਿੰਦਾ ਇਹ ਕੀ ਇੱਕ ਡੇਂਜਰਸ ਪੀਰੀਅਡ ਹੈ। ਬੱਚੇ ਦੀ ਦੇਖਭਾਲ ਨਾ ਕੀਤੀ ਨਾ, ਤਾਂ ਹੀ ਕੀ ਕਹਿੰਦੇ ਨੇ ਵੀ ਕਈ ਵਾਰ ਜਨਮ ਤੋਂ ਤੁਰੰਤ ਜਿਹੜੀ ਬੱਚੇ ਦੀ ਮੌਤ ਹੋ ਗਈ, ਤਾਂ ਉਹ ਕਹਿੰਦਾ ਵੀ ਕਈ ਵਾਰ ਇਸ ਦੇ ਵਿੱਚ ਤੁਸੀਂ ਇਹ ਡੇਂਜਰਸ ਪੀਰੀਅਡ ਸੀ ਕਹਿੰਦਾ ਉਸਦਾ, ਵੀ ਉਸ ਦੀ ਦੇਖਭਾਲ ਨਾ ਹੋਈ ਤਾਂ ਉਸ ਦੀ ਮੌਤ ਹੋਣ ਦੇ ਵੀ ਕਹਿੰਦਾ ਚਾਂਸ ਨੇ 14 ਦਿਨਾਂ ਦੇ ਵਿੱਚ। ਠੀਕ ਹੈ, ਅਤੇ ਉਸ ਤੋਂ ਬਿਨਾਂ ਉਹ ਅਪੀਲਿੰਗ ਏਜ ਆਖਦਾ, ਕਹਿਣ ਦਾ ਭਾਵ ਵੀ ਉਹ ਅਪੀਲ ਕਰਦਾ ਹੈ ਨਾ, ਵੀ ਉਹਨੇ ਦੁੱਧ ਪੀਣਾ ਹੈ, ਬੱਚੇ ਨੂੰ ਭੁੱਖ ਲੱਗੀ ਹੈ। ਇਸ ਤੋਂ ਬਿਨਾਂ ਵੱਖ-ਵੱਖ ਕਿਰਿਆਵਾਂ ਨੇ, ਕਹਿੰਦਾ ਉਹ ਅਪੀਲ ਕਰਦਾ ਰਹਿੰਦਾ ਵੀ ਜਦੋਂ ਉਹਨੂੰ ਦੁੱਧ ਭੁੱਖ ਲੱਗੀ ਉਹ ਰੋਣ ਲੱਗ ਗਿਆ। ਤਾਂ ਇਸ ਤਰ੍ਹਾਂ ਉਹ ਇਸ ਨੂੰ ਅਪੀਲਿੰਗ ਏਜ ਵੀ ਆਖਦਾ ਹਰਲੌਕ। ਠੀਕ ਹੈ ਜੀ, ਤਾਂ ਇਸ ਕਰਕੇ ਇਸ ਦਾ ਨਾਮ ਬਣ ਗਿਆ ਜੀ ਇੰਪੋਰਟੈਂਟ। ਅਤੇ ਇੱਕ ਉਹ ਪਹਿਲੇ ਸੰਵੇਗ ਦੀ ਗੱਲ ਕਰਦਾ ਵੀ ਜਿਹੜੀ ਉਤੇਜਨਾ ਉਹ ਪਹਿਲਾ ਸੰਵੇਗ ਹੈ। ਠੀਕ ਹੈ ਜੀ, ਤਾਂ ਇਹ ਚੀਜ਼ਾਂ ਦੀ ਤਾਂ ਗੱਲ ਕਰ ਲਈ ਹਰਲੋਕ ਨੇ। ਪਰ ਇਸ ਤੋਂ ਬਿਨਾਂ ਹਲੇ ਮਿਟੇ ਨਹੀਂ, ਇੱਕ ਆ ਗਿਆ ਵੈਲੇਂਟਾਈਨ। ਠੀਕ ਹੈ, ਤਾਂ ਵੈਲੇਂਟਾਈਨ ਕੀ ਆਖਦਾ, ਕਹਿੰਦਾ ਇਹ ਆਈਡਲ ਪੀਰੀਅਡ ਆਫ ਲਾਈਫ ਹੈ। ਮਤਲਬ ਇਹ ਜਿਹੜੀ ਇਨਫੈਂਸੀ ਸਟੇਜ ਹੈ, ਇਸ ਨੂੰ ਉਹ ਕੀ ਆਖਦਾ, ਆਈਡਲ ਪੀਰੀਅਡ ਆਫ ਲਾਈਫ। ਕੌਣ ਜੀ, ਵੈਲੇਂਟਾਈਨ। ਅਤੇ ਇਸ ਮਤਲਬ ਪੰਜਾਬੀ 'ਚ ਆਪਾਂ ਕਹਿ ਸਕਦੇ ਹਾਂ ਵੀ ਆਦਰਸ਼ ਕਾਲ ਮੰਨਿਆ ਗਿਆ ਇਸ ਨੂੰ ਜੀਵਨ ਦਾ। ਇਸ ਤੋਂ ਬਿਨਾਂ ਫਰਾਇਡ। ਠੀਕ ਹੈ ਜੀ, ਤਾਂ ਫਰਾਇਡ ਕੀ ਆਖਦਾ, ਇਹ ਅਵਧੀ ਚਲਾਉਣ ਵਾਸਤੇ ਆ ਗਿਆ। ਇਹ ਕੀ ਆਖਦਾ, ਕਹਿੰਦਾ ਜ਼ਿੰਦਗੀ ਦਾ ਨਿਰਮਾਣ ਕਰਦੀ ਇਹ ਸਟੇਜ ਤਾਂ ਕਹਿੰਦਾ। ਠੀਕ ਹੈ, ਤਾਂ ਉਹ ਕੀ ਆਖਦੇ ਇਸ ਨੂੰ ਫਾਰਮੇਸ਼ਨ ਪੀਰੀਅਡ ਕਹਿ ਸਕਦੇ ਹਾਂ ਲਾਈਫ ਦਾ। ਠੀਕ ਹੈ, ਤਾਂ ਜ਼ਿੰਦਗੀ ਦਾ ਨਿਰਮਾਣ ਕਾਲ ਆਖਦਾ ਇਸ ਨੂੰ। ਅਤੇ ਇਸ ਤੋਂ ਬਿਨਾਂ ਇੱਕ ਆ ਗਿਆ ਫਿਰ ਕਾਰਲ ਯੰਗ। ਉਹ ਕਹਿੰਦਾ ਮੈਂ ਕਿਉਂ ਪਿੱਛੇ ਰਹਾਂ। ਠੀਕ ਹੈ, ਉਹ ਕਹਿੰਦਾ ਇਹ ਉਹ ਸਟੇਜ ਹੁੰਦੀ ਹੈ ਵੀ ਜਦੋਂ ਬੱਚੇ ਦੇ ਵਿੱਚ ਕੀ ਹੁੰਦੀ ਹੈ, ਅਸਮਾਜਿਕਤਾ ਹੁੰਦੀ ਹੈ। ਲਗਭਗ ਅਸਮਾਜਿਕਤਾ ਨਾਲ ਤਾਂ ਸਾਰੇ ਕਾਫੀ ਜਿਹੜੇ ਮਨੋਵਿਗਿਆਨੀ ਸਹਿਮਤ ਨਹੀਂ। ਮਤਲਬ ਕਿ ਬੱਚੇ ਨੂੰ ਸਮਾਜ ਤੱਕ ਇਸ ਸਟੇਜ ਦੇ ਵਿੱਚ ਕੋਈ ਮਤਲਬ ਨਹੀਂ ਹੁੰਦਾ ਵੀ ਸਮਾਜ ਦੇ ਵਿੱਚ ਚਾਹੇ ਕੁਛ ਹੋਵੇ, ਕੋਈ ਮਰੇ, ਕੋਈ ਖਪੇ, ਕੋਈ ਜੰਮੇ, ਕੋਈ ਮਤਲਬ ਨਹੀਂ ਕਹਿੰਦਾ ਉਸਨੂੰ। ਬਸ ਉਹ ਆਪਣੀ ਮਸਤੀ ਦੇ ਵਿੱਚ ਹੀ ਕੀ ਰਹਿੰਦਾ, ਮਸਤ ਰਹਿੰਦਾ। ਤਾਂ ਇਸੇ ਚੀਜ਼ ਨੂੰ ਕਾਰਲ ਯੰਗ ਕੀ ਆਖਦਾ, ਇੰਟਰੋਵਰਜ਼ਨ ਆਖਦਾ। ਠੀਕ ਹੈ, ਇੰਟਰੋਵਰਜ਼ਨ ਆਖਦਾ। ਅਤੇ ਅਗਲੀਆਂ ਸਟੇਜਾਂ ਦੇ ਵਿੱਚ ਜਿਹੜਾ ਕਾਰਲ ਯੰਗ ਹੈ ਉਹ ਕੀ ਆਖਦਾ, ਕਹਿੰਦਾ ਐਕਸਟਰੋਵਰਜ਼ਨ ਹੋ ਜਾਂਦਾ ਹੈ। ਮਤਲਬ ਉਸਨੂੰ ਆਲੇ ਦੁਆਲੇ ਨਾਲ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਜਦੋਂ ਉਹ ਵੱਡਾ ਹੋ ਜਾਂਦਾ ਹੈ। ਮਤਲਬ ਵੀ ਉਹ ਆਪਣੇ ਆਲੇ ਦੁਆਲੇ ਤੋਂ ਵੀ ਚੀਜ਼ਾਂ ਨੂੰ ਕੈਚ ਕਰਨੀਆਂ ਸਿੱਖ ਜਾਂਦਾ ਹੈ, ਅਤੇ ਉਸਦਾ ਆਪਣੇ 'ਤੇ ਧਿਆਨ ਨਹੀਂ ਇੰਨਾ ਰਹਿੰਦਾ, ਬਾਹਰ ਧਿਆਨ ਭਟਕਣ ਲੱਗ ਜਾਂਦਾ ਹੈ। ਪਰ ਇੰਟਰੋਵਰਜ਼ਨ ਉਹ ਇਨਫੈਂਸੀ ਨੂੰ ਹੀ ਆਖਦਾ। ਠੀਕ ਹੈ ਜੀ, ਤਾਂ ਇਹ ਚੀਜ਼ਾਂ ਹੋ ਗਈਆਂ। ਇਸ ਤੋਂ ਬਿਨਾਂ ਇੱਥੇ ਜੀ ਇੱਕ ਹੋਰ ਵਾਟਸਨ। ਠੀਕ ਹੈ, ਤਾਂ ਵਾਟਸਨ ਨੂੰ ਆਪਾਂ ਕਿਵੇਂ ਭੁੱਲ ਗਏ। ਵਾਟਸਨ ਨੇ ਤਾਂ ਇੱਥੋਂ ਤੱਕ ਆਖਦਾ, ਕਹਿੰਦਾ ਜਦੋਂ ਬੱਚਾ ਇਹ ਸਟੇਜ 'ਚ ਹੋਵੇ ਨਾ, ਜਨਮ ਉਹਨੇ ਲਿਆ ਹੋਵੇ, ਕਹਿੰਦਾ ਮੈਨੂੰ ਇੱਕ ਬੱਚਾ ਫੜਾ ਦਿਓ ਕੋਈ ਮਰਜ਼ੀ, ਤੁਸੀਂ ਜੋ ਚਾਹੋਗੇ, ਕਹਿੰਦਾ ਮੈਂ ਉਹੋ ਜਿਹਾ ਬਣਾ ਦੂੰਗਾ ਉਹਨੂੰ। ਕਹਿਣ ਦਾ ਭਾਵ ਉਹ ਕੀ ਆਖਦਾ ਸੀ, ਕਹਿੰਦਾ ਵਾਤਾਵਰਨ ਹੈ ਜਿਹੜਾ ਬੱਚੇ ਨੂੰ ਉਹ ਵੱਡੇ ਪੱਧਰ 'ਤੇ ਪ੍ਰਭਾਵਿਤ ਕਰਦਾ ਵੀ ਜਦੋਂ ਉਹਨੇ ਜਨਮ ਲੈ ਲਿਆ ਉਸ ਸਮੇਂ ਕਿਸ ਤਰ੍ਹਾਂ ਦਾ ਵਾਤਾਵਰਨ ਸੀ, ਕਿਸ ਤਰ੍ਹਾਂ ਦੇ ਵਾਤਾਵਰਨ ਵਿੱਚ ਉਹ ਵੱਡਾ ਹੋਊਗਾ, ਹੌਲੀ ਹੌਲੀ ਕਹਿੰਦਾ ਉਸ ਤਰ੍ਹਾਂ ਦਾ ਬਣ ਜੂਗਾ ਉਹ। ਠੀਕ ਹੈ, ਤਾਂ ਵਾਟਸਨ ਇਸ ਚੀਜ਼ ਦੀ ਗੱਲ ਕਰ ਗਿਆ। ਤਾਂ ਇਸ ਤਰੀਕੇ ਨਾਲ ਆਪਾਂ ਨੇ ਇਹ ਸਟੇਜ ਬਾਰੇ ਬਹੁਤਾ ਕੁਝ ਸਮਝ ਲਿਆ। ਇਸ ਤੋਂ ਬਾਅਦ ਆਪਾਂ ਡਿਸਕਸ ਕਰਦੇ ਹਾਂ ਜੀ ਅਗਲੀ ਸਟੇਜ, ਜਿਸ ਨੂੰ ਅਰਲੀ ਚਾਈਲਡਹੁੱਡ ਕਹਿ ਦਿੰਦੇ ਆਪਾਂ, ਯਾਨੀ ਕਿ ਪੂਰਵ ਬਾਲ ਅਵਸਥਾ ਕਹਿ ਦਿੰਦੇ ਹਾਂ। ਤਾਂ ਇਹਦੀ ਏਜ ਜਿਹੜੀ ਉਹਦੇ ਬਾਰੇ ਵੀ ਵੱਡੇ ਮਤਭੇਦ ਨੇ, ਕੋਈ ਇਸ ਨੂੰ ਕਿੰਨੀ ਮੰਨਦਾ, ਕੋਈ ਇਸ ਨੂੰ ਕਿੰਨੀ ਮੰਨਦਾ। ਪਰ ਆਪਾਂ ਇੱਕ ਆਈਡੀਆ ਦਿੰਦੇ ਹਾਂ ਤੁਹਾਨੂੰ ਵੀ ਤੁਸੀਂ ਇਸ ਨੂੰ ਕੀ ਸਪੋਜ਼ ਕਰ ਸਕਦੇ ਹੋ। ਤੁਸੀਂ ਇੱਦਾਂ ਕਰਿਓ ਜੀ, ਤੁਸੀਂ ਇਹਨੂੰ ਮਤਲਬ 2 ਤੋਂ 6 ਤੱਕ ਅਪਰੋਕਸੀਮੇਟ ਮੰਨ ਲਿਓ। ਠੀਕ ਹੈ, 2 ਤੋਂ
6 ਸਾਲ ਤੱਕ, ਠੀਕ ਹੈ। ਇਹਨੂੰ ਅਪਰੋਕਸੀਮੇਟ ਮੰਨ ਲਿਓ, ਪੂਰਵ ਬਾਲ ਅਵਸਥਾ ਯਾਨੀ ਕਿ अर्ਲੀ ਚਾਈਲਡਹੁੱਡ। ਇਸ ਦੇ ਕਾਫੀ ਨਾਮ ਨੇ, ਮਤਲਬ ਇਹਨੂੰ ਅਲੱਗ-ਅਲੱਗ ਨਾਮਾਂ ਦੇ ਨਾਲ ਵੀ ਪੁਕਾਰਿਆ ਜਾਂਦਾ ਹੈ। ਉਹ ਕਿਹੜੇ-ਕਿਹੜੇ ਨੇ ਸੁਣਨਾ ਇੰਪੋਰਟੈਂਟ ਹੋਏਗਾ। ਪ੍ਰੀ ਸਕੂਲ ਏਜ, ਮਤਲਬ ਕਿ ਹਾਲੇ ਸਕੂਲ 'ਚ ਨਹੀਂ ਜਾਣ ਲੱਗਿਆ, ਸਕੂਲ ਤੋਂ ਜਾਣ ਤੋਂ ਪਹਿਲਾਂ ਦੀ ਏਜ ਹੈ। ਪਲੇ ਏਜ ਹੈ, ਟੋਆਏ ਏਜ ਹੈ। ਇਸ ਤੋਂ ਬਿਨਾਂ ਫਸਟ ਟੈਸਟ ਸੋਸ਼ਲਾਈਜੇਸ਼ਨ ਹੁੰਦਾ ਹੈ। ਸੋਸ਼ਲਾਈਜੇਸ਼ਨ ਸਭ ਤੋਂ ਜ਼ਿਆਦਾ ਤੇਜ਼ ਹੁੰਦਾ ਹੈ, ਮਤਲਬ 2 ਤੋਂ 6 ਸਾਲ ਦੀ ਉਮਰ ਵਿੱਚ ਬੱਚਾ ਸਮਾਜ ਦੇ ਵਿੱਚ ਥੋੜ੍ਹਾ ਜਿਹਾ ਜਾਣ ਲੱਗ ਗਿਆ ਅਤੇ ਉਹ ਮਤਲਬ ਸਮਾਜ ਤੋਂ ਵੱਧ ਚੀਜ਼ਾਂ ਕੈਚ ਕਰਦਾ ਹੈ, ਤਾਂ ਸੋਸ਼ਲਾਈਜੇਸ਼ਨ ਜਿਹੜਾ ਉਹ ਫਾਸਟ ਹੁੰਦਾ ਹੈ। ਇਸ ਤੋਂ ਬਿਨਾਂ ਇਹ ਪਰੀ ਗੈਂਗ ਏਜ ਹੈ, ਠੀਕ ਹੈ ਜੀ। ਸੈਂਸਿਟਿਵ ਪੀਰੀਅਡ ਹੈ, ਕ੍ਰਿਟੀਕਲ ਪੀਰੀਅਡ ਕਿਹਾ ਗਿਆ, ਇੰਪੋਰਟੈਂਟ ਪੀਰੀਅਡ ਕਿਹਾ ਗਿਆ, ਜਿਹਨੂੰ ਡਿਟੇਲ ਕਹਿ ਸਕਦੇ ਹਾਂ ਆਪਾਂ, ਠੀਕ ਹੈ। ਇਸ ਤੋਂ ਬਿਨਾਂ ਕੁਐਸ਼ਨਿੰਗ ਕਹਿ ਸਕਦੇ ਹਾਂ ਵੀ ਉਹ ਕੁਐਸ਼ਨਿੰਗ ਕਰਨੀ ਸਿੱਖ ਜਾਂਦਾ ਹੈ 2 ਤੋਂ 6 ਸਾਲ ਦੀ ਉਮਰ 'ਚ, ਮਤਲਬ ਕਿ अर्ਲੀ ਚਾਈਲਡਹੁੱਡ 'ਚ। ਇਹੀ ਚੀਜ਼ਾਂ ਹੋ ਗਈਆਂ ਡਿਸਕਸ। ਇਸ ਤੋਂ ਬਿਨਾਂ ਆਪਾਂ ਅਗਲੀ ਸਟੇਜ ਡਿਸਕਸ ਕਰਦੇ ਹਾਂ ਜੀ ਲੇਟਰ ਚਾਈਲਡਹੁੱਡ, ਜਿਹਨੂੰ ਅਸੀਂ ਉੱਤਰ ਬਾਲ ਅਵਸਥਾ ਕਹਾਂਗੇ। ਇਹਨੂੰ ਆਪਾਂ ਮੰਨ ਸਕਦੇ ਹਾਂ 6 ਤੋਂ 12 ਸਾਲ ਅਪਰੋਕਸ, ਠੀਕ ਹੈ। 6 ਤੋਂ 12 ਜਾਂ 11-12 ਮਤਲਬ ਵਾਦ ਵਿਵਾਦ ਹੀ ਹੈ ਨਾ, ਕੋਈ 11 ਮੰਨਦਾ ਕੋਈ 12 ਮੰਨਦਾ। ਅਸੀਂ ਇੱਕ ਮਤਲਬ ਆਪਸ਼ਨ ਦੇ ਅਕੋਰਡਿੰਗ ਚੱਲਿਓ। ਆਪਸ਼ਨ 'ਚ 6 ਤੋਂ 12 ਪਿਆ ਹੋਇਆ 6 ਤੋਂ 12 ਲਾ ਦਿਓ, 6 ਤੋਂ 11 ਪਿਆ ਹੋਇਆ 11 ਲਾ ਦਿਓ, ਠੀਕ ਹੈ। ਤਾਂ ਇੱਦਾਂ ਹੁੰਦਾ ਹੈ, ਮਤਲਬ ਕੁਝ ਕੁ ਥਾਵਾਂ 'ਤੇ ਇਹਨੂੰ 10 ਵੀ ਲਿਖਿਆ ਮੰਨਿਆ ਜਾਂਦਾ, ਮਤਲਬ ਅਲੱਗ-ਅਲੱਗ ਸਾਰਿਆਂ ਦੇ ਆਪ ਜਿੰਨੇ ਮੂੰਹ ਉਨੀਆਂ ਗੱਲਾਂ ਨੇ, ਪਰ ਤੁਹਾਨੂੰ ਇੱਕ ਅਪਰੋਕਸ ਜੀ ਚੀਜ਼ ਦੱਸਤੀ ਵੀ 6 ਤੋਂ 12 ਜਾਂ 11, ਠੀਕ ਹੈ ਜੀ। ਤਾਂ ਇਸ ਏਜ ਨੂੰ ਮਤਲਬ ਕਿ ਜਿਹੜਾ ਲੇਟਰ ਚਾਈਲਡਹੁੱਡ ਹੈ, ਇਹਨੂੰ ਇੱਕ ਤਾਂ ਗੋਲਡਨ ਪੀਰੀਅਡ ਕਿਹਾ ਜਾਂਦਾ ਹੈ, ਮਤਲਬ ਕਿ ਸੁਨਹਿਰੀ ਕਾਲ ਕਹਿ ਸਕਦੇ ਹਾਂ, ਠੀਕ ਹੈ ਜੀ। ਸਕੂਲ ਏਜ ਆ ਗਈ, ਬੱਚਾ ਸਕੂਲ ਦੇ ਵਿੱਚ ਜਾਣ ਲੱਗ ਗਿਆ। ਕਿਉਂਕਿ ਦੇਖੋ ਤੁਸੀਂ ਇਹ ਵੈਸੇ ਸੋਚੋ ਵੀ ਕੀ ਕਿਹਾ ਜਾਂਦਾ ਹੈ ਵੀ 6 ਸਾਲ ਦਾ ਬੱਚਾ ਜਿਹੜਾ ਉਹ ਕੀ ਕਰੂਗਾ, ਪੜ੍ਹਨਾ ਸ਼ੁਰੂ ਕਰ ਦੂਗਾ, ਮਤਲਬ ਉਹ ਸਕੂਲ ਦੇ ਵਿੱਚ ਜਾਣਾ ਸ਼ੁਰੂ ਕਰਤਾ ਉਹਨੇ। ਵੈਸੇ ਅੱਜ ਕੱਲ੍ਹ ਕੀ ਹੈ ਵੀ ਉਹ ਬੱਚੇ ਨੇ ਜਿਹੜੇ ਮਤਲਬ KG ਵਗੈਰਾ ਹੈ ਨਾ, ਨਰਸਰੀ ਵਗੈਰਾ, ਉਹ ਪਹਿਲੀ ਏਜ 'ਚ ਸ਼ੁਰੂ ਹੋ ਜਾਂਦੀਆਂ ਨੇ। ਪਰ ਪਹਿਲਾਂ ਕੀ ਮਤਲਬ, ਪਹਿਲਾਂ ਸਿੰਪਲ ਮਾਨਤਾ ਕੀ ਹੁੰਦੀ ਸੀ, ਬੱਚਾ 5 ਸਾਲ ਦਾ ਹੋ ਗਿਆ, 6ਵੇਂ ਸਾਲ 'ਚ ਜਾ ਕੇ ਉਹ ਸਕੂਲ ਜਾਣ ਲੱਗੂਗਾ। ਤਾਂ ਉਸੇ ਕਰਕੇ ਇਸ ਦਾ ਨਾਂ ਕੀ ਪੈ ਗਿਆ ਸੀ। ਇਸ ਸਟੇਜ ਨੂੰ ਅਸੀਂ ਅਲੱਗ-ਅਲੱਗ ਨਾਮਾਂ ਦੇ ਨਾਲ ਜਾਣਦੇ ਹਾਂ, ਜਿਵੇਂ ਕਿ ਨੰਬਰ 1 ਆਪਾਂ ਕਹਿ ਸਕਦੇ ਹਾਂ ਇਸ ਨੂੰ ਸਕੂਲ ਏਜ ਕਹਿ ਸਕਦੇ ਹਾਂ। ਇਸ ਤੋਂ ਬਿਨਾਂ ਗੈਂਗ ਏਜ ਕਹਿ ਸਕਦੇ ਹਾਂ। ਇਸ ਤੋਂ ਬਿਨਾਂ ਕਹਿ ਸਕਦੇ ਹਾਂ ਆਪਾਂ ਲਰਨ ਬਾਏ ਕੌਨਕਰੀਟ, ਮਤਲਬ ਕਿ ਮੂਰਤ ਚੀਜ਼ਾਂ ਨੂੰ ਦੇਖ ਕੇ ਸਿੱਖਦਾ ਉਹ, ਠੀਕ ਹੈ। ਮਤਲਬ ਹਾਲੇ ਉਹਦੇ ਵਿੱਚ ਮਤਲਬ ਕਲਪਨਾ ਨਹੀਂ ਹਲੇ ਆਈ, ਉਹ ਮੂਰਤ ਚੀਜ਼ਾਂ ਨੂੰ ਦੇਖੂਗਾ, ਠੀਕ ਹੈ। ਕੌਨਕਰੀਟ ਚੀਜ਼ਾਂ ਨੂੰ ਦੇਖ ਕੇ ਹੀ ਸਿੱਖੂਗਾ। ਬਾਕੀ ਚੀਜ਼ਾਂ ਆਪਾਂ ਪਿਆਜੇ 'ਚ ਡਿਸਕਸ ਕਰ ਲਾਂਗੇ। ਇਸ ਤੋਂ ਬਿਨਾਂ ਇਹਨੂੰ ਸੂਡੋ ਮੈਚੋਰਿਟੀ ਕਾਲ ਵੀ ਕਹਿ ਦਿੰਦੇ ਆਪਾਂ, ਠੀਕ ਹੈ। ਸੂਡੋ ਮੈਚੋਰਿਟੀ ਦਾ ਵੀ ਆਪਾਂ ਇਹਦੇ ਵਿੱਚ ਹੀ ਕਵਰ ਕਰ ਲੈਂਦੇ ਹਾਂ। ਪਰ ਇੱਥੇ ਇੱਕ ਚੀਜ਼ ਹੋਰ ਦੇਖਣ ਵਾਲੀ ਹੁੰਦੀ ਹੈ ਕਿ ਲੇਟਰ ਚਾਈਲਡਹੁੱਡ ਦੇ ਵਿੱਚ ਮਤਲਬ ਕਿ ਇੱਕ ਬੁਆਏ ਹੈ, ਇੱਕ ਗਰਲ ਹੈ, ਠੀਕ ਹੈ। ਇੱਥੇ ਕੀ ਹੋਊਗਾ ਵੀ ਲੇਟਰ ਚਾਈਲਡਹੁੱਡ ਦੇ ਵਿੱਚ ਕਈ ਵਾਰ ਜਿਹੜੀ ਗਰਲ ਹੈ ਉਸ ਦੀ ਹਾਈਟ ਜ਼ਿਆਦਾ ਇਨਕਰੀਜ਼ ਹੁੰਦੀ ਹੈ ਬੁਆਇਜ਼ ਦੇ ਮੁਕਾਬਲੇ। ਪਰ ਅੱਗੇ ਜਾ ਕੇ ਕੀ ਹੁੰਦੇ ਨੇ, ਉਹ ਜਦੋਂ ਅਡੋਲਸੈਂਸ ਏਜ 'ਚ ਚਲੇ ਜਾਂਦੇ ਨੇ ਤਾਂ ਉੱਥੇ ਕੀ ਹੋ ਜਾਂਦਾ ਵੀ ਉਹ ਲੜਕੀ ਦੀ ਏਜ ਜਿਹੜੀ ਥੋੜ੍ਹੀ ਮਤਲਬ ਏਜ ਨਹੀਂ ਕਹਿ ਸਕਦੇ, ਹਾਈਟ ਕਹਿ ਰਿਹਾ ਮੈਂ, ਠੀਕ ਹੈ। ਗਰਲਸ ਦੀ ਜਿਹੜੀ ਹਾਈਟ ਹੈ ਉਹ ਕੀ ਹੁੰਦੀ ਹੈ, ਥੋੜ੍ਹੀ ਜਿਹੀ ਰੈਪਿਡਲੀ ਇਨਕਰੀਜ਼ ਹੁੰਦੀ ਹੈ ਲੇਟਰ ਚਾਈਲਡਹੁੱਡ ਦੇ ਵਿੱਚ ਬੁਆਇਜ਼ ਦੇ ਮੁਕਾਬਲੇ, ਠੀਕ ਹੈ। ਉਸ ਤੋਂ ਬਾਅਦ ਅੱਗੇ ਅਡੋਲਸੈਂਸ 'ਚ ਕੀ ਹੋਊਗਾ ਵੀ ਲੜਕੀ ਦੀ ਜਿਹੜੀ ਹਾਈਟ ਹੈ ਉਹ ਮਤਲਬ ਇੱਕ ਤਰ੍ਹਾਂ ਹੌਲੀ ਵਧੂਗੀ ਅਤੇ ਲੜਕੇ ਜਿਹੜਾ ਇੱਕਦਮ ਵੱਧ ਜੂਗਾ ਅਤੇ ਉਹ ਅਡੋਲਸੈਂਸ ਦੇ ਵਿੱਚ ਜਾ ਕੇ ਇਕੁਅਲ ਹੋ ਜਾਣਗੇ। ਤਾਂ ਉਹੀ ਗੱਲ ਆ ਗਈ ਵੀ ਪੈਟਰਨ ਅਲੱਗ ਤਾਂ ਸੇਮ ਹੈ, ਬਟ ਇਸ ਦਾ ਰੇਟ ਅਲੱਗ-ਅਲੱਗ ਹੈ। ਜਿਵੇਂ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਵੀ ਕਿਸੇ 'ਚ, ਠੀਕ ਹੈ, ਹਾਈਟ ਇੱਕਦਮ ਵੱਧ ਜੇ, ਕਿਸੇ ਦੀ ਹੌਲੀ ਵਧੇ, ਪਰ ਉਹਨਾਂ ਦਾ ਰੇਟ ਹੈ ਜਿਹੜਾ ਅਲੱਗ-ਅਲੱਗ ਹੋ ਗਿਆ, ਪਰ ਪੈਟਰਨ ਇੱਕ ਹੈ। ਪੈਟਰਨ ਕੀ ਆਖਦਾ ਵੀ ਇਹ ਜਿਹੜੀ ਹਾਈਟ ਹੈ ਉਹ ਵਧੂਗੀ, ਪੈਟਰਨ ਤਾਂ ਇਹ ਆਖਦਾ, ਪਰ ਰੇਟ ਕੀ ਆਖਦਾ ਵੀ ਹਾਈਟ ਕਿਸੇ ਦੀ ਵੱਧ ਕਿਸੇ ਦੀ ਘੱਟ ਵੱਧ ਗਈ, ਠੀਕ ਹੈ, ਇਹ ਰੇਟ ਹੈ। ਤਾਂ ਇਹ ਚੀਜ਼ ਆਪਾਂ ਨੇ ਡਿਸਕਸ ਕਰ ਲਈ। ਇਸ ਤੋਂ ਬਿਨਾਂ ਆਪਾਂ ਡਿਸਕਸ ਕਰਦੇ ਹਾਂ ਜੀ ਅਡੋਲਸੈਂਸ, ਜੋ ਇੱਕ ਇੰਪੋਰਟੈਂਟ ਚੀਜ਼ ਬਣ ਜਾਂਦੀ ਹੈ। ਤਾਂ ਅਡੋਲਸੈਂਸ ਦੇ ਬਾਰੇ ਵਿੱਚ ਕੀ ਵਿਚਾਰ ਹੈ ਕਿ ਇੱਕ ਅਜਿਹੀ ਅਵਸਥਾ ਇਹ ਜਿਹਦੇ ਵਿੱਚ ਜਿਹੜੇ ਮਤਲਬ ਬੱਚੇ ਉਹਨਾਂ 'ਚ ਸਟਰੈਸ ਵੀ ਹੋ ਸਕਦਾ, ਸਟੋਰਮ ਵੀ ਹੋ ਸਕਦਾ, ਮਤਲਬ ਪੂਰੀ ਤੂਫਾਨੀ ਅਵਸਥਾ ਹੈ, ਉਹਦੇ ਵਿੱਚ ਪੂਰੀ ਜ਼ਿਆਦਾ ਐਨਰਜੀ ਹੁੰਦੀ ਹੈ। ਅਤੇ ਇਹਨੂੰ ਕਿੰਨੀ ਏਜ ਮੰਨਿਆ ਗਿਆ, ਮਤਲਬ ਇਹਨੂੰ ਅਪਰੋਕਸੀਮੇਟ 12 ਤੋਂ 18 ਮੰਨਿਆ ਗਿਆ। ਕੋਈ 12 ਤੋਂ ਇਹਨੂੰ ਕਹਿ ਦਿੰਦਾ, 12 ਤੋਂ 19 ਵੀ ਕਹਿ ਦਿੰਦਾ, ਕੋਈ 11 ਤੋਂ 18 ਕਹਿ ਦਿੰਦਾ, 11 ਤੋਂ 19 ਕਹਿ ਦਿੰਦਾ, ਮਤਲਬ ਅਲੱਗ-ਅਲੱਗ ਮਤਭੇਦ ਨੇ। ਮੈਂ ਤੁਹਾਨੂੰ ਸਿੰਪਲ ਇੱਕ ਆਈਡੀ ਦੇਤਾ 12 ਤੋਂ 18, ਠੀਕ ਹੈ ਜੀ। ਅਤੇ ਇਸ ਨੂੰ ਕੀ ਕਿਹਾ ਜਾਂਦਾ, ਇੱਕ ਤੂਫਾਨੀ ਅਵਸਥਾ ਕਿਹਾ ਜਾਂਦਾ ਹੈ। ਇਸ ਤੋਂ ਬਿਨਾਂ ਜਿਹੜਾ ਸਟੇਨਲੇ ਹਾਲ, ਇਹ ਇਸ ਨੂੰ ਪੀਰੀਅਡ ਆਫ ਸਟ੍ਰੈਸ ਐਂਡ ਸਟੋਰਮ ਕਹਿ ਗਿਆ। ਅਤੇ ਨਾਲ ਉਹ ਇਸ ਚੀਜ਼ ਦਾ ਉਸਨੇ ਜ਼ਿਕਰ ਆਪਣੀ ਬੁੱਕ ਅਡੋਲਸੈਂਸ ਦੇ ਵਿੱਚ ਕੀਤਾ ਹੈ। ਅਤੇ ਇਸ ਤੋਂ ਬਿਨਾਂ ਜੇਕਰ ਆਪਾਂ ਗੱਲ ਕਰੀਏ ਇਸ ਅਵਸਥਾ ਦੇ ਵਿੱਚ ਕੀ ਕੁਛ ਹੁੰਦਾ ਹੈ, ਬੱਚਿਆਂ ਦੇ ਵਿੱਚ ਲੀਡਰਸ਼ਿਪ ਦੇ ਗੁਣ ਆ ਜਾਂਦੇ ਨੇ, ਉਹ ਅੱਗੇ ਲੱਗਿਆ ਫਿਰਦਾ ਹੁੰਦਾ ਵੀ ਮੈਂ ਇਹ ਸਭ ਕੁਛ ਹਾਂ, ਠੀਕ ਹੈ। ਅਤੇ ਜਦ ਕਿ ਉਹਦੀ ਆਈਡੈਂਟੀਟੀ ਦਾ ਕ੍ਰਾਈਸਿਸ ਚੱਲ ਰਿਹਾ ਹੈ, ਠੀਕ ਹੈ, ਵੀ ਉਹਨੂੰ ਪਤਾ ਤਾਂ ਹੈ ਨਹੀਂ ਵੀ ਅਸਲ ਦੇ ਵਿੱਚ ਉਹ ਹਾਲੇ ਬੱਚਾ ਹੈ ਕਿ ਸਿਆਣਾ ਹੋ ਗਿਆ, ਉਹਨੂੰ ਹਾਲੇ ਕੁਛ ਨਹੀਂ, ਮਤਲਬ ਕ੍ਰਾਈਸਿਸ ਕਰ ਰਹੇ ਹਾਲੇ ਆਈਡੈਂਟੀਟੀ ਦੇ ਲਈ, ਠੀਕ ਹੈ। ਪਰ ਉਸ ਨੂੰ ਐਂ ਲੱਗਦਾ ਵੀ ਮੈਂ ਸਭ ਕੁਛ ਹਾਂ, ਵੀ ਮੈਂ ਸਾਰਿਆਂ ਨੂੰ ਅੱਗੇ ਲਾ ਕੇ ਵੀ ਮੈਂ ਇਹ ਸਭ ਕੁਛ ਨਿਮੇੜ ਦੂੰਗਾ, ਠੀਕ ਹੈ। ਤਾਂ ਲੀਡਰਸ਼ਿਪ, ਉਸ ਤੋਂ ਬਿਨਾਂ ਹੀਰੋ ਲਵਰ ਬਣ ਜਾਂਦਾ ਉਹ, ਮਤਲਬ ਕਿ ਉਸਨੇ ਕਿਸੇ ਗੀਤ ਸੁਣ ਲਿਆ ਕਿਸੇ ਕਲਾਕਾਰ ਦਾ ਤਾਂ ਉਹ ਉਸ ਦਾ ਫੈਨ ਹੋ ਗਿਆ। ਤਾਂ ਇਸ ਤਰ੍ਹਾਂ ਫੈਨ ਫੂਨ ਬਣਦੇ ਨੇ ਜਿਹੜੇ ਇਹ, ਠੀਕ ਹੈ। ਤਾਂ ਇਹ
फैन वगैरह फ्रिज वगैरह ये ਜਿਹੜੇ ਬਣਦੇ ਨੇ ਨਾ ਇਸ ਸਟੇਜ ਦੇ ਵਿੱਚ ਆ ਕੇ ਬਣਦੇ ਨੇ। ਠੀਕ ਹੈ, ਤਾਂ ਕੁੱਲ ਮਿਲਾ ਕੇ ਮੈਂ ਕੀ ਕਹਿ ਸਕਦਾ ਕਿ ਹੀਰੋ ਵਰਸ਼ਿਪ ਆ ਜਾਂਦਾ, ਉਹ ਆਪਣੇ ਹੀਰੋਆਂ ਨੂੰ ਮੰਨਣ ਲੱਗ ਜਾਂਦਾ ਹੈ ਵੀ ਜਿਸ ਦਾ ਉਹਨੇ ਗੀਤ ਸੁਣ ਲਿਆ ਉਸੇ ਦਾ ਸਟੇਟਸ ਲੱਗੂਗਾ, ਉਸੇ ਦੀਆਂ ਮਤਲਬ ਕਾਪੀਆਂ ਖਰੀਦਣੀਆਂ ਸ਼ੁਰੂ ਕਰ। ਕਾਪੀ ਦੇ ਉੱਤੇ ਕਈ ਵਾਰ ਹੁੰਦਾ ਨਹੀਂ ਵੀ ਉਸ ਦੇ ਕਲਾਕਾਰਾਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਨੇ, ਉਹ ਅਡੋਲਸੈਂਸ ਏਜ ਦੇ ਵਿੱਚ ਉਹ ਕਲਾਕਾਰ ਦੀ ਫੋਟੋ ਵਾਲੀ ਕਾਪੀ ਖਰੀਦ ਕੇ ਲੈ ਕੇ ਆਊਗਾ ਜਿਹਨੂੰ ਉਹ ਆਪਣਾ ਹੀਰੋ ਮੰਨਦਾ ਹੈ। ਠੀਕ ਹੈ, ਅਤੇ ਇਸ ਤੋਂ ਬਿਨਾਂ ਉਹ ਮਤਲਬ ਡੇ ਡਰੀਮਿੰਗ ਦਾ ਮੀਨਿੰਗ ਕੀ ਹੁੰਦਾ ਵੀ ਉਹ ਸੋਚਦਾ ਵੀ ਮੈਂ ਇਹ ਸਭ ਕੁਛ ਹਾਂ, ਹੈ ਨਾ। ਅਤੇ ਇਸ ਤੋਂ ਬਿਨਾਂ ਫਿਜ਼ੀਕਲ ਚੇਂਜ ਆਉਂਦੇ ਨੇ ਜੀ, ਸਰੀਰਕ ਤਬਦੀਲੀਆਂ ਨੇ ਜਿਹੜੀਆਂ ਉਹ ਤੇਜ਼ੀ ਨਾਲ ਆਉਂਦੀਆਂ ਨੇ ਇਸ ਉਮਰ ਦੇ ਵਿੱਚ। ਮਤਲਬ ਕਿ ਫਿਜ਼ੀਕਲੀ ਚੇਂਜ ਦਾ ਮੀਨਿੰਗ ਇਹ ਹੈ ਵੀ ਉਹ ਮਤਲਬ ਪਹਿਲਾਂ ਕਿਸੇ ਬੱਚਾ ਜਿਹਾ ਦਿਸ ਰਿਹਾ ਸੀ, ਪਰ ਇਹ ਸਟੇਜ ਦੇ ਵਿੱਚ ਆ ਕੇ ਉਹ ਇੱਕਦਮ ਸਿਆਣਾ ਜਿਹਾ ਦਿਸਣ ਲੱਗ ਜੂ, ਕਿਉਂਕਿ ਇਹ ਸਟੇਜ ਜਦੋਂ ਲੰਘ ਗਈ ਤਾਂ ਉਹ ਆਲਰੇਡੀ ਸਿਆਣੇ 'ਚ ਆ ਜਾਊਗਾ, ਮਚਿਓਰ ਹੋ ਜਾਊਗਾ। ਠੀਕ ਹੈ, ਅਡਲਟ ਬਣ ਜਾਊਗਾ ਉਹ, ਕਿਉਂਕਿ 18-19 ਸਾਲ ਤੋਂ ਜਾ ਕੇ ਹੈ ਨਾ, ਜਿਵੇਂ 18 ਸਾਲ ਤੋਂ ਬਾਅਦ ਇਹ ਮੰਨਿਆ ਜਾਂਦਾ ਵੀ ਵੋਟ ਬਣ ਜਾਂਦੀ ਹੈ, ਆਪਾਂ ਨੂੰ ਜਿਹੜਾ ਬਾਲਗ ਮਤ ਦਾ ਅਧਿਕਾਰ ਜਿਹੜਾ ਉਹ ਮਿਲ ਜਾਂਦਾ ਹੈ। ਤਾਂ ਇਸ ਤਰ੍ਹਾਂ ਮਤਲਬ ਇਸ ਤੋਂ ਬਾਅਦ ਤਾਂ ਉਹ ਸਿਆਣੇ 'ਚ ਗਿਣਿਆ ਜਾਣ ਲੱਗ ਜਾਊਗਾ। ਪਰ ਇੱਥੇ ਇਸ ਕਰਕੇ ਇੱਥੇ ਮੇਨ ਫਿਜ਼ੀਕਲੀ ਚੇਂਜਸ ਆਉਂਦੇ ਨੇ। ਇਸ ਤੋਂ ਬਿਨਾਂ ਆਪਾਂ ਐਗਜ਼ੈਂਪਲ ਲੈ ਸਕਦੇ ਹਾਂ ਸਰੀਰਕ ਤਬਦੀਲੀਆਂ ਦੀ, ਜਿਵੇਂ ਲੜਕੇ ਨੇ। ਠੀਕ ਹੈ ਜੀ, ਉਹਨਾਂ ਦਾ ਕੀ ਸਿਸਟਮ ਹੋਊਗਾ ਵੀ ਉਹਨਾਂ ਦੇ ਫੇਸ ਦੇ ਉੱਤੇ, ਮੂੰਹ ਦੇ ਉੱਤੇ ਦਾੜੀ ਆਉਣੀ ਸ਼ੁਰੂ ਹੋ ਜਾਊਗੀ। ਤਾਂ ਇਹ ਚੀਜ਼ਾਂ ਫਿਜ਼ੀਕਲ ਚੇਂਜ ਦੇ ਵਿੱਚ ਆਉਣਗੀਆਂ। ਇਸ ਨੂੰ ਅਸੀਂ ਟ੍ਰਾਂਜੈਸ਼ਨਲ ਪੀਰੀਅਡ ਕਹਿ ਸਕਦੇ ਹਾਂ, ਬ੍ਰਿਜ ਏਜ ਕਹਿ ਸਕਦੇ ਹਾਂ, ਥ੍ਰੈਸ਼ਹੋਲਡ ਏਜ ਕਹਿ ਸਕਦੇ ਹਾਂ। ਇਹਦਾ ਮੀਨਿੰਗ ਸਭ ਇਹ ਹੈ ਵੀ ਇੱਕ ਤਾਂ ਇਹ ਸੀ ਜਦੋਂ ਉਹ ਕਿਸੇ ਇੱਕ ਚਾਈਲਡ ਸੀ। ਠੀਕ ਹੈ, ਇਹਨੂੰ ਆਪਾਂ ਸਮਝਦੇ ਹਾਂ ਵਧੀਆ ਘੈਂਟ ਜਿਹਾ ਬਣਾ ਕੇ। ਇਹ ਸਭ ਚੀਜ਼ਾਂ ਜਦੋਂ ਤੁਸੀਂ ਘੈਂਟ ਜਿਹਾ ਬਣਾ ਕੇ ਸਮਝਦੇ ਹੋ ਤਾਂ ਇਹ ਤੁਸੀਂ ਭੁੱਲ ਨਹੀਂ ਕਦੇ ਸਕਦੇ। ਠੀਕ ਹੈ, ਇਹ ਦੇਖੋ ਜੀ, ਇਹ ਉਹ ਬੱਚਾ ਸੀ ਹਾਲੇ, ਇਸ ਤੋਂ ਬਾਅਦ ਇੱਥੇ ਜਾ ਕੇ ਉਹ ਕੀ ਬਣ ਜੂਗਾ, ਸਿਆਣਾ ਹੋ ਜੂਗਾ, ਯਾਨੀ ਕਿ ਬਾਲਗ ਬਣ ਜੂਗਾ। ਇੱਥੇ ਹਾਲੇ ਬੱਚਾ ਸੀ। ਠੀਕ ਹੈ ਜੀ, ਇਸ ਤੋਂ ਬਾਅਦ ਉਹ ਬਣੂਗਾ ਬਾਲਗ ਜਾਂ ਕਹਿ ਲਓ ਸਿਆਣਾ, ਯਾਨੀ ਕਿ ਮੈਚਿਓਰ ਹੋ ਜੂਗਾ ਉਹ। ਠੀਕ ਹੈ, ਤਾਂ ਇੱਥੇ ਤੋਂ ਇੱਥੇ ਜਾਣ ਲਈ ਉਹਨੇ ਕੀ ਕੀਤਾ, ਕਿਉਂਕਿ ਆਪਾਂ ਚਾਈਲਡਹੁੱਡ ਪੜ੍ਹ ਚੁੱਕੇ ਹਾਂ, ਪਹਿਲਾਂ ਆਪਾਂ ਅਰਲੀ ਚਾਈਲਡਹੁੱਡ, ਲੇਟਰ ਚਾਈਲਡਹੁੱਡ ਉਹ ਪੜ੍ਹ ਚੁੱਕੇ, ਕਿਉਂਕਿ ਉੱਥੇ ਉਹ ਬੱਚਾ ਸੀ ਹਲੇ। ਇਸ ਤੋਂ ਬਾਅਦ ਉਹ ਹਲੇ ਸਿਆਣਾ ਵੀ ਨਹੀਂ ਹੋਇਆ, ਉਹਨੂੰ ਵੋਟ ਦਾ ਅਧਿਕਾਰ ਨਹੀਂ ਮਿਲਿਆ। ਇਸ ਤੋਂ ਬਿਨਾਂ ਉਹ ਘਰ ਦੇ ਫੈਸਲੇ ਨਹੀਂ ਲੈਣੇ ਸਿੱਖਿਆ ਹਲੇ, ਤਾਂ ਉਹ ਹਲੇ ਮਤਲਬ ਬੱਚਾ ਹੈ ਅਤੇ ਉਹ ਸਿਆਣਾ ਬਣੂਗਾ। ਅਤੇ ਇਹ ਬਣੂਗਾ ਕਾਹਦੇ ਥਰੂ, ਐਵੇਂ ਪੁਲ ਲੰਘ ਕੇ। ਠੀਕ ਹੈ, ਤਾਂ ਹੀ ਇਸ ਨੂੰ ਕੀ ਕਿਹਾ ਜਾਂਦਾ ਹੈ, ਬ੍ਰਿਜ ਏਜ ਕਿਹਾ ਜਾਂਦਾ ਹੈ। ਮਤਲਬ ਕਿ ਇਹ ਪੁਲ ਦਾ ਕੰਮ ਕਰ ਰਹੀ ਹੈ। ਇਹਦੇ ਵਿਚਕਾਰ ਇੱਦਾਂ ਸਮਝ ਲਓ, ਦੇਖੀ ਮੈਂ ਪੁਲ ਬਣਾ ਕੇ ਦਿਖਾ ਰਿਹਾ ਤੁਹਾਨੂੰ। ਇਹ ਪੁਲ ਬਣ ਗਿਆ ਜੀ। ਇਹ ਪੁਲ ਦਾ ਨਾਂ ਕੀ ਹੈ, ਅਡੋਲਸੈਂਸ ਏਜ ਹੈ, ਯਾਨੀ ਕਿ ਕਿਸ਼ੋਰ ਅਵਸਥਾ ਹੈ। ਇਹ ਪੁਲ ਦੇ ਉੱਤੇ ਲੰਘ ਕੇ ਕੀ ਕਰੂਗਾ ਉਹ, ਇਹਨੂੰ ਆਪਾਂ ਥ੍ਰੈਸ਼ਹੋਲਡ ਕਹਿ ਲਓ, ਟ੍ਰਾਂਜੀਸ਼ਨਲ ਪੀਰੀਅਡ ਕਹਿ ਲਓ, ਇਸ ਤੋਂ ਬਿਨਾਂ ਬ੍ਰਿਜ ਏਜ ਕਹਿ ਲਓ। ਤਾਂ ਇਹ ਪੁਲ ਦੇ ਉੱਤੇ ਚੜ੍ਹ ਕੇ ਐਵੇਂ ਚੜ੍ਹ ਗਿਆ, ਇੱਥੇ ਆ ਗਿਆ ਜਾ ਕੇ ਇੱਥੇ ਫਸ ਗਿਆ ਉਹ ਸਿਆਣਿਆਂ 'ਚ। ਇਸ ਤੋਂ ਬਾਅਦ ਉਹ ਮੈਚਿਓਰ ਹੋ ਜਾਊਗਾ, ਮੈਚਿਓਰਿਟੀ ਉਸ ਦੇ ਵਿੱਚ ਆ ਜਾਊਗੀ। ਤਾਂ ਇਹ ਗੱਲ ਕਹਿੰਦੀ ਹੈ ਜੀ ਅਡੋਲਸੈਂਸ, ਯਾਨੀ ਕਿ ਕਿਸ਼ੋਰ ਅਵਸਥਾ। ਅਤੇ ਇਸ ਤੋਂ ਬਿਨਾਂ ਆਪਾਂ ਡਿਸਕਸ ਕਰਦੇ ਹਾਂ ਜੀ ਇਸ ਦੇ ਕੁਝ ਫੈਕਟਰ, ਕੁਝ ਅਜਿਹੇ ਕਾਰਕ ਜੋ ਵਾਧੇ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਦੇ ਨੇ। ਵਾਧਾ ਅਤੇ ਵਿਕਾਸ ਆਪਾਂ ਨੇ ਬੜੀ ਡਿਟੇਲ ਦੇ ਵਿੱਚ ਸਮਝ ਲਿਆ, ਪਰ ਆਪਾਂ ਹੁਣ ਸਮਝਾਂਗੇ ਕਿ ਇਸ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ ਕਿਹੜੇ ਨੇ। ਮਤਲਬ ਕਿ ਇਫੈਕਟਿਵ ਫੈਕਟਰਸ ਕਹਿ ਸਕਦੇ ਹਾਂ, ਕਿਹੜੇ ਫੈਕਟਰ ਨੇ ਜਿਹੜੇ ਉਹ ਪ੍ਰਭਾਵਿਤ ਕਰਦੇ ਨੇ। ਮਤਲਬ ਕਿੰਨਾ ਚੀਜ਼ਾਂ ਕਰਕੇ ਜਿਹੜਾ ਵਾਧਾ ਹੋ ਸਕਦਾ ਵੀ ਉਹ ਘੱਟ ਹੋਵੇ, ਵੱਧ ਹੋਵੇ, ਵਿਕਾਸ ਵੱਧ ਹੋਵੇ, ਘੱਟ ਹੋਵੇ, ਕਿਹੜੀਆਂ ਚੀਜ਼ਾਂ ਨੇ, ਸਿੰਪਲੀ ਗੱਲ ਕਰੋ ਤਾਂ ਇਹ ਹੋ ਸਕਦੀਆਂ ਨੇ ਬਾਹਰੀ, ਯਾਨੀ ਕਿ ਇੰਟਰਨਲ ਕਹਿ ਸਕਦੇ ਹਾਂ। ਠੀਕ ਹੈ, ਅੰਦਰੂਨੀ ਹੋ ਸਕਦੀਆਂ ਨੇ, ਇਹਨਾਂ ਨੂੰ ਆਪਾਂ ਇੰਟਰਨਲ ਕਹਿ ਸਕਦੇ ਹਾਂ। ਐਕਸਟਰਨਲ ਯਾਨੀ ਕਿ ਬਾਹਰੀ ਹੋ ਸਕਦੀਆਂ ਨੇ। ਤਾਂ ਅੰਦਰੂਨੀ ਕੀ ਹੋ ਸਕਦਾ ਹੈ, ਆਪਾਂ ਕਹਿ ਦਿੰਦੇ ਵੀ ਇਹ ਬੱਚਾ ਜਿਹੜਾ ਮਤਲਬ ਇਹਦਾ ਕੱਦ ਛੋਟਾ ਰਹਿ ਗਿਆ, ਇਹ ਵਧਿਆ ਨਹੀਂ, ਇਹ ਬਾਹਲਾ ਲਿੱਸਾ ਜਿਹਾ ਰਹਿ ਗਿਆ। ਕਿਉਂ ਰਹਿ ਗਿਆ, ਹੋ ਸਕਦਾ ਉਸ ਨੂੰ ਕੋਈ ਬਿਮਾਰੀ ਹੋਵੇ, ਅੰਦਰੂਨੀ ਬਿਮਾਰੀ ਹੋ ਸਕਦਾ ਹੈ। ਇਸ ਤੋਂ ਬਿਨਾਂ ਇੰਟੈਲੀਜੈਂਸ, ਠੀਕ ਹੈ, ਇਹ ਇੱਕ ਫੈਕਟਰ ਹੋ ਸਕਦਾ ਵੀ ਬੱਚਾ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ। ਮਤਲਬ ਕਿ ਇਹ ਫੈਕਟਰ ਦੋਨੇ ਤਰੀਕੇ ਨਾਲ ਪ੍ਰਭਾਵਿਤ ਕਰਦੇ ਨੇ। ਹੋ ਸਕਦਾ ਉਸ ਦਾ ਵਿਕਾਸ ਘੱਟ ਹੋਇਆ ਹੋਵੇ, ਹੋ ਸਕਦਾ ਵੱਧ ਹੋਇਆ ਹੋਵੇ। ਕੋਈ IQ ਕਿਸ ਦਾ ਜ਼ਿਆਦਾ ਹੈ, ਜ਼ਿਆਦਾ ਇੰਟੈਲੀਜੈਂਸ ਦੇ ਕਾਰਨ ਉਸ ਦਾ ਵਿਕਾਸ ਵੱਧ ਵੀ ਹੋ ਸਕਦਾ, ਵੱਧ ਵੀ ਹੋਇਆ ਹੋ ਸਕਦਾ। ਤਾਂ ਵੱਧ ਅਤੇ ਘੱਟ ਦੋਨੇ ਤਰੀਕਿਆਂ ਨਾਲ ਇਹ ਕੀ ਕਰ ਰਹੇ ਨੇ ਜੀ, ਪ੍ਰਭਾਵਿਤ ਕਰ ਰਹੇ ਨੇ। ਇਫੈਕਟ ਦਾ ਮੀਨਿੰਗ ਗੁੱਡ ਵੀ ਹੋ ਸਕਦਾ ਵੀ ਅੱਗੇ ਵਧਾ ਆ, ਪਿੱਛੇ ਵਧਾ ਆ। ਠੀਕ ਹੈ, ਤਾਂ ਹੈਲਥ ਬਿਲਕੁਲ ਪ੍ਰਭਾਵਿਤ ਕਰਦੀ ਹੈ ਜੀ। ਇਸ ਤੋਂ ਬਿਨਾਂ ਥੋਟਸ ਪ੍ਰਭਾਵਿਤ ਕਰਦੇ ਨੇ। ਹੈਰੀਡਿਟੀ ਨੂੰ ਵੀ ਆਪਾਂ ਇੰਟਰਨਲ ਦੇ ਵਿੱਚ ਹੀ ਕਾਊਂਟ ਕਰਾਂਗੇ, ਕਿਉਂਕਿ ਇਹ ਅੰਦਰੂਨੀ ਤੌਰ 'ਤੇ ਆਪਾਂ ਨੂੰ ਮਿਲਿਆਈ ਆਈ ਹੈ ਕਿ ਇੱਕ ਸਟੈਟਿਕ ਚੀਜ਼ ਹੈ, ਹੈ ਨਾ, ਵੀ ਆਪਾਂ ਨੂੰ ਜਨਮ ਤੋਂ ਹੀ ਇਹ ਚੀਜ਼ ਮਿਲ ਗਈ ਵੀ ਆਪਾਂ ਨੇ ਜਿਸ ਕੁੱਖੋਂ, ਹੈ ਨਾ, ਜਿਸ ਮਾਤਾ ਪਿਤਾ ਦੀ ਸਹਾਇਤਾ ਨਾਲ ਆਪਾਂ ਨੇ ਜਨਮ ਲੈ ਲਿਆ, ਤਾਂ ਉਹਦੀ ਹੈਰੀਡਿਟੀ, ਉਸ ਦਾ ਵਿਰਸਾ, ਅਨੁਵੰਸ਼ਿਕਤਾ, ਕਈ ਵਾਰ ਇਸ ਲਈ ਸ਼ਬਦ ਵਰਤ ਲਿਆ ਜਾਂਦਾ ਹੈ ਵੀ ਅਨੁਵੰਸ਼ਿਕਤਾ ਦੇ ਗੁਣ ਨੇ ਜਿਹੜੇ ਆਪਾਂ ਨੂੰ ਅੰਦਰੂਨੀ ਤੌਰ 'ਤੇ ਹੀ ਮਿਲੇ ਨੇ। ਠੀਕ ਹੈ ਜੀ, ਕਈ ਵਾਰ ਵਾਧਾ ਜਿਹੜਾ ਵਿਕਾਸ ਉਹ ਮਾਤਾ ਪਿਤਾ 'ਤੇ ਵੀ ਦੀ ਅਕੋਰਡਿੰਗ ਵੀ ਕੀ ਕਰਦਾ ਹੈ, ਅਫੈਕਟ ਕਰਦਾ ਹੈ। ਮੀਨਿੰਗ ਇਹ ਹੈ ਵੀ ਆਪਾਂ ਇੱਕ ਸਿੰਪਲ ਐਗਜ਼ਾਮਪਲ ਲੈ ਲਓ ਵੀ ਕਈ ਵਾਰ ਕੀ ਹੁੰਦਾ ਹੈ, ਪੇਰੈਂਟਸ ਦੀ ਜਿਹੜੀ ਹਾਈਟ ਹੈ ਉਹ ਘੱਟ ਸੀ, ਤਾਂ ਉਹਨਾਂ ਦੇ ਬੱਚੇ ਦੀ ਹਾਈਟ ਵੀ ਕੀ ਹੋਊਗੀ, ਕਈ ਵਾਰ ਘੱਟ ਹੋਊਗੀ।
ਤਾਂ ਉਸਦੀ ਹਾਈਟ ਦੇ ਵਿੱਚ ਯਾਨੀ ਕਿ ਉਸਦਾ ਜਿਹੜਾ ਮਤਲਬ ਆਪਾਂ ਗਰੋਥ ਕਹਿ ਰਹੇ ਹਾਂ ਵੀ ਉਹ ਗਰੋਥ ਦੇ ਵਿੱਚ ਕਿੱਥੇ ਰੁਕਾਵਟ ਆਈ, ਵੀ ਉਸਦੀ ਗਰੋਥ ਕਿਉਂ ਨਹੀਂ ਵਧੀ, ਕਿਉਂਕਿ ਉਸਦੇ ਮਾਤਾ ਪਿਤਾ ਦੀ ਗਰੋਥ ਵੀ ਘੱਟ ਹੋਣੀ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ ਹੈਰੀਡਿਟੀ ਪ੍ਰਭਾਵਿਤ ਕਰਦੀ ਹੈ। ਪਰ ਇਹ ਵੀ ਜ਼ਰੂਰੀ ਇਹ ਕਰੇ, ਲਾਜ਼ਮੀ ਕਰੇ, ਇਹ ਵੀ ਨਹੀਂ ਜ਼ਰੂਰੀ। ਵੀ ਹੋ ਸਕਦਾ ਵੀ ਕਈ ਵਾਰ ਮਾਤਾ ਪਿਤਾ ਦਾ ਕੱਦ ਘੱਟ ਹੋ, ਬੱਚੇ ਦਾ ਕੱਦ ਜ਼ਿਆਦਾ ਹੋ ਜੇ, ਵੀ ਇਹ ਜ਼ਰੂਰੀ ਨਹੀਂ, ਪਰ ਪ੍ਰਭਾਵਿਤ ਜ਼ਰੂਰ ਕਰਦਾ। ਵੀ ਕਰ ਵੀ ਸਕਦਾ ਹੈ, ਪਰ ਨਹੀਂ ਕਰੂਗਾ ਤਾਂ ਵੀ ਆਪਾਂ ਇਹਦੇ 'ਤੇ ਕੋਈ ਬਲੇਮ ਨਹੀਂ ਕਰ ਸਕਦੇ। ਠੀਕ ਹੈ, ਪਰ ਪ੍ਰਭਾਵਿਤ ਇਹਨਾਂ ਦਾ ਪੈਂਦਾ ਹੈ। ਇਸ ਤੋਂ ਬਿਨਾਂ ਆਪਾਂ ਗੱਲ ਕਰਦੇ ਹਾਂ ਜੀ ਐਕਸਟਰਨਲ ਯਾਨੀ ਕਿ ਬਾਹਰੀ ਕਾਰਕ। ਠੀਕ ਹੈ, ਬਾਹਰੀ ਰੂਪ ਵਿੱਚ ਤਾਂ ਇਹ ਚੀਜ਼ਾਂ ਕਿਹੜੀਆਂ ਕਿਹੜੀਆਂ ਆ ਗਈਆਂ? ਸੋਸਾਇਟੀ ਆ ਗਈ। ਬੱਚੇ ਦੀ ਡਿਵੈਲਪਮੈਂਟ ਉਸਦੀ ਸੋਸਾਇਟੀ ਦੇ ਅਕੋਰਡਿੰਗ ਹੁੰਦੀ, ਆਪਾਂ ਪਹਿਲਾਂ ਵੀ ਸਮਝ ਚੁੱਕੇ ਹਾਂ ਸੋਸ਼ਲ ਡਿਵੈਲਪਮੈਂਟ ਦੇ ਵਿੱਚ। ਠੀਕ ਹੈ, ਤਾਂ ਸੋਸਾਇਟੀ ਬਿਲਕੁਲ ਪ੍ਰਭਾਵਿਤ ਕਰਦੀ ਹੈ। ਚੰਗੀ ਸੋਸਾਇਟੀ ਦੇ ਵਿੱਚ ਬੱਚੇ ਦੇ ਵਿਚਾਰ ਚੰਗੇ ਹੋਣਗੇ, ਉਸਦਾ ਵਿਕਾਸ ਚੰਗਾ ਹੋਏਗਾ। ਠੀਕ ਹੈ, ਇੱਕ ਡਿਵੈਲਪਡ ਕਹਿ ਸਕਦੇ ਹੋ ਸੋਸਾਇਟੀ ਦੇ ਵਿੱਚ ਰਹਿਣ ਵਾਲਾ ਚਾਈਲਡ ਜਿਹੜਾ ਉਹ ਆਟੋਮੈਟਿਕਲੀ ਡਿਵੈਲਪ ਹੋਏਗਾ। ਠੀਕ ਹੈ ਜੀ, ਇਨਵਾਇਰਮੈਂਟ ਕਹਿ ਸਕਦੇ ਹਾਂ, ਚੰਗਾ ਇਨਵਾਇਰਮੈਂਟ ਜੇ ਮਿਲੇ ਜਿਹੜੇ ਨੂੰ, ਉਹ ਹੋ ਸਕਦਾ ਮਾਨਸਿਕ ਤੌਰ 'ਤੇ ਤੰਦਰੁਸਤ ਹੋਵੇ। ਇਸ ਤੋਂ ਬਿਨਾਂ ਜਿਹੜੇ ਨੂੰ ਖੁਰਾਕ ਮਿਲੀ ਹੈ, ਚੰਗਾ ਫੂਡ ਮਿਲੇ ਹੈ, ਉਹ ਕੀ ਹੋ ਸਕਦਾ ਹੈ? ਵਧੀਆ ਗਰੋਥ ਕਰ ਸਕਦਾ, ਉਸਦਾ ਵੇਟ ਹਾਈਟ ਜ਼ਿਆਦਾ ਹੋ ਸਕਦਾ ਹੈ। ਕਲਚਰ ਬਿਲਕੁਲ ਪ੍ਰਭਾਵਿਤ ਕਰਦਾ ਜੀ, ਜਿਸ ਤਰ੍ਹਾਂ ਸੱਭਿਆਚਾਰ ਉਸ ਤਰ੍ਹਾਂ ਦੇ ਆਪਣੇ ਵਿਚਾਰ ਬਣਦੇ ਨੇ, ਉਸ ਤਰ੍ਹਾਂ ਦੀਆਂ ਆਪਣੀਆਂ ਪਰਸੈਪਸ਼ਨਸ ਬਣਦੀਆਂ ਨੇ। ਠੀਕ ਹੈ, ਜਿਵੇਂ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਵੀ ਉਹ ਮਤਲਬ ਕੋਗਨੀਟਿਵ ਬੇਸ ਹੈ ਜਿਹੜਾ ਉਹ ਆਪਣਾ ਕਲਚਰ ਦੇ ਵਿੱਚੋਂ ਹੀ ਤਾਂ ਪੈਦਾ ਹੋ ਰਹੀ ਹੈ। ਠੀਕ ਹੈ ਜੀ, ਇਸ ਤੋਂ ਬਿਨਾਂ ਰਿਸੋਰਸਿਸ ਸਾਧਨ ਕਿਹੜੇ ਕਿਹੜੇ ਨੇ? ਹੋ ਸਕਦਾ ਕਿਸੇ ਬੱਚੇ ਦੇ ਕੋਲ ਸਾਧਨਾਂ ਦੀ ਕਮੀ ਹੋਵੇ ਤਾਂ ਉਸ ਦਾ ਵਿਕਾਸ ਘਟੂਗਾ, ਜਿਹੜਾ ਵਿਕਾਸ ਹੈ ਉਹ ਮਤਲਬ ਪ੍ਰਭਾਵਿਤ ਹੋਊਗਾ, ਵੱਧ ਘੱਟ ਕਿਵੇਂ ਵੀ ਹੋਵੇ ਇਹ ਚੀਜ਼ਾਂ ਦੇ ਨਾਲ। ਤਾਂ ਇਹ ਇੰਟਰਨਲ ਅਤੇ ਐਕਸਟਰਨਲ ਆਪਾਂ ਨੇ ਦੋਨੇ ਡਿਸਕਸ ਕਰ ਲਏ ਨੇ। ਇਸ ਤੋਂ ਬਿਨਾਂ ਇੱਕ ਇੰਪੋਰਟੈਂਟ ਚੀਜ਼ ਆ ਜਾਂਦੀ ਹੈ ਜੀ ਵਿਰਾਸਤ, ਵਿਰਸਾ ਜਾਂ ਹੈਰੀਡਿਟੀ ਕਹਿ ਲਓ। ਅਣੁਵੰਸ਼ਿਕਤਾ ਸ਼ਬਦ ਵੀ ਕਈ ਵਾਰ ਇਹਦੇ ਲਈ ਵਰਤ ਲਿਆ ਜਾਂਦਾ ਹੈ। ਠੀਕ ਹੈ, ਇਹ ਚੀਜ਼ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਤਾਂ ਦੇਖੋ ਜੀ ਇਹ ਕੀ ਹੈ? ਪੁਰਾਣੀ ਪੀੜ੍ਹੀ ਤੋਂ ਕੁਦਰਤੀ ਤੌਰ 'ਤੇ ਮਿਲੇ ਗੁਣ। ਮਤਲਬ ਇਹਦੇ ਵਿੱਚ ਕਿਸੇ ਖਾਸ ਇਹ ਨਹੀਂ ਕਹਿ ਸਕਦੇ ਵੀ ਜਣੇ ਖਣੇ ਦਾ ਸੋਸਾਇਟੀ ਦਾ ਕੁਛ ਮਤਲਬ ਵੀ ਇਹਦੇ ਵਿੱਚ ਵੀ ਕੋਈ ਰੋਲ ਸੀ। ਠੀਕ ਹੈ, ਤਾਂ ਆਪਾਂ ਨੂੰ ਇਹ ਕੁਦਰਤੀ ਤੌਰ 'ਤੇ ਮਿਲੇ ਨੇ, ਮਤਲਬ ਕੁਦਰਤ ਨੇ ਹੀ ਦਿੱਤੇ ਨੇ ਅਤੇ ਆਪਾਂ ਨੂੰ ਪੁਰਾਣੀ ਪੀੜ੍ਹੀ ਤੋਂ ਮਿਲੇ ਨੇ, ਮਤਲਬ ਆਪਣੇ ਮਾਤਾ ਪਿਤਾ ਤੋਂ। ਉਸ ਤੋਂ ਬਿਨਾਂ ਪਿਛਲੀ ਪੀੜ੍ਹੀ ਵਾਲੇ ਥੋੜ੍ਹੇ ਬਹੁਤ ਗੁਣ ਆਪਣੇ 'ਚ ਆ ਸਕਦੇ ਨੇ। ਤਾਂ ਇਹ ਗੁਣ ਵੀ ਹੋ ਸਕਦੇ ਨੇ, ਔਗੁਣ ਵੀ ਹੋ ਸਕਦੇ ਨੇ। ਤਾਂ ਗੁਣ ਅਤੇ ਔਗੁਣ ਜਿਹੜੇ ਆਪਾਂ ਨੂੰ ਪੁਰਾਣੀ ਪੀੜ੍ਹੀ ਤੋਂ ਮਿਲਦੇ ਨੇ ਉਹਨਾਂ ਨੂੰ ਆਪਾਂ ਵਿਰਸਾ, ਵਿਰਾਸਤ, ਹੈਰੀਡਿਟੀ ਕਹਿ ਸਕਦੇ ਹਾਂ। ਵਿਕਾਸ ਦਾ ਆਧਾਰ ਹੈ ਇਹ। ਠੀਕ ਹੈ, ਵੀ ਜਿਸ ਤਰ੍ਹਾਂ ਦਾ ਮਤਲਬ ਬੱਚੇ ਨੇ ਜਦੋਂ ਜਨਮ ਲਿਆ ਉਸ 'ਤੇ ਹੈਰੀਡਿਟੀ ਦੇ ਬੇਸ 'ਤੇ ਉਸਦਾ ਆਧਾਰ ਵੱਜ ਜਾਂਦਾ ਹੈ ਨਾ, ਵੀ ਕਿਸ ਤਰ੍ਹਾਂ ਦਾ ਵਿਕਾਸ ਕਰੂਗਾ ਉਹ। ਜਨਮ ਤੋਂ ਪ੍ਰਾਪਤ ਹੁੰਦੀ ਹੈ ਹੈਰੀਡਿਟੀ। ਇਹ ਨਹੀਂ ਹੈਗਾ ਵੀ ਜਨਮ ਆਪਾਂ ਨੇ ਕਹਿਤਾ ਵੀ 2 ਸਾਲ ਹੋਰ ਖੜ੍ਹ ਜਾਓ ਆਪਾਂ ਫਿਰ ਹੈਰੀਡਿਟੀ ਲੈ ਆਵਾਂਗੇ, ਇੱਦਾਂ ਨਹੀਂ ਕਹਿ ਸਕਦੇ। ਤਾਂ ਇਹ ਜਨਮ ਤੋਂ ਹੀ ਮਿਲੇਗੀ। ਹਾਂ, ਵਾਤਾਵਰਨ ਦਾ ਫਰਕ ਅੱਗੇ ਪਊਗਾ, ਜਿਵੇਂ ਆਪਾਂ ਡਿਸਕਸ ਇਹਦਾ ਅੰਤਰ ਵੀ ਡਿਸਕਸ ਕਰਾਂਗੇ। ਵੀ ਵਾਤਾਵਰਨ ਇਹ ਕਹਿ ਸਕਦੇ ਹਾਂ ਪਹਿਲਾਂ ਬੱਚਾ ਹੋਰ ਤਰ੍ਹਾਂ ਦੀ ਥਾਂ 'ਤੇ ਰਹਿੰਦਾ ਸੀ, ਉਸ ਤੋਂ ਬਾਅਦ ਆਟੋਮੈਟਿਕਲੀ ਉਹ ਹੋ ਸਕਦਾ ਵੀ 2 ਸਾਲ ਬਾਅਦ ਉਸ ਦੀ ਫੈਮਿਲੀ ਕਿਤੇ ਸ਼ਿਫਟ ਹੋ ਜੇ, ਵੀ ਉਹ ਉੱਥੇ ਜਾ ਕੇ ਉਹਨੂੰ ਉਸ ਤਰ੍ਹਾਂ ਦਾ ਵਾਤਾਵਰਨ ਮਿਲ ਜੇ। ਠੀਕ ਹੈ, ਤਾਂ ਇਸ ਤਰ੍ਹਾਂ ਵਾਤਾਵਰਨ ਜਿਹੜਾ ਉਹਨੂੰ ਚੇਂਜ ਕੀਤਾ ਜਾ ਸਕਦਾ ਹੈ। ਠੀਕ ਹੈ, ਉਸ ਨੂੰ ਬਦਲਿਆ ਜਾ ਸਕਦਾ ਹੈ। ਤਾਂ ਇਹ ਚੀਜ਼ ਆ ਗਈ ਜੀ ਸਥਿਰ ਯਾਨੀ ਕਿ ਸਟੈਟਿਕ, ਵੀ ਇਹਨੂੰ ਬਦਲਿਆ ਨਹੀਂ ਜਾ ਸਕਦਾ। ਇਹ ਨਹੀਂ ਕਹਿ ਸਕਦੇ ਵੀ ਆਪਾਂ ਵੀ ਜਿਸ ਦੀ ਕੁੱਖੋਂ ਬੱਚੇ ਨੇ ਜਨਮ ਲੈ ਲਿਆ, ਹੈਰੀਡਿਟੀ ਅਣੁਵੰਸ਼ਿਕ ਦਾ ਵਿਰਸਾ ਉਹਨੂੰ ਵਿਰਾਸਤ 'ਚ ਮਿਲਿਆ। ਠੀਕ ਹੈ, ਮਿਲ ਗਿਆ, ਉਹਨੂੰ ਹੁਣ ਉਹ ਚੇਂਜ ਨਹੀਂ ਕਰ ਸਕਦਾ। ਠੀਕ ਹੈ, ਨੈਚੁਰਲੀ ਉਹ ਚੀਜ਼ ਮਿਲ ਚੁੱਕੀ ਹੈ। ਤਾਂ ਇਹ ਕੀ ਸਟੈਟਿਕ ਹੈ, ਸਥਿਰ ਹੈ, ਇਸ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਿਨਾਂ ਆਪਾਂ ਥੋੜ੍ਹੀ ਜਿਹੀ ਬਾਇਓਲੋਜੀਕਲੀ ਵੀ ਗੱਲ ਕਰ ਲੈਂਦੇ ਹਾਂ ਕਿ 46 ਗੁਣਸੂਤਰ ਹੁੰਦੇ ਨੇ ਜੀ। ਠੀਕ ਹੈ, ਇੱਕ ਇਨਸਾਨ ਦੇ ਵਿੱਚ ਕਹਿ ਲਓ ਭਰੂਣ ਹੈ ਨਾ, ਤਾਂ 46 ਗੁਣਸੂਤਰ ਹੁੰਦੇ ਨੇ ਜਿਸ 'ਤੇ 23 ਜੋਟੇ ਹੁੰਦੇ ਨੇ। ਠੀਕ ਹੈ ਜੀ, ਜਿਸ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਲਿੰਗ ਨਿਰਧਾਰਨ ਹੁੰਦਾ ਉਹ ਕਿਸ ਬੇਸ 'ਤੇ ਹੁੰਦਾ? ਕਈ ਵਾਰ XX ਦੇ ਗੁਣਸੂਤਰ ਹੁੰਦੇ ਨੇ, ਤਾਂ ਉਹ XX ਗੁਣਸੂਤਰ ਵਾਲਾ ਹੁੰਦਾ ਜੀ ਫੀਮੇਲ ਚਾਈਲਡ, ਯਾਨੀ ਕਿ ਲੜਕੀ ਕਹਿ ਸਕਦੇ ਹਾਂ। ਇਸ ਤੋਂ ਬਿਨਾਂ XY ਗੁਣਸੂਤਰ ਹੁੰਦੇ ਨੇ, ਉਹ ਮੇਲ ਚਾਈਲਡ ਹੁੰਦਾ। ਠੀਕ ਹੈ, ਇਹ ਚੀਜ਼ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਿਓ। ਇਸ ਤੋਂ ਬਿਨਾਂ ਇਹ ਗੱਲ ਦੇਖੋ ਜੀ, ਅੱਖਾਂ ਵਾਲਾਂ ਉਦਾਹਰਨ ਦਿੱਤੀ ਜਾ ਰਹੀ ਹੈ ਹੈਰੀਡਿਟੀ ਦੀ ਕੀ ਹੈ ਵੀ ਕਈ ਵਾਰ ਬੱਚੇ ਦਾ ਅੱਖਾਂ ਦਾ ਰੰਗ, ਠੀਕ ਹੈ, ਵਾਲਾਂ ਦਾ ਰੰਗ ਉਸ ਦੇ ਮਾਤਾ ਪਿਤਾ ਦੇ ਅਨੁਸਾਰ ਹੁੰਦਾ ਹੈ। ਠੀਕ ਹੈ, ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿ ਸਕਦੇ ਹਾਂ, ਇੱਕ ਹੈਰੀਡਿਟੀ ਦਾ ਪ੍ਰਭਾਵ ਕਹਿ ਸਕਦੇ ਹਾਂ ਉਹਦੇ ਉੱਤੇ। ਠੀਕ ਹੈ, ਤਾਂ ਇਹ ਇੱਕ ਹੋ ਗਈ ਦੀ ਇੱਕ ਐਗਜ਼ਾਮਪਲ। ਇਸ ਤੋਂ ਬਿਨਾਂ ਆਪਾਂ ਡਿਸਕਸ ਕਰਦੇ ਹਾਂ ਜੀ ਵਾਤਾਵਰਨ ਜਾਂ ਕਹਿ ਲਓ ਇਨਵਾਇਰਮੈਂਟ। ਠੀਕ ਹੈ ਜੀ, ਤਾਂ ਇਸ ਦੇ ਵਿੱਚ ਪਰਿਵਾਰ, ਅਧਿਆਪਕ ਇਹ ਚੀਜ਼ਾਂ ਸਹਿਯੋਗ ਦਿੰਦੀਆਂ ਨੇ। ਮਤਲਬ ਕਿ ਵਾਤਾਵਰਨ ਮੁਹੱਈਆ ਕਰਵਾਉਣਾ ਪਰਿਵਾਰ ਦੀ ਜ਼ਿੰਮੇਵਾਰੀ ਹੈ। ਪਰਿਵਾਰ ਕਿਸ ਤਰ੍ਹਾਂ ਦਾ ਉਹਨੂੰ ਚਾਹੁੰਦਾ ਹੈ ਵਾਤਾਵਰਨ ਦੇਣਾ, ਤਾਂ ਉਹ ਦੇ ਸਕਦਾ। ਅਧਿਆਪਕ ਉਸ ਨੂੰ ਜਿਸ ਤਰ੍ਹਾਂ ਦਾ ਵਾਤਾਵਰਨ ਦੇਣਾ ਚਾਹੁੰਦੇ ਨੇ ਦੇ ਸਕਦੇ ਨੇ। ਮਤਲਬ ਇਹ ਕੁਦਰਤੀ ਤੌਰ 'ਤੇ ਨਹੀਂ ਮਿਲਿਆ, ਮਤਲਬ ਕੋਈ ਚਾਹੇ ਤਾਂ ਇਸ ਨੂੰ ਚੇਂਜ ਕਰ ਸਕਦਾ ਹੈ, ਵਾਤਾਵਰਨ ਨੂੰ ਚੇਂਜ ਕਰ ਸਕਦਾ ਹੈ। ਵੀ ਬੱਚਾ ਪਹਿਲਾਂ 2 ਸਾਲ ਸੀ ਇੱਥੇ, ਜਨਮ ਤੋਂ 2 ਸਾਲ ਇੱਥੇ ਰਿਹਾ। ਜਿਵੇਂ ਆਪਾਂ ਇੱਕੋ ਐਗਜ਼ਾਮਪਲ ਲੈ ਲਓ, ਮੰਨ ਕੇ ਚਲੋ ਆਪਣਾ ਕੋਈ ਪੰਜਾਬ ਦਾ ਬਾਹਰ ਚਲਾ ਗਿਆ, ਕੈਨੇਡਾ ਦੇ ਵਿੱਚ ਚਲਾ ਗਿਆ, ਉੱਥੇ ਉਸ ਦਾ ਮਤਲਬ ਜਿਹੜਾ ਬੱਚੇ ਨੇ ਉਸ 'ਤੇ ਉੱਥੇ ਜੰਮ ਰਹੇ ਨੇ ਹੈ ਨਾ, ਵੀ ਉੱਥੇ ਬੱਚੇ ਹੋਏ ਤਾਂ ਉਹ ਬੱਚੇ ਉਸ ਤਰ੍ਹਾਂ ਦੇ ਵਾਤਾਵਰਨ ਵਿੱਚ ਢਲ ਗਏ। ਠੀਕ ਹੈ, ਉਸ ਤੋਂ ਬਾਅਦ ਉਹ ਇੱਕਦਮ ਪੰਜਾਬ 'ਚ ਆ ਗਏ, ਤਾਂ ਉਹ ਪੰਜਾਬ ਦੇ ਵਿੱਚ ਇਹਨਾਂ ਕੋਲ ਮਿਲ ਨਹੀਂ ਸਕਣਗੇ ਜਿਸ ਤਰ੍ਹਾਂ ਦੇ ਉਹ ਉੱਥੇ ਪ੍ਰਭਾਵ ਲੈ ਕੇ ਆਏ ਨੇ, ਉਸ ਤਰ੍ਹਾਂ ਦਾ ਪ੍ਰਭਾਵ ਇੱਥੇ ਹੈ।
पर की होगा समा पा के हो सकता वो इत्थे दियां रंग रूपां 'ਚ ढल जाण, ठीक है। उस तो बाद ਉਹ ਉੱਥੇ ਜਾਣ ਫਿਰ ਉੱਥੇ ਨਹੀਂ ਫਿੱਟ ਹੋ ਸਕਣੇ। ਤਾਂ ਕਹਿਣ ਦਾ ਭਾਵ ਵੀ ਵਾਤਾਵਰਨ ਇੱਦਾਂ ਪ੍ਰਭਾਵ ਪਾਈ ਚੱਲੂਗਾ ਵਾਧੇ ਤੇ ਵਿਕਾਸ ਦੇ ਵਿੱਚ, ਠੀਕ ਹੈ। ਤਾਂ ਇਹ ਵਾਤਾਵਰਨ ਹੈ ਜਿਹੜਾ ਇਹ ਚੇਂਜ ਕੀਤਾ ਜਾ ਸਕਦਾ ਹੈ, ਕਿਉਂਕਿ ਅਧਿਆਪਕ ਪਰਿਵਾਰ ਜਿਸ ਤਰ੍ਹਾਂ ਚਾਹਣ ਉਸ ਤਰ੍ਹਾਂ ਵਾਤਾਵਰਨ ਮੁਹੱਈਆ ਕਰਵਾ ਸਕਦੇ ਨੇ। ਤਾਂ ਪ੍ਰਭਾਵਿਤ ਕਰਨ ਦੇ ਆਧਾਰ ਮਤਲਬ ਵਾਤਾਵਰਨ ਜਿਹੜਾ ਇਨਵਾਇਰਮੈਂਟ ਉਹ ਕਿਸ ਕਿਸ ਪੱਧਰ ਦੇ ਉੱਤੇ ਪ੍ਰਭਾਵਿਤ ਕਰਦਾ ਹੈ, ਸੋਸ਼ਲੀ, ਠੀਕ ਹੈ, ਮੋਰਲ ਮਤਲਬ ਕਿ ਨੈਤਿਕਤਾ ਦੇ ਪੱਧਰ 'ਤੇ ਕਹਿ ਸਕਦੇ ਹਾਂ। ਇਸ ਤੋਂ ਬਿਨਾਂ ਫਿਜ਼ੀਕਲੀ ਸਰੀਰਕ ਤੌਰ 'ਤੇ ਕਹਿ ਸਕਦੇ ਹਾਂ, ਇਕਨੋਮਿਕਲੀ ਕਹਿ ਸਕਦੇ ਹਾਂ, ਕਹਿਣ ਦਾ ਭਾਵ ਆਰਥਿਕਤਾ ਦੇ ਤੌਰ 'ਤੇ ਫਿਰ, ਠੀਕ ਹੈ ਵੀ ਜਿਸ ਨੂੰ ਇੱਕ ਵਧੀਆ ਬੱਚੇ ਨੂੰ ਵਧੀਆ ਖੁੱਲ੍ਹਾ ਡੁੱਲੇ ਮਾਹੌਲ 'ਚ ਪਲਿਆ, ਵਧੀਆ ਉਹਨੂੰ ਇੱਛਾਵਾਂ ਪੂਰੀਆਂ ਹੋਈਆਂ ਨੇ, ਤਾਂ ਉਹ ਬੱਚੇ ਦਾ ਵਿਕਾਸ ਉਸ ਤਰੀਕੇ ਨਾਲ ਹੋਏਗਾ। ਜੋ ਤੰਗੀਆਂ ਤੁਰਸ਼ਾਂ ਦੇ ਵਿੱਚ ਪਲਿਆ ਉਸ ਦਾ ਵਿਕਾਸ ਉਸ ਤਰੀਕੇ ਨਾਲ ਹੋਏਗਾ, ਠੀਕ ਹੈ ਜੀ। ਤਾਂ ਇਹ ਇਕਨੋਮਿਕਲੀ ਫੈਕਟਰ ਇੱਕ ਹੈਗੇ ਹੈ, ਬੇਸ ਹੈ ਜਿਸ ਦੇ ਬੇਸ 'ਤੇ ਵਾਤਾਵਰਨ ਪ੍ਰਭਾਵਿਤ ਕਰਦਾ ਹੈ। ਇਸ ਤੋਂ ਬਿਨਾਂ ਪੋਲੀਟੀਕਲੀ, ਠੀਕ ਹੈ, ਹੋ ਸਕਦਾ ਵੀ ਕਿਸੇ ਬੱਚੇ ਦਾ ਜਿਹੜਾ ਪਰਿਵਾਰਿਕ ਮਾਹੌਲ ਹੈ ਉਹ ਪੋਲੀਟੀਕਲ ਵਾਲਾ ਹੈ, ਉਸ 'ਤੇ ਕੋਈ ਫਾਦਰ ਹੈ ਨਾ, ਉਸ ਤੋਂ ਬਿਨਾਂ ਗ੍ਰੈਂਡ ਫਾਦਰ ਕਹਿ ਲਓ, ਹੈ ਨਾ, ਮਾਦਰ ਗ੍ਰੈਂਡ ਮਦਰ ਕਹਿ ਲਓ। ਤਾਂ ਇਹ ਚੀਜ਼ਾਂ ਹੋ ਸਕਦਾ ਵੀ ਉਹ ਕਿਸੇ ਮਤਲਬ ਰਾਜਨੀਤੀ ਦੇ ਫੀਲਡ 'ਚ ਹੋਣ, ਤਾਂ ਬੱਚੇ 'ਤੇ ਵੀ ਉਹ ਚੀਜ਼ ਦਾ ਪ੍ਰਭਾਵ ਪੈ ਜਾਊਗਾ। ਕਲਚਰਲ ਪਊਗਾ, ਬਿਲਕੁਲ ਆਪਾਂ ਡਿਸਕਸ ਕਰ ਚੁੱਕੇ ਹਾਂ, ਜਿਸ ਤਰ੍ਹਾਂ ਦੇ ਉਹ ਸੱਭਿਆਚਾਰ ਵਿੱਚ ਰਹੂਗਾ ਉਸ ਤਰ੍ਹਾਂ ਦਾ ਪ੍ਰਭਾਵ ਪਊਗਾ। ਬੱਚਾ ਜਿਹੜਾ ਉਹ ਆਪਣੇ ਮਤਲਬ ਪਰਿਵਾਰ ਨੂੰ ਦੇਖ ਕੇ ਉਸ ਤਰ੍ਹਾਂ ਦੇ ਕੱਪੜੇ ਪਾਉਣਾ ਸਿੱਖ ਗਿਆ, ਉਸ ਤਰ੍ਹਾਂ ਦਾ ਖਾਣਾ ਪੀਣਾ ਉਸ ਤਰ੍ਹਾਂ ਦਾ ਹੀ ਉਹਨੇ ਅਡੋਪਟ ਕਰ ਲਿਆ ਜਿਸ ਤਰ੍ਹਾਂ ਦਾ ਉਹਦੇ ਪਰਿਵਾਰ ਵਿੱਚ ਕਲਚਰ ਦੇ ਵਿੱਚ ਅਲਾਊਡ ਸੀ, ਠੀਕ ਹੈ ਜੀ। ਇਸ ਤੋਂ ਬਿਨਾਂ ਇਮੋਸ਼ਨਲੀ, ਠੀਕ ਹੈ, ਭਾਵੁਕ ਪੱਧਰ 'ਤੇ ਵੀ ਉਸ ਦੇ ਪਰਿਵਾਰ ਵਿੱਚ ਇੱਕ ਸੁਖਾਵਾਂ ਮਾਹੌਲ ਹੈ, ਵਧੀਆ ਇਮੋਸ਼ਨਲੀ ਨੇ ਸਾਰੇ, ਇੱਕ ਦੂਜੇ ਦੀਆਂ ਫੀਲਿੰਗਸ ਨੂੰ ਸਮਝਦੇ ਨੇ, ਤਾਂ ਬੱਚਾ ਵੀ ਉਹ ਚੀਜ਼ਾਂ ਨੂੰ ਕਰਨਾ ਸਿੱਖ ਜੂਗਾ। ਤਾਂ ਇਹ ਵੀ ਕੀ ਇੱਕ ਵੇਸ ਹੋ ਸਕਦਾ ਹੈ ਕਿ ਇਨਵਾਇਰਮੈਂਟ ਜਿਹੜਾ ਇਸ ਵੇਸ 'ਤੇ ਅਫੈਕਟ ਕਰ ਸਕਦਾ ਹੈ। ਇਸ ਤੋਂ ਬਿਨਾਂ ਅਸੀਂ ਡਿਸਕਸ ਕਰਦੇ ਹਾਂ ਜੀ ਜਿਹੜਾ ਡਿਵੈਲਪਮੈਂਟ ਹੈ ਇਹ ਹੈਰੀਡਿਟੀ ਅਤੇ ਇਨਵਾਇਰਮੈਂਟ ਦੋਨਾਂ ਦੀ ਪ੍ਰੋਡਕਟ ਹੈ। ਜਿਵੇਂ ਆਪਾਂ ਨੇ ਪਹਿਲਾਂ ਕੀ ਪੜ੍ਹਿਆ ਸੀ ਵੀ ਡਿਵੈਲਪਮੈਂਟ ਹੈ ਜਿਹੜਾ ਉਹ ਕੀ ਹੈ ਜੀ, ਲਰਨਿੰਗ ਅਤੇ ਮੈਚਿਓਰਿਟੀ ਦੀ ਪ੍ਰੋਡਕਟ ਹੈ। ਮਤਲਬ ਇਹਨਾਂ ਦੋਨਾਂ ਤੋਂ ਕੀ ਹੋਇਆ, ਮਿਕਸ ਹੋ ਕੇ ਬਣੇ ਹੈ। ਅਤੇ ਇਸੇ ਤਰ੍ਹਾਂ ਆਪਾਂ ਕੀ ਕਹਿ ਸਕਦੇ ਹਾਂ ਵੀ ਇਹ ਹੈਰੀਡਿਟੀ ਅਤੇ ਇਨਵਾਇਰਮੈਂਟ ਦੀ ਵੀ ਕੀ ਹੈ, ਪ੍ਰੋਡਕਟ ਮੀਨਜ਼ ਹੈ ਇਹਨਾਂ ਦਾ ਇੱਕ ਰਲਵਾਂ ਮਿਲਵਾਂ ਜਿਹਾ ਰੂਪ ਹੈ, ਠੀਕ ਹੈ ਵੀ ਦੋਨੇ ਚੀਜ਼ਾਂ ਇਸ ਦੇ ਵਿੱਚ ਸ਼ਾਮਲ ਨੇ। ਇਹ ਮੀਨਿੰਗ ਆਪਾਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ। ਇਸ ਤੋਂ ਬਿਨਾਂ ਵੁਡਸਵਰਥ ਕੀ ਆਖਦਾ ਹੈ, ਕਹਿੰਦਾ ਬੱਚੇ ਦੇ ਵਾਧੇ ਅਤੇ ਵਿਕਾਸ ਵਿੱਚ ਦੋਨੋਂ ਬਰਾਬਰ ਦੀ ਭੂਮਿਕਾ ਨਿਭਾਉਂਦੇ ਨੇ। ਬਰਾਬਰ ਦੀ ਭੂਮਿਕਾ ਦਾ ਮਤਲਬ ਇਹ ਨਹੀਂ ਹੈਗਾ ਵੀ ਇਹਨਾਂ ਦਾ 50-50% ਹੈ। ਕਹਿਣ ਦਾ ਮਤਲਬ ਇਹ ਹੈ ਵੀ ਇੱਕ ਦਾ ਹੋ ਸਕਦਾ 40 ਹੋਵੇ, ਇੱਕ ਦਾ 60 ਕਹਿ ਸਕਦੇ, ਮਤਲਬ ਇਹਨਾਂ ਦਾ ਦੋਨਾਂ ਦਾ ਯੋਗਦਾਨ ਹੈਗੇ ਹੈ, ਠੀਕ ਹੈ, ਵੱਧ ਘੱਟ ਕਿ ਮਰਜ਼ੀ ਹੋਵੇ ਪਰ ਯੋਗਦਾਨ ਹੈਗੇ ਹੈ, ਠੀਕ ਹੈ ਜੀ। ਇਹ ਨਹੀਂ ਹੋ ਸਕਦਾ ਵੀ ਆਪਾਂ ਹੈਰੀਡਿਟੀ ਨੂੰ ਕਰ ਦਈਏ ਸਿਰਫ ਇਨਵਾਇਰਮੈਂਟ ਦੇ ਬੇਸ 'ਤੇ ਕਹਿ ਦਈਏ ਬੱਚਾ ਵਿਕਾਸ ਕਰ ਜੂਗਾ, ਨਹੀਂ ਕਰ ਸਕਦਾ ਜੀ। ਇਸ ਤੋਂ ਬਿਨਾਂ ਆਪਾਂ ਕੁਝ ਹੋਰ ਟੌਪਿਕ ਨੇ ਇੱਕ ਦੋ, ਠੀਕ ਹੈ, 1-2 ਮਿੰਟ ਦੇ ਵਿੱਚ ਸਮਝਣ ਵਾਲੇ ਨੇ, ਇਹਨਾਂ ਨੂੰ ਜ਼ਰੂਰ ਡਿਸਕਸ ਕਰਾਂਗੇ। ਕਈ ਵਾਰ ਇੱਦੋਂ ਇਸ ਦੇ ਵਿੱਚੋਂ ਵੀ ਆਪਣਾ ਪ੍ਰਸ਼ਨ ਜਿਹੜਾ ਬਣ ਜਾਂਦਾ ਹੈ, ਠੀਕ ਹੈ ਜੀ। ਪਰਿਪੱਕਤਾ, ਮੈਚਿਓਰਿਟੀ। ਤਾਂ ਮੈਚਿਓਰਿਟੀ ਦਾ ਮੀਨਿੰਗ ਕੀ ਹੈ ਕਿ ਜੋ ਗੁਣ ਬੱਚੇ ਦੇ ਅੰਦਰ ਹੈਗੇ ਸੀ, ਯੋਗਤਾਵਾਂ ਅੰਦਰ ਹੈਗੇ ਸੀ, ਉਹਨਾਂ ਨੂੰ ਬੱਚੇ ਨੇ ਡਿਵੈਲਪ ਕਰ ਲਿਆ। ਆਪਾਂ ਕਹਿ ਦਿੰਦੇ ਹਾਂ ਵੀ ਕਈ ਵਾਰ ਆਪਾਂ ਨੂੰ ਬਚਪਨ ਤੋਂ ਲੱਗਦਾ ਸੀ ਬੱਚਾ ਵੱਡਾ ਹੋ ਕੇ ਕੋਈ ਗਾਇਕ ਬਣੂਗਾ, ਤਾਂ ਉਸ ਦੇ ਅੰਦਰ ਜਿਹੜੀ ਗਾਉਣ ਦੀ ਸ਼ਮਤਾ ਸੀ ਉਹ ਉਹਨੇ ਹੌਲੀ ਹੌਲੀ ਡਿਵੈਲਪ ਕਰ ਲਈ। 21-22 ਸਾਲ ਦੀ ਉਮਰ ਵਿੱਚ ਜਾ ਕੇ ਉਹ ਵਧੀਆ ਗਾਉਣ ਲੱਗ ਗਿਆ, ਛੋਟੇ ਛੋਟੇ ਮੌਕੇ 'ਤੇ ਲੈਂਦਾ ਵੱਡੀਆਂ ਸਟੇਜਾਂ 'ਤੇ ਗਾਉਣ ਲੱਗ ਗਿਆ। ਤਾਂ ਉਸਨੇ ਕੀ ਕੀਤਾ, ਆਪਣੇ ਅੰਦਰ ਦੀ ਜਿਹੜੀ ਯੋਗਤਾ ਸੀ, ਗੁਣ ਉਸ ਨੂੰ ਪ੍ਰਾਪਤ ਹੋਏ ਸੀ ਬਚਪਨ 'ਚ, ਠੀਕ ਹੈ, ਉਸ ਮਤਲਬ ਉਹਦੇ ਅੰਦਰ ਸੀ, ਠੀਕ ਹੈ, ਉਹਨਾਂ ਨੂੰ ਉਹਨੇ ਕੀ ਕਰ ਲਿਆ, ਵਿਕਸਿਤ ਕਰ ਲਿਆ, ਮਤਲਬ ਉਹਨਾਂ ਦੇ ਵਿੱਚ ਨਿਖਾਰ ਲੈ ਆਂਦਾ, ਠੀਕ ਹੈ, ਇਹ ਕਹਿ ਸਕਦੇ ਆਪਾਂ। ਤਾਂ ਕੁੱਲ ਮਿਲਾ ਕੇ ਆਪਾਂ ਕੀ ਕਹਿ ਸਕਦੇ ਹਾਂ, ਡਿਵੈਲਪਡ ਥਿੰਕਿੰਗ, ਲਰਨਿੰਗ, ਇਹ ਫੀਲਿੰਗਸ ਇਹਨਾਂ ਦੇ ਵਿੱਚ ਡਿਵੈਲਪ ਹੋ ਜਾਣੀਆਂ ਹੈ ਨਾ, ਇਹ ਫੀਲਿੰਗਸ। ਤਾਂ ਇਹਨਾਂ ਨੂੰ ਅਸੀਂ ਕੀ ਆਖਾਂਗੇ ਜੀ, ਮੈਚਿਓਰਿਟੀ ਆਖਾਂਗੇ। ਇਸ ਤੋਂ ਬਾਅਦ ਹੈ ਜੀ ਰਿਸਪੋਂਡਿੰਗ ਟੂ ਇਨਵਾਇਰਮੈਂਟ ਇਨ ਰਾਈਟ ਮੈਨਰ। ਮਤਲਬ ਕਿ ਹੋ ਸਕਦਾ ਵੀ ਬੱਚਾ ਹੈ ਉਸ ਤੋਂ ਕੋਈ ਚੀਜ਼ ਖੋਹ ਲਈ ਜਾਵੇ ਤਾਂ ਉਹ ਰੋਊਗਾ, ਠੀਕ ਹੈ, ਪਰ ਜਦੋਂ ਉਹ ਹੌਲੀ ਹੌਲੀ ਵੱਡਾ ਹੋ ਗਿਆ ਅਤੇ ਉਸ ਤੋਂ ਕੋਈ ਚੀਜ਼ ਖੋਹ ਲਈ ਜਾਵੇ ਤਾਂ ਉਹ ਅਸੈਪਟ ਕਰ ਲੂਗਾ ਵੀ ਹੋ ਸਕਦਾ ਮੇਰੇ ਲਈ ਗਲਤ ਸੀ, ਜਾਂ ਵੀ ਮੈਨੂੰ ਇਸ ਦਾ ਇੱਕ ਭੈੜਾ ਸਿੱਟਾ ਇਸ ਦਾ ਨਿਕਲ ਸਕਦਾ ਸੀ, ਵੀ ਚਲੋ ਖੋਹ ਲਈ ਕੋਈ ਗੱਲ ਨਹੀਂ। ਮਤਲਬ ਉਹ ਜਿਉਂ-ਜਿਉਂ ਵੱਡਾ ਹੋਊਗਾ ਉਸ ਚੀਜ਼ਾਂ ਸਮਝਦਾ ਚਲਾ ਜਾਊਗਾ। ਉਸ ਤੋਂ ਬਿਨਾਂ ਉਹ ਹੋਰ ਮੈਚਿਓਰ ਦਾ ਮਤਲਬ ਇਹ ਹੈ ਵੀ ਆਪਾਂ ਕਹਿ ਸਕਦੇ ਹਾਂ ਉਹ ਬਾਲਗ ਹੋ ਗਿਆ, ਮਤਲਬ ਉਹ 18-19 ਸਾਲ ਦੀ ਉਮਰ 'ਚ ਜਾ ਕੇ ਮਤਲਬ ਚੀਜ਼ਾਂ ਨੂੰ ਸਮਝਣਾ ਸਿੱਖ ਗਿਆ। ਮੈਚਿਓਰਿਟੀ ਮਤਲਬ ਇਹ ਵੀ ਨਹੀਂ ਹੈਗੀ ਮੈਚਿਓਰਿਟੀ ਉਮਰ ਦੇ ਨਾਲ ਜਾਂਦੀ ਹੈ। ਕਈ ਵਾਰ ਵੀ ਵੱਡੇ ਨੇ ਜਿਹੜੇ ਉਹ ਵੀ ਬੱਚਿਆਂ ਦੀਆਂ ਹਰਕਤਾਂ ਕਰਦੇ ਨੇ, ਤਾਂ ਮੈਚਿਓਰਿਟੀ ਜਿਹੜੀ ਉਹ ਮਤਲਬ ਗੁਣਾਂ ਨੂੰ ਵਿਕਸਿਤ ਕਰਨ ਦੇ ਨਾਲ ਆਉਂਦੀ ਹੈ। ਵੀ ਜਦੋਂ ਆਪਾਂ ਚੀਜ਼ਾਂ ਨੂੰ ਸਮਝਣਾ ਸਿੱਖ ਗਏ, ਫੀਲਿੰਗਸ ਨੂੰ ਸਮਝਣਾ ਸਿੱਖ ਗਏ, ਤਾਂ ਉਹਨੂੰ ਮੈਚਿਓਰਿਟੀ ਕਹਾਂਗੇ। ਆਪਾਂ ਵਾਤਾਵਰਨ ਦੇ ਪ੍ਰਤੀ ਉਸ ਤਰ੍ਹਾਂ ਦਾ ਵਰਤਾਵ ਕਰਨ ਲੱਗ ਗਏ, ਉਸੇ ਤਰੀਕੇ ਨਾਲ ਰਿਸਪੌਂਡ ਕਰਨ ਲੱਗ ਗਏ ਇੱਕ ਰਾਈਟ ਮੈਨਰ ਦੇ ਵਿੱਚ, ਠੀਕ ਹੈ ਬਈ। ਜਿਸ ਤਰ੍ਹਾਂ ਦੀ ਸੋਸਾਇਟੀ ਵਿੱਚ ਰਹਿੰਦੇ ਹਾਂ, ਆਪਾਂ ਨੇ ਉਹੀ ਜਿਹੀ ਭਾਸ਼ਾ ਸਿੱਖ ਲਈ, ਸੋਸਾਇਟੀ ਕਹਿੰਦੀ ਵੀ ਇਹ ਕੰਮ ਕਰੋ ਨਾ ਕਰੋ, ਆਪਾਂ ਉਹਦੇ ਅਕੋਰਡਿੰਗ ਢਲਣਾ ਸਿੱਖ ਗਏ, ਮੈਚਿਓਰਿਟੀ ਆ ਗਈ, ਉਸ ਨੂੰ ਆਪਾਂ ਮੈਚਿਓਰਿਟੀ ਆਖ ਸਕਦੇ ਹਾਂ। ਮਤਲਬ ਕਿ ਆਪਾਂ ਰਾਈਟ ਮੈਨਰ ਦੇ ਵਿੱਚ ਉਹ ਚੀਜ਼ਾਂ ਨੂੰ ਅਸੈਪਟ ਕਰਨਾ ਸਿੱਖ ਲਿਆ, ਠੀਕ ਹੈ ਜੀ। ਇਸ ਤੋਂ ਬਿਨਾਂ ਆਪਾਂ ਗੱਲ ਕਰੀਏ ਇੱਕ ਮੇਨ ਫ਼ਰਕ ਮੈਚਿਓਰਿਟੀ ਅਤੇ ਲਰਨਿੰਗ ਦੇ ਵਿੱਚ, ਜੋ ਸਭ ਤੋਂ ਵੱਡਾ ਫ਼ਰਕ ਮੈਂ ਸਮਝਦਾ ਇਹ ਹੈ ਵੀ ਮੈਚਿਓਰਿਟੀ ਆਪਣੇ ਆਪ ਆਉਂਦੀ ਹੈ। ਮਤਲਬ ਕਿ ਇਹ ਕੀ ਹੈ, ਅਣਇੱਛਤ ਹੈ, ਵੀ ਕਿਸੇ ਦੀ ਚਾਹੇ ਇੱਛਾ ਹੈ ਵੀ ਗਈ ਹੈ ਚਾਹੇ ਨਹੀਂ ਹੈਗੀ, ਫਿਰ ਵੀ ਸਮਾਂ ਪਾ ਕੇ ਹੋ ਸਕਦਾ ਉਹਦੇ 'ਚ ਮੈਚਿਓਰਿਟੀ ਆ ਜੇ, ਠੀਕ ਹੈ। ਤਾਂ ਇਸ ਤਰ੍ਹਾਂ ਆਪਾਂ ਕੀ ਕਹਿ ਸਕਦੇ, ਇਹ ਆਪਣੇ ਆਪ ਆਉਂਦੀ ਹੈ।
मतलब कि ਮੈਚੋਰਿਟੀ ਲੈ ਕੇ ਆਉਣ ਲਈ ਕੁਛ ਖਾਸ ਕਰਨਾ ਨਹੀਂ ਪੈਂਦਾ, ਠੀਕ ਹੈ। ਆਟੋਮੈਟਿਕਲੀ ਇਹ ਡਿਵੈਲਪ ਹੋ ਜਾਂਦੀ ਹੈ, ਪਰਿਪੱਕਤਾ ਜਿਹੜੀ ਉਹ ਆਟੋਮੈਟਿਕਲੀ ਆ ਜਾਂਦੀ ਹੈ। ਇਸ ਤੋਂ ਬਿਨਾਂ ਅਸੀਂ ਗੱਲ ਕਰਾਂਗੇ ਜੀ ਸਿੱਖਣਾ, ਯਾਨੀ ਕਿ ਲਰਨਿੰਗ ਦੀ ਗੱਲ ਕਰਾਂਗੇ। ਲਰਨਿੰਗ ਹੈ ਜਿਹੜਾ ਇਹ ਇੱਕ ਕੀ ਹੈ, ਐਕਟਿਵ ਪ੍ਰੋਸੈਸ ਹੈ ਜੀ। ਇਹਦੇ ਲਈ ਕੁਛ ਕਰਨਾ ਪਊਗਾ, ਮਤਲਬ ਇਹ ਕੰਪਲੈਕਸ ਕਹਿ ਸਕਦੇ ਹਾਂ, ਐਕਟਿਵ ਪ੍ਰੋਸੈਸ ਕਹਿ ਸਕਦੇ ਹਾਂ, ਕਿਉਂਕਿ ਇਹਦੇ ਲਈ ਕੁਛ ਕਰਨਾ ਪਊਗਾ। ਕੋਈ ਵੀ ਐਵੇਂ ਨਹੀਂ ਹੈਗਾ ਵੀ ਉਹ ਆਟੋਮੈਟਿਕਲੀ ਸਭ 'ਚ ਕੁਛ ਸਿੱਖ ਜੂਗਾ। ਉਸਨੇ ਭਾਸ਼ਾ ਸਿੱਖਣੀ ਹੈ, ਕੋਈ ਅਲੱਗ ਭਾਸ਼ਾ ਸਿੱਖਣੀ ਹੈ, ਮੈਥ ਸਾਇੰਸ ਕੁਛ ਇੱਕ ਐਗਜ਼ਾਮਪਲ ਲੈ ਲਓ, ਉਹਨੇ ਲਿਖਣਾ ਪੜ੍ਹਨਾ ਸਿੱਖਣਾ ਹੈ, ਤਾਂ ਉਹਦੇ ਲਈ ਉਹਨੂੰ ਕੁਝ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ, ਠੀਕ ਹੈ। ਉਹਨੇ ਟਾਰਗੇਟ ਲੈਂਗੁਏਜ ਸਿੱਖਣੀ ਹੈ ਤਾਂ ਉਹਦੇ ਲਈ ਉਹਨੂੰ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਤਾਂ ਇਹੀ ਚੀਜ਼ ਜਿਹੜੀ ਕਾਹਦੇ ਨਾਲ ਆਉਂਦੀ ਹੈ, ਅਭਿਆਸ ਦੇ ਨਾਲ ਆਉਂਦੀ ਹੈ, ਵਾਰ-ਵਾਰ ਪ੍ਰੈਕਟਿਸ ਦੇ ਨਾਲ ਆਉਂਦੀ ਹੈ। ਕੌਸ਼ਲਾਂ ਦਾ ਇਹ ਇੱਕ ਵਿਕਾਸ ਹੈ। ਇਸ ਤੋਂ ਬਿਨਾਂ ਵਿਵਹਾਰਿਕ ਪਰਿਵਰਤਨ ਕਹਿ ਸਕਦੇ ਹਾਂ, ਇੱਛਾ ਅਨੁਸਾਰ ਕਹਿ ਸਕਦੇ ਹਾਂ ਇਹ ਕਿ ਇੱਕ ਡਿਜ਼ਾਇਰੇਬਲ ਹੈ, ਠੀਕ ਹੈ ਜੀ। ਤਾਂ ਇਹ ਸਭ ਚੀਜ਼ਾਂ ਜਿਹੜੀਆਂ ਆਉਂਦੀਆਂ ਨੇ, ਠੀਕ ਹੈ ਜੀ। ਤਾਂ ਵਿਵਹਾਰਿਕ ਦਾ ਮੀਨਿੰਗ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਪ੍ਰੈਕਟੀਕਲਿਟੀ ਨਾਲ ਆਉਂਦਾ ਹੈ ਨਾ, ਵੀ ਆਪਾਂ ਨੂੰ ਕੋਈ ਚੀਜ਼ ਦਾ ਵਾਰ-ਵਾਰ ਅਭਿਆਸ ਕਰਨਾ ਪਊਗਾ, ਉਹ ਚੀਜ਼ ਆਪਣੀ ਵਿਵਹਾਰ ਦੇ ਵਿੱਚ ਸ਼ਾਮਿਲ ਹੋ ਜੂਗੀ। ਤਾਂ ਇਹ ਇੱਕ ਵਿਵਹਾਰਿਕ ਪਰਿਵਰਤਨ ਹੋ ਗਿਆ, ਇੱਛਾ ਅਨੁਸਾਰ ਹੋ ਗਿਆ, ਡਿਜ਼ਾਇਰੇਬਲ ਕਹਿ ਸਕਦੇ ਹਾਂ। ਅਤੇ ਉਸ ਤੋਂ ਵੀ ਮੋਸਟ ਇੰਪੋਰਟੈਂਟ ਚੀਜ਼ ਇਹ ਕਿ ਜੀ ਰਿਲੇਟਿਵਲੀ ਪਰਮਾਨੈਂਟ ਹੈ। ਇਹ ਉਹਨਾਂ ਚਿਰ ਹੀ ਰਹਿੰਦਾ ਹੈ ਜਿੰਨਾ ਚਿਰ ਆਪਾਂ ਇਹਦੇ ਰਿਲੇਸ਼ਨ 'ਚ ਆ। ਰਿਲੇਟਿਵਲੀ ਪਰਮਾਨੈਂਟ ਨੂੰ ਮੈਂ ਇੱਦਾਂ ਸਮਝਦਾ ਹੁੰਦਾ ਵੀ ਜਦੋਂ ਆਪਣਾ ਰਿਲੇਸ਼ਨ ਟੁੱਟ ਗਿਆ ਤਾਂ ਉਹ ਚੀਜ਼ ਹੋ ਸਕਦਾ ਆਪਾਂ ਭੁੱਲ ਜਾਈਏ। ਕੋਈ ਕੰਮ ਸੀ ਉਹ ਆਪਾਂ ਨੂੰ ਮਤਲਬ 17-18 ਸਾਲ ਦੀ ਉਮਰ 'ਚ ਸੀ, ਆਪਾਂ ਉਹਨੂੰ ਵਧੀਆ ਕਰ ਲੈਂਦੇ ਸੀ। ਉਸ ਤੋਂ ਬਾਅਦ ਆਪਾਂ ਨੇ ਉਹ ਕੰਮ 10 ਸਾਲ ਨਾ ਕੀਤਾ ਤਾਂ ਉਸ ਕੰਮ ਨੂੰ ਆਪਾਂ ਹੌਲੀ ਹੌਲੀ ਕੀ ਕਰ ਦਾਂਗੇ, ਭੁੱਲਣਾ ਸ਼ੁਰੂ ਕਰ ਦਾਂਗੇ। ਕਈ ਵਾਰ ਕੀ ਹੁੰਦਾ ਕਿ ਬੱਚੇ ਨੇ ਆਪਣੇ ਬਚਪਨ ਦੇ ਵਿੱਚ ਊੜਾ ਆੜਾ ਈੜੀ ਸਿੱਖਿਆ ਹੁੰਦਾ ਹੈ, ਉਸ ਤੋਂ ਬਾਅਦ ਉਹ ਵੱਡੀਆਂ ਕਲਾਸਾਂ ਚਲਾ ਜਾਂਦਾ, ਥੋੜ੍ਹਾ ਜਿਹਾ ਮੈਚਿਓਰਿਟੀ ਵੱਲ ਜਾਣ ਲੱਗਦਾ ਹੈ, ਤਾਂ ਉਹ ਕੀ ਹੋ ਜਾਂਦਾ, ਭੁੱਲਣਾ ਸ਼ੁਰੂ ਕਰ ਦਿੰਦਾ ਉਹ ਚੀਜ਼ਾਂ ਨੂੰ ਜਿਹੜੀਆਂ ਉਸਨੇ ਬਚਪਨ ਵਿੱਚ ਚੰਗੀ ਤਰ੍ਹਾਂ ਯਾਦ ਕੀਤੀਆਂ ਸੀ। ਕਿਉਂ? ਕਿਉਂਕਿ ਉਹ ਉਹਨਾਂ ਨਾਲ ਰਿਲੇਟ ਨਹੀਂ ਕਰਕੇ ਰਹਿ ਸਕਿਆ, ਮਤਲਬ ਉਸ ਦੇ ਨਾਲ ਉਹਨਾਂ ਦਾ ਰਿਲੇਸ਼ਨ ਟੁੱਟਦਾ ਜਾ ਰਿਹਾ ਵੀ ਉਹ ਚੀਜ਼ਾਂ ਉਹਦੇ ਟੱਚ 'ਚ ਨਹੀਂ ਰਹੀਆਂ। ਕਿਉਂਕਿ ਆਪਾਂ ਕੀ ਪੜ੍ਹ ਰਹੇ ਹਾਂ ਵੀ ਇਹ ਚੀਜ਼ ਅਭਿਆਸ ਨਾਲ ਆਉਂਦੀ, ਜਦੋਂ ਆਪਾਂ ਅਭਿਆਸ ਕਰਨਾ ਉਸਦਾ ਬੰਦ ਕਰਤਾ ਤਾਂ ਉਹ ਚੀਜ਼ ਆਟੋਮੈਟਿਕਲੀ ਆਪਾਂ ਭੁੱਲਣੀ ਸ਼ੁਰੂ ਕਰ ਦਾਂਗੇ। ਤਾਂ ਹੀ ਇਹਨੂੰ ਰਿਲੇਟਿਵਲੀ ਪਰਮਾਨੈਂਟ ਵੀ ਪਰਮਾਨੈਂਟ ਹੈਗਾ ਸੀ, ਪਰ ਜੇ ਇਹ ਟੱਚ 'ਚ ਰਹਿੰਦੇ। ਹੁਣ ਕਿਸੇ ਨੇ ਆਪਣਾ ਨਾਮ ਲਿਖਣਾ ਸਿੱਖ ਲਿਆ, ਉਹ ਨਾਮ ਲਿਖਣਾ ਪਰਮਾਨੈਂਟ ਹੈ ਵੀ ਉਹ ਸਿੱਖਿਆ ਹੀ ਰਹੂਗਾ, ਪਰ ਜੇ ਉਹਨੂੰ ਕਦੇ ਵੀ ਨਾ ਪਾਇਆ ਵੀ ਭੁੱਲਦਾ ਹੀ ਚਲਾ ਗਿਆ, ਹੋ ਸਕਦਾ ਉਹ ਲਿਖਣਾ ਭੁੱਲ ਜੇ, ਅੱਖਰਾਂ ਨੂੰ ਲਿਖਣਾ ਭੁੱਲ ਜੇ। ਹੋ ਸਕਦਾ ਬੱਚੇ ਨੇ ਲੇਖ ਲਿਖਣਾ ਸਿੱਖ ਲਿਆ, ਪੂਰਾ ਲੇਖ ਰੱਟ ਲਿਆ, ਯਾਦ ਕਰ ਲਿਆ ਚੰਗੀ ਤਰ੍ਹਾਂ, ਹੋ ਸਕਦਾ ਉਸ ਤੋਂ ਬਾਅਦ ਉਹ ਰਿਵੀਜ਼ਨ ਕਦੇ ਵੀ ਨਾ ਕਰੇ ਤਾਂ ਉਹ ਭੁੱਲ ਵੀ ਸਕਦਾ। ਤਾਂ ਜਿੰਨਾ ਚਿਰ ਰਿਲੇਸ਼ਨ 'ਚ ਆ ਉਹਨਾਂ ਚਿਰ ਇਹ ਪਰਮਾਨੈਂਟ ਹੈ, ਅਦਰਵਾਈਜ਼ ਇਹ ਚੀਜ਼ ਖਤਮ ਹੋ ਜੂਗੀ। ਤਾਂ ਇਸ ਤਰੀਕੇ ਨਾਲ ਆਪਾਂ ਨੇ ਅੱਜ ਡਿਸਕਸ਼ਨ ਜਿਹੜੀ ਉਹ ਕੰਪਲੀਟ ਕਰ ਲਈ ਹੈ। ਮੋਸਟ ਇੰਪੋਰਟੈਂਟ ਚੀਜ਼ ਸੀ ਜੀ ਇਹ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ, ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਇਹ ਕਲਾਸ ਇੱਥੋਂ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।